ਦੋਹਰਾ ਸੁਬੇਗ ਸਿੰਘ ਜੰਬਰ ਭਇਓ ਸਿੱਖੀ ਮਦ ਮਜ਼ਬੂਤ ਵਹਿ ਭੀ ਸਤਿਗੁਰ ਸਿੱਖ ਹੁਤੋ ਜਿਸ ਕੋ ਥੋ ਤਹਿ ਪੂਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਬੇਗ ਸਿੰਘ ਜੰਬਰ ਭਇਓ ਸਿੱਖੀ ਮਦ ਮਜ਼ਬੂਤ। ਪ੍ਰਾਚੀਨ ਪੰਥ ਪ੍ਰਕਾਸ਼ ਜੋ ਰਤਨ ਸਿੰਘ ਭੰਗੂ ਨੇ ਲਿਖਿਆ ਹੈ, ਸਾਖੀ ਭਾਈ ਸੁਬੇਗ ਸਿੰਘ ਜੀ ਤੇ ਸਾਖੀ ਭਾਈ ਸ਼ਾਹਬਾਜ਼ ਸਿੰਘ ਜੀ, ਇਹ ਦੋਨੋਂ ਗੁਰਸਿੱਖ ਜਿਹੜੇ ਹਨ, ਇਹਨਾਂ ਦਾ ਜਿਹੜਾ ਹੈ ਇਤਿਹਾਸ, ਜਿਸ ਤਰ੍ਹਾਂ ਇਹਨਾਂ ਦੀਆਂ ਸ਼ਹੀਦੀ ਹੋਈ ਹੈ, ਜਿਸ ਤਰ੍ਹਾਂ ਇਹਨਾਂ ਨੇ ਆਪਣੀ ਪਰਪੱਕਤਾ ਗੁਰਸਿੱਖੀ ਨੂੰ ਨਿਭਾਉਣ ਵਿੱਚ ਲਾਈ ਹੈ, ਇਹਨਾਂ ਦੀ ਕੁਰਬਾਨੀ ਤੇ ਇਹਨਾਂ ਦੀ ਦ੍ਰਿੜਤਾ ਨੂੰ ਜਿਹੜਾ ਹੈ ਇਸ ਸਾਖੀ ਦੇ ਵਿੱਚ ਸਿੱਖੀ ਨਾਲ ਪਿਆਰ ਤੇ ਜੀਵਨ ਨਾਲੋਂ ਸਿੱਖੀ ਨੂੰ ਉੱਤਮਤਾ ਦੇਣ ਵਾਲੇ ਇਹ ਮਹਾਨ ਦੋ ਸ਼ਹੀਦਾਂ ਦੀ ਸਾਖੀ ਆਪ ਜੀ ਸਰਵਣ ਕਰੋ ਜੀ। ਦੋਹਰਾ ਸੁਬੇਗ ਸਿੰਘ ਜੰਬਰ ਭਇਓ ਸਿੱਖੀ ਮਦ ਮਜ਼ਬੂਤ। ਭਾਈ ਸੁਬੇਗ ਸਿੰਘ ਜੀ ਜੋ ਜੰਬਰ ਪਿੰਡ ਦੇ ਰਹਿਣ ਵਾਲੇ ਸਨ, ਜੋ ਲਾਹੌਰ ਦੇ ਨੇੜੇ ਇਹ ਪਿੰਡ ਹੈ, ਤੇ ਭਾਈ ਸੁਬੇਗ ਸਿੰਘ ਇਸ ਕਰਕੇ ਇਹਨਾਂ ਦੇ ਨਾਂ ਦੇ ਨਾਲ ਜੰਬਰ ਲੱਗਿਆ ਕਰਦਾ ਸੀ, ਇਹਨਾਂ ਦੇ ਪਿੰਡ ਦੇ ਨਾਮ ਕਰਕੇ। ਕਹਿੰਦੇ ਸਿੱਖੀ ਮਦ ਮਜ਼ਬੂਤ, ਇਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ, ਬੜੀ ਤਕੜੇ ਤਰੀਕੇ ਦੇ ਨਾਲ ਇਹਨਾਂ ਨੇ ਸਿੱਖੀ ਨੂੰ ਕਮਾਇਆ ਹੈ। ਮਤਲਬ ਕਿ ਮਜ਼ਬੂਤ, ਇਹ ਮਜ਼ਬੂਤ ਰਹੇ ਉਹ ਸਮਿਆਂ ਦੇ ਵਿੱਚ ਜਿੱਥੇ ਸਿੱਖੀ ਜਿਹੜੀ ਕਮਾਉਣੀ ਇੱਕ ਕਾਨੂੰਨੀ ਤੌਰ 'ਤੇ ਜ਼ੁਲਮ ਜਿਹੜਾ ਹੈ ਜਾਂ ਕ੍ਰਿਮੀਨਲ ਐਕਟ ਜਿਹੜਾ ਹੈ ਗਿਣਿਆ ਜਾਂਦਾ ਸੀਗਾ। ਭਾਈ ਸੁਬੇਗ ਸਿੰਘ ਨੇ ਮਜ਼ਬੂਤੀ ਦੇ ਨਾਲ, ਮਤਲਬ ਕਿ ਕੰਪਰੋਮਾਈਜ਼ ਨਹੀਂ ਕੀਤਾ ਸਿੱਖੀ ਵੱਲ, ਆਪਣਾ ਜੀਵਨ ਜ਼ਰੂਰ ਉਹਨਾਂ ਨੇ ਕੁਰਬਾਨ ਕਰ ਦਿੱਤਾ। ਤੇ ਕਿੰਨੀ ਕੁ ਉਹਨਾਂ ਦੀ ਮਜ਼ਬੂਤੀ ਹੈ ਆਪ ਜੀ ਇਸ ਸਾਖੀ ਵਿੱਚ ਅੱਗੇ ਸੁਣੋ ਜੀ। ਵਹਿ ਭੀ ਸਤਿਗੁਰ ਸਿੱਖ ਹੁਤੋ ਜਿਸ ਕੋ ਥੋ ਤਹਿ ਪੂਤ। ਦੇਖੋ ਭਾਈ ਰਤਨ ਸਿੰਘ ਭੰਗੂ ਲਿਖਦਾ ਹੈ, ਕਹਿੰਦਾ ਇਹ ਜਿਹੜੀ ਭਾਈ ਸੁਬੇਗ ਸਿੰਘ ਜੀ ਹੋਏ ਹਨ ਨਾ, ਕਹਿੰਦਾ ਇਹਨਾਂ ਦੇ ਪਿਤਾ ਅੱਗੇ ਜਿਹੜੇ ਸਨ, ਇਹਨਾਂ ਦੇ ਪਿਤਾ ਜਿਹੜੇ ਸਨ ਉਹ ਵੀ ਸਿੱਖੀ ਵਿੱਚ ਭਰਪੂਰ ਸਨ। ਤੇ ਇਹ ਜਿਹੜਾ ਸਮਾਂ ਹੈ ਤਕਰੀਬਨ ਜਿਹੜਾ ਹੈ ਇਹ ਸਮੇਂ ਦੇ ਵਿੱਚ 1745 ਦੇ ਵਿੱਚ ਇਹਨਾਂ ਦੀ ਸ਼ਹੀਦੀ ਹੁੰਦੀ ਹੈ। ਮਤਲਬ ਇਹਨਾਂ ਦਾ ਜੋ ਪਿਤਾ ਸੀਗਾ ਉਹਨੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਦੇਖਿਆ, ਤੇ ਉਹ ਤੋਂ ਪਹਿਲਾਂ ਹੋ ਸਕਦਾ ਹੈ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਦਰਸ਼ਨ ਕੀਤੇ ਹੋਣ। ਸੋ ਇਸ ਕਰਕੇ ਕਹਿੰਦੇ ਵਹਿ ਵੀ ਸਤਿਗੁਰੂ ਸਿੱਖ ਹੋਤੋ, ਕਹਿੰਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਸਨ ਭਾਈ ਸੁਬੇਗ ਸਿੰਘ ਜੀ ਦੇ ਪਿਤਾ ਜੀ ਜਿਹੜੇ ਸਨ। ਜਿਸ ਕੋ ਥੋ ਤਹਿ ਪੂਤ, ਕਹਿਣ ਲਗੇ ਉਹਨਾਂ ਦੇ ਇਹ ਪੁੱਤਰ ਅੱਗੇ ਭਾਈ ਸੁਬੇਗ ਸਿੰਘ ਜੀ ਹੋਏ ਹਨ। ਤੇ ਦੇਖੋ ਗੁਰਸਿੱਖੀ ਦੀ ਜਿਹੜੀ ਪ੍ਰਣਾਲੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਲੈ ਕਰਕੇ ਗੁਰਸਿੱਖਾਂ ਵਿੱਚ ਇੰਨੀ ਪਰਪੱਕਤਾ ਮਹਾਰਾਜ ਨੇ ਬਖਸ਼ੀ, ਸਿੱਧੀ ਸਿੱਧਕ ਨੂੰ ਬਖਸ਼ਣਾ ਕੀਤਾ ਜੀ। ਚੌਪਈ ਬਾਲ ਅਵਸਥਾ ਸੁਤ ਫਾਰਸੀ ਪੜ੍ਹਾਇਓ। ਦੇਖੋ ਇਹਨਾਂ ਦਾ ਜਿਹੜਾ ਹੈ ਇਹ ਭਾਈ ਸੁਬੇਗ ਸਿੰਘ ਜੀ ਨੂੰ ਇਹਨਾਂ ਦੇ ਪਿਤਾ ਨੇ ਪੜ੍ਹਾਈ ਵੱਲ ਖਾਸ ਧਿਆਨ ਦਿੱਤਾ ਕਿ ਛੋਟੀ ਉਮਰਾਂ ਦੇ ਵਿੱਚ ਹੀ ਇਹਨਾਂ ਨੂੰ ਫਾਰਸੀ ਦੀ ਪੜ੍ਹਾਈ ਪੜ੍ਹਾਉਣਾ ਕੀਤੀ, ਜੋ ਉਸ ਵੇਲੇ ਆਫੀਸ਼ੀਅਲ ਲੈਂਗੁਏਜ ਜਿਹੜੀ ਹੈ ਇੰਡੀਆ ਦੀ ਮੰਨੀ ਜਾਂਦੀ ਸੀਗੀ ਮੁਗਲ ਰਾਜ ਦੇ ਵਿੱਚ, ਤੇ ਉਹ ਫਾਰਸੀ ਦੀ ਪੜ੍ਹਾਈ ਇਹਨਾਂ ਨੂੰ ਪੜ੍ਹਾਉਣਾ ਕੀਤੀ। ਫਿਰ ਮੱਧ ਕਚਹਿਰੀ ਉਸੇ ਬਹਾਇਓ। ਦੇਖੋ ਫਿਰ ਮੱਧ ਕਚਹਿਰੀ, ਇਹਨਾਂ ਨੂੰ ਕਚਹਿਰੀ ਦੇ ਵਿੱਚ ਵਕਾਲਤ ਕਰਾ ਕੇ, ਵਕਾਲਤ ਹੁੰਦਾ ਲਾਅ, ਇਹਨਾਂ ਨੂੰ ਲਾਅ ਕਰਾ ਕੇ ਲਾਇਰ ਬਣਾਇਆ ਤੇ ਵਕਾਲਤ ਇਹਨਾਂ ਨੂੰ ਸਿਖਾਈ। ਤੇ ਉਹ ਜੋ ਕਾਨੂੰਨੀ ਤੌਰ ਤੇ ਇਹ ਕਾਨੂੰਨ ਨੂੰ ਪੜ੍ਹ ਕਰਕੇ ਜੋ ਵੀ ਕੇਸਾਂ ਸਨ ਜਾਂ ਕੋਈ ਮਾਮਲਿਆਂ ਦੀਆਂ ਜਾਂ ਪਰਸਨਲ ਜਾਂ ਕ੍ਰਿਮੀਨਲ ਇਹ ਲੜਿਆ ਕਰਦੇ ਸਨ ਕੋਰਟਾਂ ਦੇ ਵਿੱਚ। ਵੈ ਹੁਤੋ ਮੁਲਕ ਕੋ ਕਰਤ ਅਜਾਰਾ। ਦੇਖੋ ਕਹਿੰਦੇ ਜੋ ਮੁਲਕ ਹੈ, ਜੋ ਇਹ ਮੁਗਲ ਹਕੂਮਤ ਦੇ ਵਿੱਚ ਜੋ ਇਹ ਲਾਅ ਐਨਫੋਰਸਡ ਹੋਏ ਸਨ ਉਸ ਵੇਲੇ, ਉਹਨਾਂ ਦੇ ਜਿਹੜੇ ਹਨ ਜੋ ਅਜਾਰਾ ਕਹਿੰਦੇ ਸਨ ਠੇਕੇਦਾਰੀ ਨੂੰ, ਤੇ ਨਾਲੋਂ ਨਾਲ ਇਹਨਾਂ ਨੇ ਠੇਕੇਦਾਰੀ ਵੀ ਕਰਨੀ, ਕੰਟਰੈਕਟਸ ਲਿਆ ਕਰਦੇ ਸਨ। ਗਵਰਨਮੈਂਟ ਦੇ ਕੰਟਰੈਕਟਸ ਇਹਨਾਂ ਲਈ ਲਿਆ ਕਰਨੇ। ਇਹ ਗਵਰਨਮੈਂਟ ਦੇ ਰਜਿਸਟਰਡ ਕੰਟਰੈਕਟਰ ਬਣ ਚੁੱਕੇ ਸਨ, ਤੇ ਇਹਨਾਂ ਨੇ ਜਿਹੜਾ ਹੈ ਕੰਟਰੈਕਟਰ ਬਣ ਕੇ ਛੋਟੇ ਛੋਟੇ ਠੇਕੇ ਲੈ ਕਰਕੇ ਤੇ ਇਹਨਾਂ ਨੇ ਆਪਣਾ ਘਰ ਦਾ ਗੁਜ਼ਾਰਾ ਤੋਰਨਾ ਕੀਤਾ ਜੀ। ਰਹਤੇ ਥੇ ਲਾਹੌਰ ਮਝਾਰਾ। ਦੇਖੋ ਰਹਿੰਦੇ ਤਾਂ ਇਹ ਲਾਹੌਰ ਦੇ ਸ਼ਹਿਰ ਵਿੱਚ ਹੀ ਸਨ। ਤੁਰਕ ਉਸੇ ਖਾਲਸੇ ਵੱਲ ਤੋਰੈ। ਦੇਖੋ ਤੁਰਕਾਂ ਨੇ ਜਿਹੜਾ ਹੈ ਉਸੇ ਖਾਲਸੇ ਵੱਲ ਤੋਰੈ। ਕਹਿੰਦੇ ਜਦੋਂ ਉਹ ਸਮਾਂ ਆਇਆ
ਕਿ ਜਿਹਦਾ ਸੰਮਦ ਖਾਨ ਸੀਗਾ ਨਵਾਬ ਲਾਹੌਰ ਦਾ, ਉਹ ਜਦੋਂ ਮਰਿਆ 1726 ਦੇ ਵਿੱਚ, ਉਸ ਦਾ ਜਿਹੜਾ ਅੱਗੇ ਲੜਕਾ ਸੀਗਾ ਖਾਨ ਬਹਾਦਰ, ਜਿਹਦਾ ਟਾਈਟਲ ਸੀਗਾ ਜ਼ਕਰਿਆ ਖਾਨ ਦਾ, ਤੇ ਇਹਨੂੰ ਨਵਾਬ ਬਣਾਇਆ 1726 1726 ਜਿਹੜਾ ਹੈ CE ਸਾਲ ਹੈ। ਤੇ 1733 ਦੇ ਵਿੱਚ 1733 ਤੱਕ ਕਹਿੰਦੇ ਜ਼ਕਰਿਆ ਖਾਨ ਜਿਹੜਾ ਸੀਗਾ ਇਹ ਸਿੱਖਾਂ ਨਾਲ ਲੜਦਾ ਰਿਹਾ, ਤੇ ਇਹਦਾ ਜਿੰਨਾ ਵੀ ਟੈਕਸ ਆਇਆ ਕਰਦਾ ਸੀਗਾ, ਇਹ ਟੈਕਸ ਜਿਹੜਾ ਹੈ ਜਦੋਂ ਇਹ ਟੈਕਸ ਟਰਾਂਸਪੋਰਟ ਹੁੰਦਾ ਸੀ ਇੱਕ ਥਾਂ ਤੋਂ ਦੂਜੇ ਥਾਂ, ਰਸਤੇ ਦੇ ਵਿੱਚ ਸਿੱਖਾਂ ਨੇ ਉਹ ਜਿਹੜਾ ਹੈ ਟੈਕਸ ਲੁੱਟਿਆ ਕਰਦੇ ਸਨ, ਤੇ ਇਹ ਟੈਕਸ ਨੂੰ ਲੁੱਟ ਕਰਕੇ ਸਿੱਖਾਂ ਨੇ ਜਿਹੜਾ ਹੈ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਵਰਤਿਆ ਕਰਦੇ ਸਨ। ਸੋ ਇਸ ਤਰ੍ਹਾਂ ਕਰਦਿਆਂ ਹੋਇਆਂ ਤੇ ਇਹਨਾਂ ਦਾ ਜਿਹੜਾ ਹੈ ਸਮਾਂ ਜਿਹੜਾ ਹੈ ਗੁਜ਼ਰਦਾ ਗਿਆ, ਇਹਨੂੰ ਬਹੁਤ ਹੀ ਘਾਟਾ ਪੈਣ ਲੱਗਾ, ਕਿਉਂ ਸਿੱਖਾਂ ਦੇ ਨਾਲ ਇਹਨੇ ਵੈਰ ਕਮਾ ਕੇ ਬਹੁਤ ਸਾਰਾ ਜਿਹੜਾ ਹੈ ਇਸਨੇ ਜਿਹੜਾ ਹੈ ਘਾਟਾ ਖਾਧਾ। ਸੋ ਜ਼ਕਰਿਆ ਖਾਨ ਨੇ ਉਸ ਵੇਲੇ ਸੋਚਿਆ ਕਿ ਸਿੱਖਾਂ ਦੇ ਨਾਲ ਜਿਹੜਾ ਹੈ ਸਮਝੌਤਾ ਹੀ ਕੀਤਾ ਜਾਵੇ, ਜੇ ਸਮਝੌਤਾ ਨਹੀਂ ਹੁੰਦਾ ਤਾਂ ਕਹਿੰਦੇ ਵੀ ਉਹਨੂੰ ਘਾਟਾ ਇਹ ਪੈਂਦਾ ਹੀ ਰਹਿਣਾ ਹੈ। ਇਸ ਕਰਕੇ ਉਹਨੇ ਭਾਈ ਸੁਬੇਗ ਸਿੰਘ ਜੀ ਦੇ ਨਾਲ ਜਿਹੜਾ ਹੈ ਉਹਨੇ ਗੱਲਬਾਤ ਕੀਤੀ। 1733 ਦੇ ਵਿੱਚ 1733 ਦੇ ਵਿੱਚ ਇਹਨੇ ਭਾਈ ਸੁਬੇਗ ਸਿੰਘ ਨੂੰ ਜਿਹਨੂੰ ਸਦਕੇ ਕਿਹਾ, ਕਹਿੰਦੇ ਮੈਂ ਕੁਝ ਕੁ ਪਿੰਡਾਂ ਦਾ ਜਿਹੜਾ ਹੈ ਟੈਕਸ ਜਿਹੜਾ ਹੈ ਮੈਂ ਸਿੱਖਾਂ ਨੂੰ ਦੇ ਦਿਆ ਕਰਾਂਗਾ, ਜੋ ਲੱਖਾਂ ਤੋਂ ਵੱਧ ਹੈ ਕਹਿੰਦੇ 1 ਲੱਖ ਮੈਂ ਨਗਦ ਦਿਆ ਕਰਾਂਗਾ, ਬਾਕੀ ਉਹ ਟੈਕਸ ਜਿਹੜਾ ਹਨ 2-3 ਪਿੰਡਾਂ ਦਾ ਜਾਂ ਏਰੀਅਰ ਦਾ ਜਿਹੜਾ ਜ਼ੋਨ ਦਾ ਏਰੀਅਰ ਹੈ ਉਹਦੇ ਵਿੱਚੋਂ ਟੈਕਸ ਲਿਆ ਕਰਨ। ਤੇ ਤੀਜੀ ਗੱਲ ਉਹਨੇ ਕਿਹਾ ਕਿ ਸਿੱਖਾਂ ਨੂੰ ਮੈਂ ਨਵਾਬੀ ਦਿੰਦਾ ਹਾਂ, ਜਿਵੇਂ ਅੱਜ ਕੱਲ੍ਹ ਰਾਇਲ ਟਾਈਟਲਸ ਮਿਲਦੇ ਨੇ ਜਾਂ ਗਵਰਨਮੈਂਟ ਟਾਈਟਲਸ ਮਿਲਦੇ ਨੇ, ਕਹਿੰਦੇ ਉਹ ਨਵਾਬੀ ਮੈਂ ਉਹਨਾਂ ਨੂੰ ਦਿਆਂਗਾ। ਸੋ ਇਸ ਤਰ੍ਹਾਂ ਕਰਕੇ ਭਾਈ ਸੁਬੇਗ ਸਿੰਘ ਜੀ ਨੂੰ ਉਹਨੇ ਖਾਲਸੇ ਵੱਲ ਤੋਰਿਆ। ਸੋ ਖਾਲਸੇ ਵੱਲ ਜਦੋਂ ਤੋਰਨਾ ਕੀਤਾ ਤੇ ਖਾਲਸੇ ਨੂੰ ਜਾ ਕੇ ਭਾਈ ਸੁਬੇਗ ਸਿੰਘ ਨੇ ਇਹ ਸਾਰੀ ਗੱਲ ਦੱਸੀ। ਖਾਲਸੇ ਨੇ ਪ੍ਰਵਾਨਨਾ ਕੀਤੀ, ਕਹਿੰਦੇ ਭਾਈ ਸੁਬੇਗ ਸਿੰਘ ਤੂੰ ਉਹ ਮੁਗਲਾਂ ਨਾਲ ਕੰਮ ਕਰਦਾ ਹਾਂ ਤੇ ਉਹਨਾਂ ਦੇ ਠੇਕੇ ਤੂੰ ਲੈਂਦਾ ਹਾਂ ਜਿਹੜੇ ਸਿੱਖਾਂ ਦੇ ਵੈਰੀ ਹਨ। ਤੇ ਭਾਈ ਸੁਬੇਗ ਸਿੰਘ ਨੇ ਬੜਾ ਸਮਝਾਇਆ, ਪਰ ਜਿਹੜੇ ਹਨ ਪੰਚ ਖਾਲਸਾ ਜਾਂ ਪੰਜ ਪਿਆਰਿਆਂ ਨੇ ਇਹ ਫੈਸਲਾ ਕੀਤਾ ਕਿ ਭਾਈ ਸੁਬੇਗ ਸਿੰਘ ਤੈਨੂੰ ਤਨਖਾਹੀਆ ਦਾ ਕਰਾਰ ਦਿੰਦੇ ਹਾਂ ਕਿ ਤੂੰ ਮੁਗਲਾਂ ਨਾਲ ਕੰਮ ਕਰਦਾ ਹਾਂ। ਤਨਖਾਹ ਲਾ ਦਿੱਤੀ। ਭਾਈ ਸੁਬੇਗ ਸਿੰਘ ਨੇ ਉਸੇ ਵੇਲੇ ਜਾ ਕੇ ਜੋੜੇ ਝਾੜੇ, ਭਾਂਡੇ ਮਾਂਜੇ ਸੰਗਤਾਂ ਦੇ, ਤੇ ਫਿਰ ਜਾ ਕੇ ਅਰਦਾਸ ਕਰਾ ਕੇ ਕੜਾ ਪ੍ਰਸ਼ਾਦ ਕਰਾ ਕੇ ਪੰਜ ਪਿਆਰਿਆਂ ਦੇ ਪੇਸ਼ ਹੋਇਆ। ਤਾਂ ਉਦੋਂ ਫਿਰ ਉਹਨਾਂ ਨੇ ਥੋੜ੍ਹੀਆਂ ਜਿਹੀਆਂ ਸ਼ਰਤਾਂ ਜਿਹੜਾ ਹਨ ਆਪਣੀਆਂ ਮਨਜ਼ੂਰ ਕਰਾ ਕੇ ਭਾਈ ਸੁਬੇਗ ਸਿੰਘ ਦੀ ਗੱਲ ਮੰਨ ਲਈ। ਤੇ ਭਾਈ ਸੁਬੇਗ ਸਿੰਘ ਨੇ ਆ ਕੇ ਜ਼ਕਰਿਆ ਖਾਨ ਨੂੰ ਇਹ ਗੱਲ ਦੱਸ ਦਿੱਤੀ। ਜ਼ਕਰਿਆ ਖਾਨ ਬੜਾ ਖੁਸ਼ ਹੋਇਆ ਭਾਈ ਸੁਬੇਗ ਸਿੰਘ ਦੀ ਚਤਰਾਈ ਤੇ, ਵੀ ਉਹਨਾਂ ਨੇ ਸਿੱਖਾਂ ਨੂੰ ਕਨਵਿੰਸ ਕਰ ਲਿਆ। ਤੇ ਭਾਈ ਸੁਬੇਗ ਸਿੰਘ ਨੇ ਵੀ ਸਿੱਖਾਂ ਦਾ ਭਲਾ ਹੀ ਜਾਣਿਆ, ਵੀ ਜਿਹਦੇ ਵਿੱਚ ਸਿੱਖਾਂ ਦਾ ਭਲਾ ਹੋਵੇ, ਸਿੱਖਾਂ ਦੀ ਗਵਰਨੈਂਸ ਜਿਹੜੀ ਹੈ ਇਹ ਮੁੜ ਕੇ ਫੇਰ ਤਕੜੀ ਹੋਵੇ। ਤੇ ਇਸ ਤਰ੍ਹਾਂ ਕਰਕੇ ਜਦੋਂ ਇਹ ਜ਼ਕਰਿਆ ਖਾਨ ਨੇ ਜਦੋਂ ਮਾਮਲਾ ਦੇਣ ਲੱਗ ਪਿਆ, ਉਸ ਤੋਂ ਬਾਅਦ ਜਿਹੜਾ ਹੈ ਇਹ ਵਿਗੜਨਾ ਸ਼ੁਰੂ ਹੋ ਗਿਆ। ਸੋ ਉਹ ਸਮਾਂ ਜਿਹੜਾ ਸੀਗਾ ਉਸ ਸਮੇਂ ਤੱਕ ਤਾਂ ਭਾਈ ਸੁਬੇਗ ਸਿੰਘ ਜੀ ਦਾ ਕੰਮ ਕਾਫੀ ਠੀਕ ਹੋਇਆ ਜ਼ਕਰਿਆ ਖਾਨ ਦੇ ਨਾਲ, ਤੇ ਇਹ ਇੱਕ ਮੀਡੀਅਮ ਬਣ ਗਿਆ ਕਮਿਊਨੀਕੇਸ਼ਨ ਦਾ, ਜਿਹੜਾ ਹਨ ਗੱਲਬਾਤ ਕਰਨ ਦਾ ਸਿੱਖਾਂ ਦੇ ਨਾਲ। ਕੋਈ ਵੀ ਗੱਲਬਾਤ ਹੁੰਦੀ ਸੀ ਗਵਰਨਮੈਂਟ ਦੀ, ਭਾਈ ਸੁਬੇਗ ਸਿੰਘ ਰਾਹੀਂ ਹੋ ਜਾਇਆ ਕਰਦੇ ਸਨ ਸਿੱਖਾਂ ਵੱਲ। ਸੋ ਇਸ ਤਰ੍ਹਾਂ ਕਰਕੇ ਜ਼ਕਰਿਆ ਖਾਨ ਦਾ ਵੀ ਕੰਮ ਠੀਕ ਹੋ ਗਿਆ, ਤੇ ਇਧਰੋਂ ਜਿਹੜੇ ਸਿੱਖਾਂ ਨੂੰ ਵੀ ਥੋੜ੍ਹੀ ਬਹੁਤੀ ਮਾਇਆ ਆਉਣ ਲੱਗ ਪਈ, ਤੇ ਨਵਾਬੀ ਜਿਹੜੀ ਸੀ ਉਹ ਵੀ ਨਵਾਬ ਕਪੂਰ ਸਿੰਘ ਨੂੰ ਜਿਹੜਾ ਹਨ ਦਵਾ ਦਿੱਤੀ। ਤੋ ਇਸ ਤਰ੍ਹਾਂ ਕਰਕੇ ਜਿਹੜਾ ਇੱਥੋਂ ਸਾਕੀ ਫਿਰ ਅੱਗੇ ਸ਼ੁਰੂ ਹੁੰਦੀ ਹੈ। ਖਾਲਸਾ ਭੀ ਤਿਸ ਕੋ ਭਲ ਲੋਰੈ। ਦੇਖੋ ਕਹਿੰਦੇ ਖਾਲਸੇ ਨੇ ਵੀ ਭਲਾ ਹੀ ਲੋੜਿਆ, ਵੀ ਚਲੋ ਭਾਈ ਸੁਬੇਗ ਸਿੰਘ ਤੂੰ ਜੋ ਜਿਹੜਾ ਕਾਰਜ ਲੈ ਕੇ ਆਇਆ ਠੀਕ ਹੀ ਹੈ, ਤੇ ਉਹਨਾਂ ਨੇ ਵੀ ਮੰਨ ਲਈ ਜੀ ਗੱਲ। ਕੋਈ ਤੁਰਕਨ ਪਰੈ ਜ਼ਰੂਰੀ ਕਾਮ। ਦੇਖੋ ਕੋਈ ਵੀ ਤੁਰਕਾਂ ਦਾ ਜ਼ਰੂਰੀ ਕੰਮ ਹੋਵੇ ਤਾਂ ਉਸ ਭੇਜੈ ਕਰ ਕਰ ਸਲਾਮ। ਤੇ ਭਾਈ ਸੁਬੇਗ ਸਿੰਘ ਨੂੰ ਸਿੱਖਾਂ ਵੱਲ ਖਾਲਸੇ ਵੱਲ ਭੇਜਦੇ ਹਨ ਤੇ ਆਪਣੀਆਂ ਸਲਾਮਾਂ ਕਰਾਉਂਦੇ ਹਨ, ਕਹਿੰਦੇ ਵੀ ਸਾਡੀ ਸਲਾਮ ਕਿਉਂ, ਜਾ ਕੇ ਉਹਨਾਂ ਨੂੰ ਝੁੱਕ ਕੇ ਜਾ ਕੇ ਬੇਨਤੀ ਕਰਿਓ ਖਾਲਸੇ ਨੂੰ। ਇਸ ਤਰ੍ਹਾਂ ਕਰਕੇ ਮੁਗਲ ਜਿਹੜੇ ਸਨ ਜ਼ਕਰਿਆ ਖਾਨ ਵਰਗੇ ਵੀ ਡਰਦੇ ਸਨ ਸਿੱਖਾਂ ਤੋਂ ਉਸ ਵੇਲੇ। ਬਹੁਤ ਬਾਰ ਸਿੰਘਨ ਪੈ ਆਇਓ। ਦੇਖੋ ਬਹੁਤ ਵਾਰੀ ਐਸਾ ਜਿਹੜਾ ਹੈ ਮੌਕਾ ਬਣਿਆ, ਕੰਮ ਹੋਇਆ, ਜਿਹਦੇ ਕਰਕੇ ਜ਼ਕਰਿਆ ਖਾਨ ਨੇ
ਸੋ ਭਾਈ ਸੁਬੇਗ ਸਿੰਘ ਨੂੰ ਸਿੱਖਾਂ ਵੱਲ ਖਾਲਸੇ ਵੱਲ ਭੇਜਣਾ ਕੀਤਾ ਤੇ ਆਪਣੇ ਕੰਮ ਕਰਵਾਉਣਾ ਕੀਤੇ। ਸੋ ਸਿੰਘਨ ਕੰਮ ਨਹਿ ਚਾਹੇ ਗਵਾਇਓ। ਦੇਖੋ ਕਹਿੰਦੇ ਸੋ ਸਿੰਘਨ ਕੰਮ ਨਹਿ ਚਾਹੇ ਗਵਾਇਓ। ਭਾਈ ਸੁਬੇਗ ਸਿੰਘ ਜਿਹੜੇ ਹਨ ਜੋ ਵੀ ਗੱਲਬਾਤ ਕਰਦੇ ਸਨ ਸਿੱਖਾਂ ਦੇ ਫਾਇਦੇ ਦੀ ਉਹ ਕਰਦੇ ਸਨ, ਕਿਤੇ ਨਹੀਂ ਚਾਹੁੰਦੇ ਸਨ ਕਿ ਸਿੱਖਾਂ ਨੂੰ ਕਿਸੇ ਪਾਸੇ ਦਾ ਵੀ ਕੋਈ ਘਾਟਾ ਪਵੇ ਜਾਂ ਸਿੱਖਾਂ ਨਾਲ ਕੋਈ ਧੱਕਾ ਹੋਵੇ ਜਾਂ ਸਿੱਖਾਂ ਨਾਲ ਕੋਈ ਜਿਹੜਾ ਹਨ ਕੋਈ ਐਸਾ ਜਿਹੜਾ ਕੰਮ ਹੋਵੇ ਜਿਹਦੇ ਕਰਕੇ ਸਿੱਖਾਂ ਦੇ ਲੌਂਗ ਰਨ ਦੇ ਵਿੱਚ ਆਉਂਦੇ ਸਮੇਂ ਤੱਕ ਉਹਨਾਂ ਨੂੰ ਦੁੱਖ ਹੋਵੇ। ਕਿਤ ਘੂਰਨ ਕਿਤ ਮਤਲਬ ਗਰੀਬੀ। ਦੇਖੋ ਕਹਿੰਦੇ ਕਿਤੇ ਉਹ ਘੂਰਦੇ ਸਨ, ਕਿਤੇ ਆਪਣੇ ਮਤਲਬ ਵਾਸਤੇ ਗਰੀਬੀ ਨੂੰ ਧਾਰਨ ਕਰ ਲੈਂਦੇ ਸਨ। ਮੁਗਲ ਜਿਹੜੇ ਬੰਦੇ ਸਨ ਐਸੇ ਹਨ, ਬਹੁਤ ਮਤਲਬੀ ਸਨ, ਆਪਣਾ ਮਤਲਬ ਹੀ ਕੱਢਿਆ ਕਰਦੇ ਸਨ। ਇਸ ਕਰਕੇ ਭਾਈ ਸੁਬੇਗ ਸਿੰਘ ਖਾਲਸੇ ਨੂੰ ਚੰਗੀ ਸਲਾਹ ਦਿਆ ਕਰਦੇ ਸਨ ਜਾ ਕੇ ਵੀ ਇਹਦੇ 'ਚ ਤੁਹਾਨੂੰ ਘਾਟਾ ਹੈ, ਇਹਦੇ ਵਿੱਚ ਤੁਹਾਨੂੰ ਫਾਇਦਾ ਹੈ। ਕਿਤ ਬਲ ਕਰ ਕਿਤ ਛਲ ਕਰ ਲੀਬੀ। ਦੇਖੋ ਕਹਿੰਦੇ ਤੁਰਕਾਂ ਦਾ ਤਾਂ ਹਿਸਾਬ ਇਹੀ ਹੈ, ਕਿਤੇ ਤਾਂ ਜਿਹੜਾ ਹਨ ਜੇ ਖਾਲਸਾ ਨਹੀਂ ਮੰਨਦਾ ਤਾਂ ਆਪਣਾ ਬਲ, ਆਪਣਾ ਸਟਰੈਂਗ, ਆਪਣਾ ਪਾਵਰ ਜਨਾ ਕੇ ਆਪਣਾ ਜਿਹੜੀ ਤਾਕਤ ਦਿਖਾ ਕੇ ਕੰਮ ਕਰਾ ਲੈਂਦੇ ਸਨ ਤੇ ਜੇ ਕਿਤੇ ਉਹ ਵੀ ਨਾ ਹੋਵੇ ਤਾਂ ਧੋਖਾ ਕਰ ਲੈਂਦੇ ਸਨ ਵਿੱਚੋਂ। ਸੋ ਇਸ ਕਰਕੇ ਜਿਹੜਾ ਹੈ ਸਿੱਖਾਂ ਨੂੰ ਸਿਰਫ ਭਰੋਸਾ ਭਾਈ ਸੁਬੇਗ ਸਿੰਘ ਤੇ ਸੀਗਾ। ਜਿਹੜਾ ਪ੍ਰਪੋਜ਼ਲ ਜਾਂ ਪ੍ਰੋਪੋਜੀਸ਼ਨ ਜਿਹੜਾ ਸੀਗਾ ਭਾਈ ਸੁਬੇਗ ਸਿੰਘ ਜੀ ਲੈ ਕੇ ਆਉਂਦੇ ਉਹੀ ਸਿੱਖ ਮੰਨਿਆ ਕਰਦੇ ਸਨ। ਸੋ ਸਭ ਦਏ ਖਾਲਸੇ ਭੇਤ। ਦੇਖੋ ਕਹਿੰਦੇ ਫਿਰ ਭਾਈ ਸੁਬੇਗ ਸਿੰਘ ਇਹ ਸਾਰੀਆਂ ਚਾਲ ਤਾਂ ਉਹਨਾਂ ਦਾ ਜਿਹੜਾ ਧੋਖਾ ਸੀ ਮੁਗਲਾਂ ਦਾ ਉਹ ਜਾ ਕੇ ਸਿੱਧੇ ਸ਼ਬਦਾਂ ਦੇ ਵਿੱਚ ਖਾਲਸੇ ਨੂੰ ਦੱਸ ਦਿਆ ਕਰਦੇ ਸਨ। ਤੋ ਪੰਥ ਸੋ ਅਤ ਵੱਡ ਹੇਤ। ਦੇਖੋ ਕਹਿੰਦੇ ਕਿਉਂਕਿ ਭਾਈ ਸੁਬੇਗ ਸਿੰਘ ਨੂੰ ਬਹੁਤ ਪਿਆਰ ਸੀ ਆਪਣੇ ਖਾਲਸੇ ਪੰਥ ਨਾਲ। ਉਹਨਾਂ ਦੀ ਪ੍ਰਾਇੋਰਟੀ ਕੀ ਹੋਇਆ ਕਰਦੀ ਸੀ ਵੀ ਖਾਲਸੇ ਪੰਥ ਨੂੰ ਮੈਂ ਚੜ੍ਹਦੀਆਂ ਕਲਾਂ ਵਿੱਚ ਦੇਖਣਾ ਚਾਹੁੰਦਾ ਹਾਂ, ਵੀ ਖਾਲਸਾ ਦੀ ਜਿਹੜੇ ਹਨ ਹਮੇਸ਼ਾ ਹੀ ਚੜ੍ਹਦੀ ਕਲਾ ਹੋਵੇ। ਪੰਥ ਖਾਤਰ ਤਨ ਮਨ ਧਨ ਲਾਵੈ। ਦੇਖੋ ਕਹਿੰਦੇ ਭਾਈ ਸੁਬੇਗ ਸਿੰਘ ਜੀ ਦੀ ਭਾਵਨਾ ਵੱਲ ਦੱਸਦੇ ਹਨ। ਉਹਨਾਂ ਦੀ ਭਾਵਨਾ ਕੈਸੀ ਹੈ? ਕਹਿੰਦੇ ਉਹ ਚਾਹੁੰਦੇ ਸਨ ਕਿ ਮੇਰਾ ਜਿਹੜਾ ਸਰੀਰ ਹੈ, ਮੇਰਾ ਧਨ ਹੈ, ਇਹ ਸਾਰਾ ਜਿਹੜਾ ਮੇਰਾ ਮਨ ਹੈ, ਇਹ ਸਾਰੇ ਦਾ ਸਾਰਾ ਮੇਰੇ ਪੰਥ ਦਾ ਹੈ। ਤੇ ਉਹ ਤਾਂ ਹਰ ਵੇਲੇ ਤਿਆਰ ਸਨ ਵਾਰਨ ਵਾਸਤੇ ਵੀ ਜਦੋਂ ਵੀ ਸਮਾਂ ਆਵੇ ਭਾਵੇਂ ਧਨ ਵਾਰਨਾ ਪਵੇ, ਭਾਵੇਂ ਜਿਹੜਾ ਹਨ ਆਪਣਾ ਵੈਲਥ, ਭਾਵੇਂ ਆਪਣੀ ਬਾਡੀ, ਭਾਵੇਂ ਆਪਣਾ ਮਾਈਂਡ, ਉਹ ਸਭ ਕੁਝ ਜਿਹੜੇ ਹਨ ਸੈਕਰੀਫਾਈਸ ਕਰਨਾ ਚਾਹੁੰਦੇ ਸਨ ਆਪਣੇ ਪੰਥ ਖਾਲਸੇ ਤੋਂ। ਲਹਿ ਪੁੱਤਰ ਪੋਤਰੇ ਕੋ ਹੇਤ ਰਖਾਵੈ। ਦੇਖੋ ਕਹਿੰਦੇ ਭਾਈ ਸੁਬੇਗ ਸਿੰਘ ਜੀ ਨੇ ਕਿਤੇ ਵੀ ਮੋਹ ਨਹੀਂ ਕੀਤਾ ਆਪਣੇ ਪੁੱਤਰ ਦਾ ਜਾਂ ਆਪਣੇ ਪੋਤਰੇ ਦਾ। ਉਹਨਾਂ ਨੂੰ ਤਾਂ ਇਹ ਭਾਵਨਾ ਸੀ ਜੇ ਕਿਤੇ ਲੋੜ ਪਵੇ ਤਾਂ ਜਿਹੜਾ ਹਨ ਜਿਵੇਂ ਜਿਹੜਾ ਹਨ ਆਪਣੇ ਗੁਰੂ ਸਾਹਿਬ ਜੀ ਨੇ ਆਪਣੇ ਜਿਹੜਾ ਹਨ ਪਰਿਵਾਰ ਵਾਰਿਆ ਹੈ, ਭਾਈ ਸੁਬੇਗ ਸਿੰਘ ਦੇ ਵਿੱਚ ਵੀ ਉਹੀ ਇੱਛਾ ਸੀਗੀ ਵੀ ਜੇ ਸਮਾਂ ਆਵੇ ਤਾਂ ਪਰਿਵਾਰ ਆਪਣੇ ਪੁੱਤਰ ਪੋਤਰਿਆਂ ਨੂੰ ਵੀ ਵਾਰਾਂਗੇ। ਦੋਹਰਾ ਸੁਬੇਗ ਸਿੰਘ ਜੰਬਰ ਹੁਤੋ ਜਪੀ ਤਪੀ ਹਠ ਧਾਰ। ਦੇਖੋ ਭਾਈ ਸੁਬੇਗ ਸਿੰਘ ਕੈਸੇ ਗੁਰਸਿੱਖ ਸਨ। ਕਹਿੰਦੇ ਉਹ ਜਿਹੜੇ ਹਨ ਜਪੀ ਸਨ, ਜਪ ਕਰਿਆ ਕਰਦੇ ਸਨ, ਨਿਤਨੇਮ ਕਰਿਆ ਕਰਦੇ ਸਨ, ਪੱਕੇ ਸਨ ਆਪਣੇ ਨਿਤਨੇਮ ਦੇ ਵਿੱਚ, ਸਿਮਰਨ ਕਰਿਆ ਕਰਦੇ ਸਨ। ਉਹ ਤਪੀ ਸਨ, ਬੜੀ ਸੇਵਾ ਘਾਲਣਾ ਕਰਿਆ ਕਰਦੇ ਸਨ ਤੇ ਸਿੱਖੀ ਵੱਲ ਤਾਂ ਉਹਨਾਂ ਨੇ ਇੰਨਾ ਹੱਠ ਰੱਖਿਆ ਭਾਵੇਂ ਮੁਗਲ ਦੇ ਦਰਬਾਰ ਵਿੱਚ ਉਹ ਬੈਠਿਆ ਕਰਦਾ ਸੀਗਾ, ਵੱਡੇ ਨਵਾਬਾਂ ਨਾਲ ਉਹਨਾਂ ਦੀ ਗੱਲਬਾਤ ਸੀ, ਪਰ ਆਪਣੇ ਪੰਜ ਕਕਾਰ ਹਮੇਸ਼ਾ ਹੀ ਆਪਣੇ ਨਾਲ ਰੱਖਿਆ ਕਰਦੇ ਸਨ। ਉਹਨਾਂ ਨੇ ਕਿਤੇ ਵੀ ਪਾਸੇ ਨਹੀਂ ਕੀਤੇ ਤੇ ਆਪਣਾ ਦਸਤਾਰਾ ਸਜਾਇਆ ਕਰਦੇ ਸਨ, ਦਾੜਾ ਪ੍ਰਕਾਸ਼ ਕਰਿਆ ਕਰਦੇ ਸਨ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹਨ ਉਹ ਜਪੀ ਤਪੀ ਤੇ ਹਟੀ ਸਿੰਘ ਸਨ ਭਾਈ ਸੁਬੇਗ ਸਿੰਘ ਜੀ। ਜੈਸੇ ਕੀਨੀ ਤੁਰਕ ਨੇ 100 ਅਬ ਸੁਨੋ ਵਿਚਾਰ। ਪਰ ਹੁਣ ਅੱਗੇ ਸੁਣੋ, ਤੁਰਕਾਂ ਨੇ ਅੱਗੇ ਭਾਈ ਸੁਬੇਗ ਸਿੰਘ ਜੀ ਤੇ ਉਹਦੇ ਪਰਿਵਾਰ ਨਾਲ ਕੀ ਕੀਤਾ, ਕਿੰਨਾ ਦੱਗਾ ਧੋਖਾ ਉਹਨਾਂ ਨੇ ਕੀਤਾ। ਤੇ ਇੱਥੇ ਹੁਣ ਜਿਹੜੀ ਹੈ ਸਾਖੀ ਇਹ ਆਉਂਦੀ ਹੈ ਕਿ ਭਾਈ ਸ਼ਾਹਬਾਜ਼ ਸਿੰਘ ਜੋ ਭਾਈ ਸੁਬੇਗ ਸਿੰਘ ਜੀ ਦੇ ਪੁੱਤਰ ਸਨ, ਉਹਨਾਂ ਦੀ ਉਮਰ 18 ਸਾਲ ਦੀ ਸੀਗੀ ਤੇ ਸਾਰੀ ਉਮਰ ਜਿਹੜੀ ਸੀਗੀ ਭਾਈ ਸੁਬੇਗ ਸਿੰਘ ਜੀ ਨੇ ਉਹਨਾਂ ਨੂੰ ਬੜੀ ਪੜ੍ਹਾਈ ਕਰਾਈ, ਅਰਬਿਕ ਸਿਖਾਈ, ਫਾਰਸੀ ਸਿਖਾਈ, ਗੁਰਮੁਖੀ ਸਿਖਾਈ, ਜਿੰਨੀਆਂ ਵੀ ਭਾਸ਼ਾਵਾਂ ਸਨ ਉਸ ਸਮੇਂ ਦੀਆਂ ਸਾਰੀਆਂ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਸਿਖਾਈਆਂ। ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਕਚਹਿਰੀ ਵਾਲਾ ਕੰਮ ਵੀ ਸਿਖਾਇਆ, ਲਾਅ ਵੀ ਉਹਨੂੰ ਸਿਖਾਇਆ। ਤੇ ਭਾਈ ਸ਼ਾਹਬਾਜ਼ ਸਿੰਘ ਇੰਨੇ ਹੁਸ਼ਿਆਰ ਸਨ ਤੇ ਉਹ ਭਾਈ ਸੁਬੇਗ ਸਿੰਘ ਨਾਲੋਂ ਵੀ ਜ਼ਿਆਦਾ ਇੰਟੈਲੀਜੈਂਟ ਸਨ। ਉਹ ਬਹੁਤ ਚਤਰ ਸਨ, ਜੋ ਵੀ ਉਹਨਾਂ ਨੂੰ ਕੰਮ ਕਹਿ ਦਈਏ ਉਹਨਾਂ ਨੇ ਅੱਗੋਂ ਹੀ ਉਹ ਕੰਮ ਕਰ ਦਿੰਦੇ ਸਨ। ਤੇ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਜਿਹੜਾ ਸਰੀਰ ਸੀਗਾ, ਉਹਨਾਂ ਦਾ ਚਿਹਰਾ ਜਿਹੜਾ ਸੀ ਦਗਦਗ ਕਰਦਾ ਸੀਗਾ। ਬੜੇ ਸੁੰਦਰ ਸਨ ਦੇਖਣ ਨੂੰ, ਗੋਰੇ ਸਨ, ਲੰਮੇ ਸਨ, ਤਗੜੇ ਸਨ, ਜਵਾਨੀ ਉਹਨਾਂ 'ਤੇ ਬਹੁਤ ਫੱਬਦੀ ਸੀਗੀ, ਬੜੇ ਸੋਹਣੇ ਸਨ। ਉਹ ਜੋ ਵੀ ਇੱਕ ਵਾਰੀ ਉਹਨਾਂ ਨੂੰ ਦੇਖ ਲੈਂਦਾ ਸੀ ਨਾ, ਦੇਖਦਾ ਹੀ ਰਹਿ ਜਾਂਦਾ ਸੀ। ਉਹ ਬਹੁਤ ਸੁੰਦਰ ਸਨ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਨੂੰ ਜਿਹੜਾ ਹਨ ਕੁਝ ਕੁ ਪੜ੍ਹਾਈ ਵਾਸਤੇ, ਅਰਬਿਕ ਪੜ੍ਹਾਈ ਵਾਸਤੇ ਉਹਨਾਂ ਨੇ ਜਿਹੜਾ ਹਨ ਭਾਈ ਸੁਬੇਗ ਸਿੰਘ ਨੇ ਇੱਕ ਕਾਜੀ ਕੋਲ ਭੇਜਿਆ। ਕਾਜੀ ਕਹਿੰਦਾ ਤੂੰ ਮੇਰੇ ਘਰ ਆ ਕੇ ਸਿੱਖ ਲਿਆ ਕਰ। ਉਹ ਕਾਜੀ ਨੇ ਆਪਣੇ ਘਰ ਨੂੰ ਲੈ ਗਿਆ।
ਘਰ ਤੇ ਜਿਹੜਾ ਹਨ ਉਹਨਾਂ ਦੀਆਂ ਕਲਾਸਾਂ ਜਿਹੜਾ ਮਦਰਾਸਾ ਤੋਂ ਆਪਣੇ ਘਰ ਲੈ ਗਿਆ। ਕਹਿੰਦਾ ਮੈਂ ਤੈਨੂੰ ਉੱਥੇ ਪੜ੍ਹਾਇਆ ਕਰਾਂਗਾ, ਕਿਉਂਕਿ ਕਹਿੰਦਾ ਦੂਜੇ ਮੁਸਲਮਾਨਾਂ ਨਾਲ ਨਹੀਂ ਮੈਂ ਤੈਨੂੰ ਪੜ੍ਹਾਉਣਾ, ਮੈਂ ਤੈਨੂੰ ਵੱਖਰਾ ਕਰਕੇ ਪੜ੍ਹਾਵਾਂਗਾ ਕਿਉਂਕਿ ਤੂੰ ਮੁਸਲਮਾਨ ਨਹੀਂ ਹੈ। ਤਾਂ ਉਹ ਕਾਜੀ ਦੀ ਇੱਕ ਲੜਕੀ ਸੀਗੀ ਤੇ ਉਹ ਲੜਕੀ ਜਵਾਨ ਸੀਗੀ। ਕਾਜੀ ਦੇ ਮਨ ਵਿੱਚ ਆਇਆ ਵੀ ਦੇਖੋ ਇਹ ਗੁਰਸਿੱਖ ਜਿਹੜਾ ਬੜਾ ਸੁੰਦਰ ਹੈ, ਬੜਾ ਸੋਹਣਾ ਲੱਗਦਾ ਹੈ ਤੇ ਹੁਸ਼ਿਆਰ ਵੀ ਬਹੁਤ ਹੈ, ਇੰਟੈਲੀਜੈਂਟ ਵੀ ਹੈ। ਤੇ ਕਹਿੰਦੇ ਉਹਦਾ ਮਨ ਵਿੱਚ ਆਇਆ ਵੀ ਮੈਂ ਇਹ ਭਾਈ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਾ ਕੇ ਆਪਣੀ ਲੜਕੀ ਦੇ ਨਾਲ ਇਹਦਾ ਨਿਕਾਹ ਕਰਾ ਦੇਵਾਂ, ਵਿਆਹ ਕਰਾ ਦਿੰਦਾ ਹਾਂ। ਤੇ ਇਹ ਸੋਚਣੀ ਨੂੰ ਲੈ ਕੇ ਉਹਨੇ ਭਾਈ ਸ਼ਾਹਬਾਜ਼ ਸਿੰਘ ਨਾਲ ਕਈ ਵਾਰੀ ਜਿਹੜਾ ਹਨ ਜਦੋਂ ਪੜ੍ਹਾਉਂਦੇ ਸਨ ਇਹ ਗੱਲ ਛੇੜੀ। ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਭਾਈ ਦੇਖ ਕਾਜੀ, ਤੈਨੂੰ ਆਪਣਾ ਧਰਮ ਪਿਆਰਾ, ਮੈਨੂੰ ਆਪਣਾ ਧਰਮ ਪਿਆਰਾ ਹੈ। ਕਹਿੰਦੇ ਇਹ ਧਰਮ ਮੇਰੇ ਜਨਮ ਤੋਂ ਮੈਨੂੰ ਮਿਲਿਆ ਹੈ, ਮੇਰੇ ਮਾਪਿਆਂ ਨੇ, ਮੇਰੇ ਦਾਦੇ ਨੇ ਇਹੀ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪ੍ਰਾਪਤ ਕੀਤਾ ਹੈ ਤੇ ਇਹ ਧਰਮ ਦੇ ਵਿੱਚ ਹੀ ਅਸੀਂ ਰਹਿਣਾ ਹੈ। ਇਹ ਧਰਮ ਤੋਂ ਕਿਤੇ ਵੀ ਅਸੀਂ ਦੂਰ ਨਹੀਂ ਹੋ ਸਕਦੇ। ਜਾਨ ਤਾਂ ਦੇ ਸਕਦੇ ਹਾਂ ਪਰ ਧਰਮ ਨਹੀਂ ਕੁਰਬਾਨ ਕਰ ਸਕਦੇ। ਕਹਿੰਦੇ ਇਸ ਕਰਕੇ ਕਹਿੰਦੇ ਕਾਜੀ ਨੂੰ ਬੜਾ ਜਿਹੜਾ ਹਨ ਹਲੀਮੀ ਦੇ ਨਾਲ, ਸਤਿਕਾਰ ਦੇ ਨਾਲ ਭਾਈ ਸ਼ਾਹਬਾਜ਼ ਸਿੰਘ ਜੀ ਕਹਿ ਦਿਆ ਕਰਦੇ ਸਨ। ਪਰ ਇਹ ਕਾਜੀ ਦੀ ਚਾਲ ਹਟੀ ਨਹੀਂ। ਇਹਨੇ ਫਿਰ ਹੌਲੀ ਹੌਲੀ ਕਰਦਾ ਹੋਇਆ ਜਦੋਂ ਦੇਖਿਆ ਭਾਈ ਸ਼ਾਹਬਾਜ਼ ਸਿੰਘ ਜੀ ਨਹੀਂ ਮੰਨਦੇ ਤਾਂ ਇਹਨਾਂ ਨੇ ਵਾਰਨਿੰਗ ਜਾਂ ਉਹ ਦੰਡ ਦੇਣ, ਛਲ ਕਰਨ ਦੇ ਤੱਕ ਆ ਗਿਆ। ਭਾਈ ਸ਼ਾਹਬਾਜ਼ ਨੂੰ ਕਹਿੰਦਾ ਭਾਈ ਤੂੰ ਸੁਣ ਲਾ, ਮੈਂ ਤੈਨੂੰ ਬੜੇ ਚਿਰ ਦਾ ਇਹ ਗੱਲ ਕਹਿਣਾ ਹਾਂ, ਜੇ ਤੂੰ ਨਹੀਂ ਮੁਸਲਮਾਨ ਬਣਨਾ ਤਾਂ ਮੈਂ ਤੇਰੀ ਸ਼ਿਕਾਇਤ ਕਰਕੇ ਤੈਨੂੰ ਅਰੈਸਟ ਕਰਾ ਦੇਣਾ ਹਾਂ, ਤੈਨੂੰ ਗ੍ਰਿਫਤਾਰ ਕਰਾ ਦੇਣਾ ਹੈ ਤੇ ਤੈਨੂੰ ਮੈਂ ਨਵਾਬ ਤੋਂ ਮਰਵਾ ਦੇਵਾਂਗਾ। ਮੈਂ ਤੇਰੇ ਤੇ ਝੂਠੀ ਕੇਸ ਪਾ ਦੇਣੀ ਹੈ ਕਿਉਂਕਿ ਉਸ ਵੇਲੇ ਕਾਜੀ ਜਿਹੜੇ ਸਨ ਇਹ ਇਹਨਾਂ ਦੀ ਬਹੁਤ ਮੰਨੀ ਜਾਂਦੀ ਸੀ ਮੁਗਲ ਦਰਬਾਰਾਂ ਦੇ ਵਿੱਚ। ਕਹਿੰਦਾ ਮੈਂ ਨਹੀਂ ਤੈਨੂੰ ਫਿਰ ਛੱਡਾਂਗਾ, ਸੋਚ ਲਾ। ਤੇ ਭਾਈ ਸ਼ਾਹਬਾਜ਼ ਨੇ ਸਿੱਧਾ ਹੀ ਕਹਿ ਦਿੱਤਾ ਕਾਜੀ ਇਹ ਸੋਚਣ ਵਾਲੀ ਕਿਹੜੀ ਗੱਲ ਹੈ, ਅਸੀਂ ਆਪਣਾ ਧਰਮ ਨਹੀਂ ਕਿਤੇ ਵੀ ਛੱਡਾਂਗੇ। ਜੋ ਪਰਮਾਤਮਾ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਆਪਣੇ ਸਾਹਿਬਜ਼ਾਦੇ, ਆਪਣਾ ਪਰਿਵਾਰ ਵਾਰ ਕੇ ਸਾਡੇ ਵਾਸਤੇ ਸਿੱਖੀ ਸਾਨੂੰ ਪ੍ਰਦਾਨ ਕੀਤੀ ਹੈ, ਸਾਨੂੰ ਇਹ ਸਿੱਖੀ ਬਖਸ਼ੀ ਹੈ, ਐਸੀ ਸਿੱਖੀ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ। ਤੇ ਇਹ ਗੱਲ ਸੁਣ ਕਰਕੇ ਕਾਜੀ ਨੂੰ ਗੁੱਸਾ ਚੜ ਗਿਆ। ਉਹਨੇ ਜਾ ਕੇ ਦਰਬਾਰ ਦੇ ਵਿੱਚ ਜਾ ਕੇ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਉਹਨੇ ਕੀ ਕੀਤੀ? ਕਹਿੰਦੇ ਇਹ ਸ਼ਾਹਬਾਜ਼ ਸਿੰਘ ਜਿਹੜਾ ਹੈ, ਕਹਿੰਦੇ ਇਹ ਤੌਹੀਨ ਕੀਤੀ ਹੈ, ਇਹਨੇ ਬੇਇੱਜ਼ਤੀ ਕੀਤੀ ਹੈ ਇਸਲਾਮ ਧਰਮ ਦੀ ਤੇ ਜਿਹੜਾ ਹਨ ਮੁਹੰਮਦ ਸਾਹਿਬ ਦੀ, ਕਹਿੰਦੇ ਇਹਨੇ ਜਿਹੜੀ ਹਨ ਬਹੁਤ ਬੇਇੱਜ਼ਤੀ ਕੀਤੀ ਹੈ, ਬਹੁਤ ਪੁੱਠਾ ਸਿੱਧਾ ਬੋਲਦਾ ਹੈ, ਇਹ ਕੁਰਾਨ ਦੇ ਬਾਰੇ ਵੀ ਨਿੰਦਿਆ ਕਰਦਾ ਹੈ। ਐਸੀਆਂ ਜਿਹੜੀਆਂ ਗੱਲਾਂ ਜਿਹੜੀਆਂ ਆਪਣੇ ਕੋਲੋਂ ਹੀ ਬਣਾ ਕੇ ਕਹਿ ਦਿੱਤੀਆਂ। ਤੋ ਇਸ ਕਰਕੇ ਉਸ ਤੋਂ ਬਾਅਦ ਕੀ ਹੋਇਆ? ਚੌਪਈ ਸੁਬੇਗ ਸਿੰਘ ਫੜ ਜੰਬਰੋਂ ਮੰਗਾਇਆ। ਦੇਖੋ ਭਾਈ ਸੁਬੇਗ ਸਿੰਘ ਜੀ ਨੂੰ ਉਸ ਵੇਲੇ ਪਕੜ ਕਰਕੇ, ਅਰੈਸਟ ਕਰਕੇ ਜਿਹੜਾ ਹਨ ਜੰਬਰੋਂ ਉਹਦੇ ਪਿੰਡ ਤੋਂ ਮੰਗਵਾ ਲਿਆ। ਜਿਹੜਾ ਹਨ ਨਵਾਬ ਜਿਹੜਾ ਸੀਗਾ ਖਾਨ ਬਹਾਦਰ ਜਾਂ ਜ਼ਕਰੀਆ ਖਾਨ ਜਿਹੜਾ ਸੀਗਾ, ਉਹਨੇ ਜਦੋਂ ਇਹ ਚੁਗਲੀ ਸੁਣੀ ਲਾਲ ਪੀਲਾ ਜਾ ਹੋ ਕੇ ਉਹਨੇ ਸੁਬੇਗ ਸਿੰਘ ਨੂੰ ਮੰਗਾ ਲਿਆ, ਫੜ ਲਿਆ ਜੀ, ਅਰੈਸਟ ਕਰਾ ਲਿਆ। ਤੇ ਨਾਲ ਫਿਰ ਇਸਕਾ ਬੇਟਾ ਸਾਥ ਫੜਾਇਆ ਤੇ ਨਾਲ ਭਾਈ ਸ਼ਾਹਬਾਜ਼ ਸਿੰਘ ਜੀ ਜੋ ਭਾਈ ਸੁਬੇਗ ਸਿੰਘ ਜੀ ਦਾ ਪੁੱਤਰ ਸੀਗਾ ਉਹਨੂੰ ਵੀ ਪਕੜ ਲਿਆ। ਦੋਨਾਂ ਨੂੰ ਪਕੜ ਕਰਕੇ ਲਾਹੌਰ ਦੀ ਕਚਹਿਰੀ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜੀ। ਕਹਿਓ ਨਵਾਬ ਤੁਮ ਆਵੋ ਦੀਨ। ਕਹਿਣ ਲੱਗੇ ਨਵਾਬ ਜਿਹੜਾ ਖਾਨ ਬਹਾਦਰ ਹੈ ਉਹ ਕਹਿੰਦਾ ਭਾਈ ਤੂੰ ਸਾਡੇ ਦੀਨ ਵਿੱਚ ਆ ਜਾ, ਤੂੰ ਸਾਡਾ ਇਸਲਾਮ ਧਰਮ ਨੂੰ ਕਬੂਲ ਕਰ ਲਾ, ਤੂੰ ਮੁਸਲਮਾਨ ਬਣ ਜਾ, ਸਿੱਖੀ ਨੂੰ ਛੱਡ ਦੇ ਹੁਣ। ਲੇਵੋ ਦਾਮ ਔ ਕਾਮ ਜ਼ਮੀਨ। ਦੇਖੋ ਕਹਿੰਦੇ ਭਾਈ ਸੁਬੇਗ ਸਿੰਘ ਤੂੰ ਬੜਾ ਜਿਹੜਾ ਹੈ ਸਿਆਣਾ ਹੈ, ਕਹਿੰਦੇ ਸਾਡੇ ਤੋਂ ਤੂੰ ਜਿੰਨੀ ਮਰਜ਼ੀ ਪੈਸਾ ਮਾਇਆ ਲੈਣੀ ਹੈ, ਵੈਲਥ ਲੈਣੀ ਹੈ, ਜਿਹੜਾ ਹਨ ਮਾਨੀਟਰੀ ਜਿੰਨੀ ਵੀ ਤੂੰ ਲੈਣੀ ਹੈ ਤੂੰ ਸਾਡੇ ਤੋਂ ਲੈ ਲਾ। ਦੂਜਾ ਕਹਿੰਦੇ ਤੂੰ ਜਿੰਨਾ ਤੂੰ ਕੰਟਰੈਕਟਰ ਵੀ ਹੈ, ਸਾਡਾ ਠੇਕੇਦਾਰ ਹੈ, ਤੂੰ ਜਿੰਨੇ ਵੱਡੇ ਵੱਡੇ ਕੰਟਰੈਕਟ ਲੈਣੇ ਆ ਉਹ ਵੀ ਸਾਤੋਂ ਲੈ ਲਾ, ਤੈਨੂੰ ਗਵਰਨਮੈਂਟ ਦੇ ਸਾਰੇ ਕੰਟਰੈਕਟ ਵੀ ਦੇ ਦੇਵਾਂਗੇ। ਤੀਜੀ ਗੱਲ ਕਹਿੰਦੇ ਤੈਨੂੰ ਜ਼ਮੀਨ ਦੇ ਦਿੰਦੇ ਹਾਂ, ਬਹੁਤ ਵੱਡੀ ਲੈਂਡ ਦੇ ਦਿੰਦੇ ਹਾਂ। ਇਹ ਤਿੰਨ ਚੀਜ਼ਾਂ ਉਹਨੇ ਦਿੱਤੀਆਂ, ਦਾਮ ਦਿੱਤਾ, ਕਾਮ ਦਿੱਤਾ ਤੇ ਜ਼ਮੀਨ ਦਿੱਤੀ। ਇਹ ਤਿੰਨ ਚੀਜ਼ਾਂ ਦਾ ਆਫਰ ਜਿਹੜਾ ਖੁੱਲ੍ਹਾ ਦਿੱਤਾ ਸੁਬੇਗ ਸਿੰਘ ਨੂੰ। ਕਹਿੰਦੇ ਤੂੰ ਆਹ ਫੜ, ਜਿੰਨੀ ਜ਼ਮੀਨ ਚਾਹੀਦੀ ਆ ਤੂੰ ਲੈ ਲਾ, ਜਿੰਨਾ ਤੈਨੂੰ ਪੈਸਾ ਚਾਹੀਦਾ ਉਹ ਵੀ ਲੈ ਲਾ ਤੇ ਜਿੰਨਾ ਤੈਨੂੰ ਕੰਟਰੈਕਟ ਚਾਹੀਦੇ ਨੇ ਉਹ ਵੀ ਲੈ ਲਾ। ਸੋ ਖੁੱਲ੍ਹੇ ਦਿਲ ਨਾਲ ਜ਼ਕਰੀਆ ਖਾਨ ਨੇ ਉਹਨੂੰ ਦਿੱਤਾ, ਕਿਉਂਕਿ ਭਾਈ ਸੁਬੇਗ ਸਿੰਘ ਨੂੰ ਉਸ ਵੇਲੇ ਜਿਹੜਾ ਹਨ ਗ੍ਰਿਫਤਾਰ ਕਰਨ ਤੋਂ ਪਹਿਲਾਂ ਇਹਨਾਂ ਨੇ ਮੈਜਿਸਟ੍ਰੇਟ ਬਣਾਤਾ ਸੀ, ਕੋਤਵਾਲ ਬਣਾਤਾ ਸੀਗਾ। ਸੋ ਪਹਿਲਾਂ ਤਾਂ ਲਾਇਰ ਸਨ, ਇਹਨੂੰ ਫਿਰ ਬਾਅਦ ਵਿੱਚ ਕੋਤਵਾਲ ਬਣਾਤਾ, ਨਾਲੇ ਇਹ ਐਡਵਾਈਜ਼ਰ ਸੀਗਾ ਜ਼ਕਰੀਆ ਨਵਾਬ ਦਾ।
ਤੋ ਇਉਂ ਕਰਕੇ ਜਿਹੜਾ ਇਹਦਾ ਰੁਤਬਾ ਬਹੁਤ ਵੱਡਾ ਸੀ ਉਸ ਸਮੇਂ ਦਾ, ਤੇ ਉਹ ਰੁਤਬੇ ਤੇ ਸਿਰਫ ਮੁਸਲਮਾਨ ਨੂੰ ਬਿਠਾਇਆ ਕਰਦੇ ਸਨ, ਜਿਹਦੇ ਰੁਤਬੇ ਦੇ ਉੱਤੇ, ਜਿਹੜੀ ਪੋਜੀਸ਼ਨ ਦੇ ਉੱਤੇ ਭਾਈ ਸੁਬੇਗ ਸਿੰਘ ਜੀ ਬੈਠੇ ਸਨ। ਨਹੀਂ ਤੋ ਮਰਨੋ ਕਰ ਮਨਜੂਰ। ਇਹ ਕਹਿੰਦੇ ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਤਾਂ ਮਰਨੇ ਵਾਸਤੇ ਤੂੰ ਤਿਆਰ ਹੋ ਜਾ, ਫਿਰ ਤੈਨੂੰ ਛੱਡਣਾ ਕੋਈ ਨਹੀਂ ਹੈਗਾ, ਤੈਨੂੰ ਸ਼ਹੀਦ ਕਰਾਂਗੇ। ਫਿਰ ਚੜੋ ਚਰਖ ਗਿਰ ਹੋਵੋ ਚੂਰ। ਦੇਖੋ ਕਹਿੰਦੇ ਸੁਬੇਗ ਸਿਆਂ ਇੱਕ ਗੱਲ ਯਾਦ ਰੱਖੀ, ਜਦੋਂ ਅਸੀਂ ਤੈਨੂੰ ਮਾਰਨਾ ਹੈ ਨਾ, ਕਹਿੰਦੇ ਅਸੀਂ ਸੌਖਾ ਨਹੀਂ ਮਾਰਾਂਗੇ, ਆਖਿਰ ਤੈਨੂੰ ਪਹਿਲਾਂ ਚੜਖੜੀਆਂ ਤੇ ਚੜਾਵਾਂਗੇ। ਉਹ ਵੀਲਸ ਹੁੰਦੇ ਨੇ, ਉਹ ਵੀਲਸ ਦੇ ਵਿੱਚ ਕੰਡੇ ਲੱਗੇ ਹੁੰਦੇ ਨੇ, 2 ਵੀਲਸ ਹੁੰਦੇ ਨੇ, ਕਹਿੰਦੇ ਉਹਦੇ ਵਿੱਚ ਦੀ ਤੈਨੂੰ ਲੰਘਾਵਾਂਗੇ ਤੇ ਹੌਲੀ ਹੌਲੀ ਮਾਰਾਂਗੇ। ਕਹਿੰਦੇ ਤੇਰੇ ਸਰੀਰ ਦਾ ਤੁੰਬਾ ਹੋਏਗਾ, ਪਰ ਹੌਲੀ ਹੌਲੀ ਹੋਵੇਗਾ, ਕਿਉਂਕਿ ਉਹ ਐਡਜਸਟਮੈਂਟ ਜਿਹੜਾ ਹੁੰਦਾ ਨਾ 2 ਵੀਲਸ ਦਾ, ਉਹ ਜਿਹੜਾ ਹਨ ਥੋੜਾ ਬਹੁਤਾ ਜ਼ਿਆਦਾ ਕਰਨਾ ਹੋਵੇ, ਥੋੜਾ ਕਰਨਾ ਹੋਵੇ, ਉਹਦਾ ਐਡਜਸਟਮੈਂਟ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਦੀ ਮਰਜ਼ੀ ਹੁੰਦੀ ਆ, ਚਾਹੇ ਬੰਦੇ ਨੂੰ ਚੜਖੜੀ ਤੇ ਚੜਾ ਕੇ ਇੱਕ ਵਾਰੀ ਉਹ ਮਾਰ ਦੇਣ, ਭਾਵੇਂ ਹੌਲੀ ਹੌਲੀ ਮਾਰਨ। ਤੇ ਇਉਂ ਕਹਿੰਦੇ ਅਸੀਂ ਤੈਨੂੰ ਚੜਖੜੀ ਤੇ ਚੜਾਵਾਂਗੇ। ਤੇ ਕਹਿੰਦੇ ਭਾਈ ਤੂੰ ਸੋਚ ਲੈ ਇਹ ਗੱਲ, ਕਹਿੰਦੇ ਇਹ ਤੇਰਾ ਹੁਣ ਘੜੀ ਹੈ, ਤੈਨੂੰ ਮੌਕਾ ਦਿੰਦੇ ਆ ਫੈਸਲਾ ਕਰਨ ਵਾਸਤੇ। ਸੁਬੇਗ ਸਿੰਘ ਤਬ ਕੁਰਨਸ ਕਰੀ। ਤੇ ਉਸ ਵੇਲੇ ਜਿਹੜਾ ਹਨ ਭਾਈ ਸੁਬੇਗ ਸਿੰਘ ਜੀ ਨੇ ਕੁਰਨਸ ਕਰੀ, ਕਹਿੰਦੇ ਉਹਨਾਂ ਨੇ ਜਿਹੜਾ ਹਨ ਉਸ ਵੇਲੇ ਉਹ ਚਰਖੜੀ ਵੱਲ ਦੇਖ ਕੇ ਨਮਸਕਾਰ ਕੀਤੇ। ਕਹਿੰਦੇ ਹੇ ਚਰਖੜੀ, ਅੱਜ ਜਿਹੜਾ ਹਨ ਵੀ ਤੂੰ ਮੇਰੇ ਸਾਹਮਣੇ ਹੈ, ਅੱਜ ਮੇਰੀ ਸਿੱਖੀ ਨੂੰ ਪਰਖਣ ਵਾਸਤੇ। ਇਸ ਕਰਕੇ ਭਾਈ ਸੁਬੇਗ ਸਿੰਘ ਜੀ ਨੇ ਨਮਸਕਾਰ ਕੀਤੀ ਉਹ ਚਰਖੜੇ ਨੂੰ, ਉਹ ਵੀਲਸ ਨੂੰ, ਜੋ ਡੈਥ ਵੀਲਸ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਧੰਨ ਚਰਖੜੀ ਧੰਨ ਇਹ ਘਰੀ। ਕਹਿਣ ਲੱਗੇ ਧੰਨ ਹੈ ਚਰਖੜੀ, ਤੂੰ ਇਹ ਵੀਲਸ ਜਿਹੜੇ ਨੇ ਤੁਸੀਂ ਧੰਨ ਹੋ, ਧੰਨ ਹੈ ਇਹ ਘੜੀ, ਇਹ ਸਮਾਂ, ਕਿਉਂਕਿ ਇਹ ਚਰਖੜੀ ਤੂੰ ਅੱਜ ਮੇਰੀ ਸਿੱਖੀ ਨੂੰ ਪਰਖ ਕਰਕੇ ਮੇਰੇ ਸਿੱਧਕ ਨੂੰ ਅੱਜ ਤੂੰ ਪਰਖਣਾ ਹੈ, ਮੇਰੇ ਫੇਥ ਨੂੰ। ਕਹਿੰਦੇ ਧੰਨ ਹੈ ਤੂੰ, ਧੰਨ ਹੈ ਇਹ ਘੜੀ ਜਿੱਥੇ ਮੈਨੂੰ ਅੱਜ ਮੌਕਾ ਮਿਲ ਰਿਹਾ ਹੈ ਮੇਰੇ ਗੁਰੂ ਦੀ ਸਿੱਖੀ ਨੂੰ ਨਿਭਾਉਣ ਦਾ, ਕਮਾਉਣ ਦਾ, ਤੇ ਅੱਜ ਮੇਰੇ ਸਿੱਧਕ ਦਾ ਅੱਜ ਟੈਸਟ ਹੋਣਾ ਹੈ, ਅੱਜ ਮੇਰੇ ਜਿਹੜੇ ਸਿੱਧਕ ਦੀ ਪ੍ਰੀਖਿਆ ਹੋਣੀ ਹੈ। ਕਹਿੰਦੇ ਧੰਨ ਹੈ ਤੂੰ। ਚਾੜ ਚਰਖੜੀ ਹਮੈ ਗਿਰਾਵੋ। ਦੇਖੋ ਕਹਿੰਦੇ ਹੇ ਚਰਖੜੀ, ਤੂੰ ਮੈਨੂੰ ਇੱਕ ਵਾਰੀ ਆਪਣੇ ਤੇ ਚੜਾ ਦੇ ਤੇ ਆਪਣੇ ਤੋਂ ਘੇਰ ਦੇ, ਬਸ ਤੂੰ ਘੇਰੇਂਗੀ, ਮੈਂ ਜਾ ਕੇ ਆਪਣੇ ਗੁਰੂ ਦੇ ਚਰਨਾਂ 'ਚ ਜਾ ਸਮਾਵਾਂਗਾ। ਕਹਿੰਦੇ ਐਸਾ ਮੌਕਾ ਮੈਨੂੰ ਹੋਰ ਕਿੱਥੇ ਮਿਲਣਾ ਹੈ। ਸੋ ਅਬ ਹਮਕੋ ਢੀਲ ਨਾ ਲਾਵੋ। ਕਹਿਣਗੇ ਅਬ ਹਮਕੋ, ਹੁਣ ਨਵਾਬ ਨੂੰ ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ, ਭਾਈ ਤੂੰ ਹੁਣ ਜਿਹੜਾ ਹਨ ਦੇਰੀ ਨਾ ਕਰ, ਤੂੰ ਹੁਣ 36 ਤੋਂ 36 ਮੈਨੂੰ ਚਰਖੜੀ ਤੇ ਚੜਾਈ ਦੇ ਹੁਣ। ਹਮ ਤੋਂ ਗੁਰ ਕੇ ਸਿੱਖ ਸਦਾਵੈ। ਕਹਿਣ ਲੱਗੇ ਅਜਰਾ ਹਨ, ਕਹਿੰਦੇ ਮੈਂ ਤਾਂ ਗੁਰੂ ਦਾ ਸਿੱਖ ਅਖਵਾਉਂਦਾ ਰਿਹਾ ਹਾਂ, ਮੇਰਾ ਪਿਤਾ ਵੀ ਅਖਵਾਉਂਦਾ ਰਿਹਾ ਹੈ, ਕਹਿੰਦੇ ਮੈਂ ਵੀ ਅਖਵਾਵਾਂਗਾ, ਕਾ ਮੇਰਾ ਪੁੱਤਰ ਵੀ ਅਖਵਾਵੇਗਾ। ਕਹਿੰਦੇ ਅਸੀਂ ਤਾਂ ਗੁਰੂ ਦੇ ਸਿੱਖ ਹਾਂ, ਸਿੱਖਾਂ ਨੇ ਕਿਤੇ ਸਿੱਖੀ ਨੂੰ ਨਹੀਂ ਛੱਡਿਆ, ਬਾਕੀ ਸਭ ਕੁਝ ਅਸੀਂ ਛੱਡਣ ਨੂੰ ਤਿਆਰ ਹੁੰਦੇ ਹੀ ਹਾਂ। ਉਹ ਆਪਾਂ ਜਿਹੜਾ ਹਨ ਤਨ ਮਨ ਧਨ ਸਾਡਾ ਗੁਰੂ ਦਾ ਹੀ ਹੁੰਦਾ ਹੈ, ਸਾਡਾ ਤਾਂ ਕਿਤੇ ਹੋਇਆ ਹੀ ਨਹੀਂ ਕੁਝ। ਕਹਿੰਦੇ ਜੇ ਨਾ ਹੋਇਆ ਤਾਂ ਅਸੀਂ ਰੱਖਣਾ ਕੀ ਹੈ, ਸਾਨੂੰ ਤਾਂ ਸਿਰਫ ਗੁਰੂ ਨੇ ਸਿੱਖਿਓ ਬਖਸ਼ੀ ਹੈ ਰੱਖਣ ਵਾਸਤੇ। ਗੁਰ ਕੇ ਹੇਤ ਪ੍ਰਾਨ ਭਲ ਜਾਵੈ। ਕਹਿਣ ਲੱਗੇ ਗੁਰੂ ਵਾਸਤੇ ਜਿਹੜਾ ਹਨ ਸਾਡੇ ਜੇ ਪ੍ਰਾਣ ਜਾਂਦੇ ਹਨ ਇਹ ਭਲਾ ਕੰਮ ਹੈ, ਇਹ ਤੋਂ ਵੱਡਾ ਹੋਰ ਕੋਈ ਵੀ ਜਿਹੜਾ ਹੈ ਸਾਡੇ ਵਾਸਤੇ ਇਹ ਐਡੀ ਵੱਡੀ ਜਿਹੜੀ ਜਿਹੜਾ ਮਤਰਬਾ ਹੈ ਜਾਂ ਐਡਾ ਵੱਡਾ ਜਿਹੜਾ ਪੋਜੀਸ਼ਨ ਹੈ, ਐਡੀ ਵੱਡੀ ਸੇਵਾ ਕੋਈ ਵੀ ਨਹੀਂ ਹੈਗੀ ਕਿ ਆਪਣੇ ਸਿੱਖੀ ਜਿਹੜੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿੰਦੇ ਇਹ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਸੇਵਾ ਨਹੀਂ ਹੈਗੀ। ਧੰਨ ਨਵਾਬ ਧੰਨ ਤਵ ਦੀਨ। ਕਹਿਣ ਲੱਗੇ ਹੈ ਨਵਾਬ, ਦੇਖੋ ਭਾਈ ਸੁਬੇਗ ਸਿੰਘ ਜੀ ਨੇ ਦੇਖੋ ਕਿੱਡੇ ਸਿਆਣੇ ਹਨ। ਭਾਈ ਸੁਬੇਗ ਸਿੰਘ ਜਾਣਦੇ ਸਨ ਕਿ ਉਹਨਾਂ ਨੇ ਮੁਗਲਾਂ ਦਾ ਨਮਕ ਖਾਧਾ ਸੀਗਾ, ਉਹਨਾਂ ਨਾਲ ਕੰਮ ਕੀਤਾ ਸੀਗਾ, ਉਹਨਾਂ ਤੋਂ ਤਨਖਾਹ ਲਈ ਹੈ, ਉਹਨਾਂ ਨਾਲ ਉਹਨਾਂ ਦਾ ਐਮਪਲੋਈ ਜੋ ਸੀਗਾ ਭਾਈ ਸੁਬੇਗ ਸਿੰਘ ਜੀ, ਕਹਿੰਦੇ ਵੀ ਮੈਂ ਤੇਰਾ ਨਮਕ ਖਾਧਾ ਹੈ, ਇਸ ਕਰਕੇ ਕਹਿੰਦੇ ਹੇ ਨਵਾਬ ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਬਹੁਤ ਗ੍ਰੇਟ ਹੈ, ਤੇ ਕਹਿੰਦੇ ਨਾਲ ਤੇਰਾ ਧਰਮ ਵੀ ਤੇਰਾ ਦੀਨ ਵੀ ਧੰਨ ਹੈ। ਤੋ ਚਾਹੇ ਇਹਨੂੰ ਤੁਸੀਂ 2 ਪਾਸਿਆਂ ਤੋਂ ਸੋਚ ਸਕਦੇ ਹੋ। ਭਾਈ ਸੁਬੇਗ ਸਿੰਘ ਦੇ ਸਬਰ ਨੂੰ ਦੇਖੋ, ਉਹਨੂੰ ਚਰਖੜੀ ਤੇ ਦਿਖਾਇਆ ਜਾਣਾ ਤੇ ਉਹਨੂੰ ਚਰਖੜੀ ਤੇ ਚੜਾ ਦੇਣਾ ਹੈ, ਤੇ ਦੂਸਰੇ ਪਾਸੇ ਮੌਤ ਉਹਨਾਂ ਨੂੰ ਦਿਖਾਈ ਜਾਂਦੀ ਹੈ। ਭਾਈ ਸੁਬੇਗ ਸਿੰਘ ਬਦਲੇ ਵਿੱਚ ਕੋਈ ਉਹਨਾਂ ਨੂੰ ਗਾਲਾਂ ਨਹੀਂ ਕੱਢ ਰਿਹਾ, ਕੋਈ ਉਹਨਾਂ ਨੂੰ ਸਰਾਪ ਨਹੀਂ ਦੇ ਰਿਹਾ। ਕਹਿੰਦਾ ਧੰਨ ਨਵਾਬ ਤੂੰ ਧੰਨ ਹੈ, ਤੇ ਧੰਨ ਤੇਰਾ ਧਰਮ ਧੰਨ ਹੈ, ਤੇਰਾ ਦੀਨ ਵੀ ਧਰਮ ਹੈ ਜਿਹੜਾ ਹਨ ਉਹ ਵੀ ਧੰਨ ਹੈ। ਆਦਲ ਹੈ ਤੂੰ ਵੱਡੋ ਪਰਬੀਨ। ਕਹਿਣਗੇ ਵੱਡਾ, ਕਹਿੰਦਾ ਤੂੰ ਚਤਰ ਹੈ, ਤੂੰ ਇਨਸਾਫ ਕਰਨ ਵਾਲਾ ਹੈ, ਤੂੰ ਬੜਾ ਸਿਆਣਾ ਹੈ ਹੇ ਨਵਾਬ। ਮਰਨੋ ਡਰ ਹਮ ਦੀਨ ਮੋਹ ਕਰੋ। ਕਹਿਣਗੇ ਮਰਨੋ ਡਰ ਹਮ ਦੀਨੋ ਮੋਹ ਕਰੋ। ਕਹਿਣ ਲੱਗੇ ਸਾਨੂੰ ਮੌਤ ਦੇ ਡਰ ਨੂੰ ਦੇ ਕਰਕੇ ਕਹਿੰਦੇ ਤੂੰ ਆਪਣੇ ਦੀਨ ਆਪਣੇ ਧਰਮ ਵਿੱਚ ਲਿਆਉਣਾ ਚਾਹੁੰਦਾ ਹੈ। ਕਹਿੰਦੇ ਤੂੰ ਇਹੀ ਸਾਨੂੰ ਕਹਿ ਰਿਹਾ ਨਾ,
ਤੂੰ ਡਰ ਇਹੀ ਦੇ ਰਿਹਾ ਜੇ ਅਸੀਂ ਨਹੀਂ ਹੁਣ ਮੁਸਲਮਾਨ ਬਣਾਂਗੇ ਤਾਂ ਤੂੰ ਸਾਨੂੰ ਮਾਰ ਦਿਆਂਗਾ। ਕਹਿੰਦੇ ਸਾਨੂੰ ਇਹੀ ਡਰ ਦੇ ਰਿਹਾ। ਕਹਿੰਦੇ ਧੰਨ ਹੈ ਨਵਾਬ ਤੂੰ, ਬੜਾ ਸਿਆਣਾ ਹੈ, ਤੇਰਾ ਧਰਮ ਵੀ ਤੇ ਤੂੰ ਵੀ ਬੜਾ ਧੰਨ ਹੈ। ਹੋਏ ਦੀਨ ਮੈਂ ਫਿਰ ਨਹਿ ਮਰੋ। ਕਹਿਣ ਲੱਗੇ ਹੋਏ ਦੀਨ ਮੈਂ। ਕਹਿੰਦੇ ਨਵਾਬ ਮੇਰੇ ਇੱਕ ਸਵਾਲ ਦਾ ਤੂੰ ਜਵਾਬ ਜ਼ਰੂਰ ਦੇ ਦੇ, ਜੇ ਮੈਂ ਅੱਜ ਤੇਰਾ ਦੀਨ ਕਬੂਲ ਵੀ ਕਰ ਲੈਂਦਾ ਹਾਂ, ਚਲੋ ਤੇਰੇ ਧਰਮ ਵਿੱਚ ਮੈਂ ਆ ਵੀ ਜਾਵਾਂ, ਮੈਂ ਮੁਸਲਮਾਨ ਵੀ ਬਣ ਜਾਵਾਂ, ਫੇਰ ਨਾ ਮਰੋ। ਕਹਿੰਦਾ ਮੈਂ ਫਿਰ ਕੇ ਮੁੜ ਕੇ ਨਹੀਂ ਮਰਾਂਗਾ, ਮੌਤ ਤਾਂ ਫੇਰ ਵੀ ਮੇਰੇ ਅੱਗੇ ਉਹ ਖੜੀ ਹੈ। ਚਾਹੇ ਮੈਂ ਤੇਰਾ ਦੀਨ ਲੈ ਕੇ ਮੈਂ ਆਪਣੇ ਧਰਮ ਨਾਲ ਗਰਦਾਰੀ ਵੀ ਕਰ ਲਵਾਂ, ਮੈਂ ਆਪਣੇ ਗੁਰੂ ਨੂੰ ਵੀ ਪਿੱਛੇ ਛੱਡ ਜਾਵਾਂ। ਕਹਿੰਦੇ ਹੇ ਨਵਾਬ ਕਿ ਮੈਂ ਮਰੂੰਗਾ ਨਹੀਂ ਤੇਰੇ ਦੀਨ ਵਿੱਚ ਆ ਕੇ, ਮੌਤ ਨੇ ਤਾਂ ਫਿਰ ਮੇਰੇ ਤੋਂ ਅੱਗੇ ਖੜਾ ਹੋਣਾ। ਕਹਿੰਦੇ ਇਸ ਕਰਕੇ ਕਹਿੰਦੇ ਇਹ ਮੌਤ ਦਾ ਡਰ ਤੂੰ ਮੈਨੂੰ ਦੇ ਕੇ ਆਪਣੇ ਧਰਮ ਤੋਂ ਬੇਮੁਖ ਕਿਉਂ ਕਰ ਰਿਹਾ ਹਾਂ? ਮੈਂ ਇਹ ਜੀਵਨ ਨੂੰ ਰੱਖ ਕੇ ਕਰਨਾ ਕੀ ਹੈ, ਜਿਹੜਾ ਇੱਕ ਨਾ ਤਾਂ ਇੱਕ ਦਿਨ ਅੱਜ ਨਹੀਂ ਤਾਂ ਭਲ ਕੇ ਇਹਨੇ ਛੁੱਟੇ ਹੀ ਜਾਣਾ, ਇਹਨੇ ਮਰੇ ਜਾਣਾ। ਮੌਤ ਤਾਂ ਅੱਗੇ ਖੜੀ ਹੈ, ਉਹਨੂੰ ਤਾਂ ਕੋਈ ਨਹੀਂ ਨਾ ਹਟਾ ਸਕਦਾ। ਜੋ ਫਿਰ ਭੀ ਸਿਰ ਮਰਨੋ ਰਹਾ। ਦੇਖੋ ਕਹਿੰਦੇ ਤੇਰੇ ਦੀਨ ਵਿੱਚ ਆ ਕੇ ਮੁਸਲਮਾਨ ਬਣ ਕੇ ਫਿਰ ਵੀ ਮੇਰੇ ਸਿਰ ਤੇ ਮੌਤ ਮੰਡਰਾ ਰਹੀ ਹੈ, ਫਿਰ ਵੀ ਮੇਰੇ ਸਿਰ ਤੇ ਮੌਤ ਹੀ ਹੋਵੇਗੀ, ਫਿਰ ਵੀ ਅੱਗੇ ਮੌਤ ਹੀ ਆਉਣੀ ਹੈ। ਐਸੇ ਜੀਵਨ ਕਿਉਂ ਧਰਮ ਤਜ ਬਹੈ। ਦੇਖੋ ਕਹਿੰਦੇ ਐਸੇ ਜੀਵਨ ਕਿਉਂ, ਮੈਂ ਐਸਾ ਜੀਵਨ ਕਿਉਂ ਲਵਾਂ, ਧਰਮ ਤਜਬਾ ਹੈ, ਮੈਂ ਆਪਣਾ ਧਰਮ ਛੱਡ ਕੇ ਬਹਿ ਜਾਵਾਂ ਤੇ ਮੌਤ ਫੇਰ ਮੈਂ ਮਰ ਜਾਊਂਗਾ, ਕੀ ਫਾਇਦਾ ਹੈ? ਕਹਿੰਦੇ ਨਵਾਬ ਤੂੰ ਸਿਆਣਾ ਹੈ, ਇਹ ਗੱਲ ਸੋਚ ਲਾ। ਕਹਿੰਦੇ ਇਹ ਜਿਹੜੀ ਗੱਲ ਹੈ ਫੇਰ ਗਾਂ ਮੇਰੀ ਬਾਂਹ ਕੌਣ ਪਕੜੇਗਾ? ਸਾਨੂੰ ਸਿੱਖਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਅਦਾ ਹੈ, ਸਾਡੀ ਤਾਂ ਬਾਂਹ ਉਹ ਪਕੜਦੇ ਨੇ, ਜੀਵਨ ਵਿੱਚ ਵੀ ਪਕੜਦੇ ਨੇ, ਜੀਵਨ ਦੇ ਜੀਵਨ ਦੇ ਅੰਤ ਸਮੇਂ ਵੀ ਪਕੜਦੇ ਨੇ, ਜੀਵਨ ਦੇ ਅੰਤ ਦੇ ਸਮੇਂ ਤੋਂ ਬਾਅਦ ਵੀ ਪਕੜਦੇ ਨੇ। ਸਾਡੇ ਤਾਂ ਗੁਰੂ ਦੇ ਚਰਨ ਜਿਹੜੇ ਹਨ ਉਹਨਾਂ ਦੀ ਗੋਦ ਦਾ ਆਨੰਦ ਤਾਂ ਅਸੀਂ ਜੀਵਨ ਵਿੱਚ ਵੀ ਮਾਣਦੇ ਹਾਂ ਤੇ ਮਰ ਕੇ ਵੀ ਮਾਣਨਾ ਹੈ, ਤੇ ਉਹ ਸਭ ਕੁਝ ਅਸੀਂ ਕੁਰਬਾਨ ਕਰ ਦਈਏ ਤੇ ਮੌਤ ਤੋਂ ਬਾਅਦ ਮੜੀਆਂ ਵਿੱਚ ਪਏ ਰਵਾਂਗੇ, ਫਿਰ ਕੀ ਹੋਵੇਗਾ? ਕਹਿੰਦੇ ਤੇਰਾ ਦੀਨ ਲੈ ਕੇ ਕਰਨਾ ਵੀ ਕੀ ਹੈ ਅਸੀਂ, ਇਹ ਘਾਟੇ ਵਾਲਾ ਹੀ ਸੌਦਾ ਹੈ ਨਾ। ਹਾਂਜੀ ਮਰਨੋ ਡਰ ਹਮ ਆਵੈ ਦੀਨ। ਕਹਿਣ ਲੱਗੇ ਇਸ ਕਰਕੇ ਮਰਨ ਦੇ ਡਰ ਦੇ ਨਾਲ ਤੇਰੇ ਦੀਨ ਵਿੱਚ ਆ ਕੇ ਕੋਈ ਫਾਇਦਾ ਨਹੀਂ ਸਾਨੂੰ, ਇਹਦੇ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਣਾ ਹੈਗਾ, ਸਭ ਕੁਝ ਅਸੀਂ ਗਵਾਉਣਾ ਹੀ ਹੈ, ਜਿਹੜਾ ਹਨ ਇਹ ਤਾਂ ਘਾਟਾ ਹੀ ਪੈਣਾ ਹੈ ਸਾਨੂੰ। ਜੇ ਹੋਏ ਮਰਨੋ ਨਾਹੇ ਕਬੀਨ। ਹਾਂ ਕਹਿਣ ਲੱਗੇ ਜੇ ਤੇਰੇ ਧਰਮ ਵਿੱਚ ਆ ਕੇ ਬੰਦਾ ਅਮਰ ਹੋ ਜਾਵੇ, ਕਿਤੇ ਮਰਨਾ ਹੀ ਨਾ ਹੋਵੇ ਤਾਂ ਫਿਰ ਜੈਸੇ ਤੁਮੈ ਦੀਨ ਹੈ ਪਿਆਰਾ। ਕਹਿਣ ਲੱਗੇ ਹੇ ਨਵਾਬ ਸਾਨੂੰ ਤਾਂ ਜੀਵਨ ਵਿੱਚ ਵੀ ਗੁਰੂ ਮਹਾਰਾਜ ਨੇ ਅੰਮ੍ਰਿਤ ਦੇ ਦਿੱਤਾ ਨਾ, ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਸਾਨੂੰ ਜਿਹੜਾ ਹੈ ਮਹਾਰਾਜ ਨੇ ਮੌਤ ਤੋਂ ਹੀ ਮੁਕਤ ਕਰ ਦਿੱਤਾ, ਪਰ ਕਹਿੰਦੇ ਤੇਰੇ ਧਰਮ ਵਿੱਚ ਆ ਕੇ ਤਾਂ ਸਾਨੂੰ ਫਿਰ ਵੀ ਮੌਤ ਦਾ ਸਾਹਮਣਾ ਕਰਨਾ ਪੈਣਾ ਹੈ। ਜੈਸੇ ਤੁਮੈ ਦੀਨ ਹੈ ਪਿਆਰਾ। ਦੇਖੋ ਕਹਿੰਦੇ ਨਵਾਬ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਐਸੇ ਹੀ ਹੈ ਧਰਮ ਹਮਾਰਾ। ਇਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਚਾੜ ਚਰਖੜੀ ਅਬੈ ਮਰਾਵੋ। ਕਹਿਣ ਲੱਗੇ ਨਵਾਬ ਹੁਣ ਦੇਰੀ ਕਿਹੜੀ ਗੱਲ ਦੀ ਹੈ, ਹੁਣੇ ਮੈਨੂੰ ਚੜਖੜੀ ਤੇ ਚੜੇ, ਹੁਣੇ ਚਾੜਦੇ ਹੁਣ ਚੜਖੜੀ ਤੇ ਚੜ ਕੇ ਕਹਿੰਦਾ ਹੁਣੇ ਸਾਨੂੰ ਮਰਵਾ ਦੇ, 36 ਕਰ, ਹੁਣ ਟਾਈਮ ਨਾ ਲਾ ਬਹੁਤਾ, ਮਾਰੋ ਅਬੈ ਨਾ ਦੇਰ ਲਗਾਵੋ। ਕਹਿੰਦੇ ਹੁਣੇ ਮਾਰ ਦਿਓ ਸਾਨੂੰ, ਦੇਰੀ ਨਾ ਲਗਾਓ, ਹੁਣ ਕਿਉਂ ਡਿਲੇ ਕਰਨਾ ਹੈ, ਕਿਉਂ ਹੁਣ ਤੂੰ ਉਡੀਕ ਰਿਹਾ ਹੈ, ਕਿਹੜੀ ਗੱਲ ਦੀ ਉਡੀਕ ਹੈ? ਮੁਸਲਮਾਨ ਹਮ ਹੋਵਹਿ ਨਾਹੀ। ਕਿਉਂਕਿ ਇੱਕ ਗੱਲ ਤੋਂ ਆਪਣੇ ਪੱਲੇ ਬਣ ਲਾ, ਅਸੀਂ ਕਿਤੇ ਵੀ ਮੁਸਲਮਾਨ ਧਰਮ ਨੂੰ ਕਬੂਲ ਨਹੀਂ ਕਰਾਂਗੇ, ਨਾ ਅਸੀਂ ਕਿਤੇ ਮੁਸਲਮਾਨ ਬਣਾਂਗੇ, ਅਸੀਂ ਆਪਣੇ ਧਰਮ ਵਿੱਚ ਪਰਪੱਕ ਹੀ ਰਵਾਂਗੇ। ਧਰਮ ਆਪਨੋ ਸਾਥ ਨਿਭਾਹੀ। ਕਿਉਂਕਿ ਅਸੀਂ ਆਪਣੇ ਜੀਵਨ ਦੇ ਨਾਲ ਆਪਣੇ ਧਰਮ ਨੂੰ ਨਿਭਾਉਣਾ ਹੈ, ਸਾਡੇ ਅਖੀਲੇ ਸਵਾਸ ਤੱਕ ਅਸੀਂ ਆਪਣੇ ਧਰਮ ਨੂੰ ਨਿਭਾਉਣਾ ਹੀ ਨਿਭਾਉਣਾ ਹੈ। ਤਬ ਨਵਾਬ ਨੇ ਹੁਕਮ ਸੋ ਕੀਨਾ। ਉਸ ਵੇਲੇ ਨਵਾਬ ਨੇ ਗੁੱਸੇ ਵਿੱਚ ਆ ਕੇ ਇਹ ਜਿਹੜਾ ਹਨ ਹੁਕਮ ਸੁਣਾ ਦਿੱਤਾ। ਚਾੜ ਚਰਖੜੀ ਸਿੰਘ ਸੋ ਦੀਨਾ। ਕਹਿਣ ਲੱਗੇ ਚੜਾਤਾ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀ ਤੇ, ਕਿ ਜਾਂ ਚਰਖੜੀ ਤੇ ਜਿਹੜਾ ਹਨ ਚਾੜਿਆ, ਪਰ ਉਹ ਵੀਲ ਜਿਹੜੇ ਸਨ ਚਰਖੜੀ ਦੇ ਥੋੜੇ ਦੂਰ ਕਰਤੇ, ਜਿਹਦੇ ਕਰਕੇ ਉਹ ਜਿਹੜੀ ਚਰਖੜੀ ਨਾ ਜਿਹਦੇ ਉੱਤੇ ਉਹ ਕੰਡੇ ਲੱਗੇ ਹੋਏ ਸਨ, ਉਹ ਥੋੜਾ ਭਾਈ ਸੁਬੇਗ ਸਿੰਘ ਨੂੰ ਵੱਢ ਰਿਹਾ ਹੈ, ਪਰ ਪੂਰਾ ਨਹੀਂ ਵੱਢ ਰਿਹਾ, ਥੋੜੀਆਂ ਝਰੀਟਾਂ ਤੇ ਅੰਦਰ ਜਿਹੜੇ ਜ਼ਖਮ ਕਰ ਰਿਹਾ ਸੀਗਾ। ਉੱਚੇ ਚਾੜ ਫਿਰ ਬਹੁਤ ਘੁਮਾਇਆ। ਫਿਰ ਕਹਿੰਦੇ ਭਾਈ ਸੁਬੇਗ ਸਿੰਘ ਨੂੰ ਉੱਤੇ ਕਰ ਦਿੱਤਾ, ਉੱਤੇ ਚਾੜ ਕੇ ਫਿਰ ਉਹ ਮੋਮੈਂਟਮ ਦੇ ਨਾਲ ਉਹ ਜਿਹੜਾ ਹਨ ਦੋਵੇਂ ਵੀਲ ਜਦੋਂ ਹਿਲਦੇ ਨੇ, ਉਹ ਤੇਜ਼ੀ ਦੇ ਨਾਲ ਉੱਤੋਂ ਚੜਾ ਕੇ ਸਿੱਧਾ ਕੰਡਿਆਂ ਦੇ ਵਿੱਚ ਮਾਰਨਾ, ਜਿਹਦੇ ਕਰਕੇ ਉਹਨਾਂ ਦੇ ਸੀਸ, ਉਹਨਾਂ ਦਾ ਸਿਰ ਦੀ ਜਿਹੜੀ ਹਨ ਸੱਟਾਂ ਪੈਣ ਲੱਗ ਪਈਆਂ। ਵਾਹਿਗੁਰੂ ਤਿਨ ਨਾਹੇ ਭੁਲਾਇਆ। ਦੇਖੋ ਕਹਿੰਦੇ ਭਾਈ ਸੁਬੇਗ ਸਿੰਘ ਜੀ ਨੇ ਕਹਿੰਦੇ ਵਾਹਿਗੁਰੂ 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 ਸ਼ਬਦ ਕਹਿੰਦੇ ਉਸੇ ਤਰ੍ਹਾਂ ਹੀ ਪੜ੍ਹਦੇ ਰਹੇ, ਸਤਿ ਸ੍ਰੀ ਅਕਾਲ ਦੇ ਨਾਅਰੇ ਵੀ ਲਾਏ, ਕਹਿੰਦੇ ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਿਵੇਂ ਵੀ ਹੋਇਆ, ਜਿਸ ਤਰ੍ਹਾਂ ਵੀ ਉਹ ਚਰਖੜੀ ਚੱਲ ਰਹੀ ਹੈ, ਭਾਈ ਸੁਬੇਗ ਸਿੰਘ ਨੇ ਮੂੰਹ ਤੋਂ ਵਾਹਿਗੁਰੂ ਨਹੀਂ ਵਿਸਰਿਆ,
ਉਹਨਾਂ ਦੇ ਮੂੰਹ ਤੋਂ ਹਾਏ ਹਾਏ ਜਾਂ ਦੁੱਖ ਦਾ ਕੋਈ ਅਹਿਸਾਸ ਜਿਹੜਾ ਸੀਗਾ ਉਹ ਸ਼ਬਦ ਨਹੀਂ ਬਾਹਰ ਆਇਆ। ਸਾਰੇ ਸਮੇਂ ਵਾਹਿਗੁਰੂ 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 ਹੀ ਕਰਦੇ ਰਹੇ। ਜਿਉਂ ਜਿਉਂ ਮੁਖ ਤੇ ਗੁਰੂ ਉਚਾਰੇ, ਜਿਉਂ ਜਿਉਂ ਭਾਈ ਸੁਬੇਗ ਸਿੰਘ ਜੀ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਬੋਲਦੇ ਹਨ ਉੱਚੀ, ਅਕਾਲ ਅਕਾਲ ਕਰ ਊਚ ਪੁਕਾਰੇ। ਸਤਿ ਸ੍ਰੀ ਅਕਾਲ 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 ਉੱਚੀ ਉੱਚੀ ਬੋਲ ਰਹੇ ਹਨ ਭਾਈ ਸੁਬੇਗ ਸਿੰਘ ਜੀ। ਸੁਨ ਨਵਾਬ ਮਨ ਮੈਂ ਬਹੁ ਕੋਪੈ। ਦੇਖੋ ਐਸੀ ਭਾਈ ਸੁਬੇਗ ਸਿੰਘ ਦੀ ਚੜ੍ਹਦੀ ਕਲਾ, ਉਹਨਾਂ ਨੇ ਆਪਣੇ ਧਰਮ ਵਾਸਤੇ ਚਰਖੜੀ ਤੇ ਚੜੇ ਹੋਏ ਹਨ, ਇੰਨੇ ਪੜ੍ਹੇ ਲਿਖੇ ਇੰਨੇ ਇੰਟੈਲੀਜੈਂਟ ਹਨ, ਫਿਰ ਵੀ ਆਪਣੇ ਸਿੱਖੀ ਧਰਮ ਨਾਲ ਇੰਨਾ ਪਿਆਰ ਇੰਨੀ ਚੜ੍ਹਦੀ ਕਲਾ ਜਦੋਂ ਉਹਨਾਂ ਨੇ ਦਿਖਾਈ, ਇਹ ਸੁਣ ਕਰਕੇ ਨਾ ਨਵਾਬ ਦਾ ਜਿਹੜਾ ਹੈ ਗੁੱਸਾ ਹੋਰ ਵੀ ਜ਼ਿਆਦਾ ਹੋ ਗਿਆ ਵੀ ਇਹ ਸਿੱਖ ਤਾਂ ਡਰਦਾ ਹੀ ਕੋਈ ਨਹੀਂ ਹੈਗਾ। ਤਾਂ ਇਸ ਕਰਕੇ ਉਹ ਬਹੁਤ ਹੀ ਗੁੱਸੇ ਵਿੱਚ ਆਇਆ। ਔਰ ਘੁਮਾਏ ਕਰਾਵੋ ਚੁੱਪੈ। ਦੇਖੋ ਉਹਨੇ ਜਿਹੜਾ ਹਨ ਇਹ ਕਿਹਾ, ਕਹਿੰਦੇ ਭਾਈ ਸੁਬੇਗ ਸਿੰਘ ਨੂੰ ਚੁੱਪ ਕਰਾਓ, ਇਹਨੂੰ ਕਹਿੰਦੇ ਚੁੱਪ ਕਰ ਜਾ। ਉਹਨੇ ਉੱਚੀ ਉੱਚੀ, ਉਹ ਨਵਾਬ ਵੀ ਕਹਿੰਦਾ ਹੈ ਭਾਈ ਤੂੰ ਚੁੱਪ ਕਰ ਜਾ ਨਹੀਂ ਤਾਂ ਤੈਨੂੰ ਹੋਰ ਦੁੱਖ ਦੇਵਾਂਗੇ। ਤੇ ਭਾਈ ਸੁਬੇਗ ਸਿੰਘ ਹੋਰ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਤੇ ਕੀ ਹੁੰਦਾ ਹੈ, ਨਵਾਬ ਨੇ ਕੀ ਕੀਤਾ, ਕਹਿੰਦੇ ਇਹ ਜਿਹੜਾ ਚਰਖੜੀ ਹੈ ਇਹਨੂੰ ਹੋਰ ਜ਼ੋਰ ਦੀ ਘੁਮਾਓ, ਇਹਦੀ ਸਪੀਡ ਵਧਾ ਦਿਓ। ਤਾਂ ਕਰਕੇ ਉਹ ਚਰਖੜੀ ਤੇ ਭਾਈ ਸੁਬੇਗ ਸਿੰਘ ਜੀ ਦਾ ਜਿਹੜਾ ਸਰੀਰ ਹੈ ਉਹਦਾ ਮੇਲ 36 ਤੋਂ 36 ਹੋਵੇ, ਉਹਦਾ ਜਿਹੜਾ ਹਨ ਉਹ ਜੋ ਹਿਲਦੀ ਹੈ ਉਹਦਾ ਮੋਮੈਂਟਮ ਜ਼ਿਆਦੇ ਹੋਣ ਕਰਕੇ ਜ਼ਿਆਦੇ ਵਾਰੀ ਭਾਈ ਸੁਬੇਗ ਸਿੰਘ ਦੇ ਸਰੀਰ ਨੂੰ ਕਸ਼ਟ ਹੋਵੇ। ਤਿਮ ਤਿਮ ਸਿੰਘ ਸੋ ਔਰ ਉਚਾਰੈ। ਪਰ ਦੇਖੋ ਸਿੰਘ ਦੀ ਚੜ੍ਹਦੀ ਕਲਾ ਐਸੀ ਹੈ, ਜਿਉਂ ਜਿਉਂ ਦੁੱਖ ਵੱਧਦਾ ਜਾ ਰਿਹਾ ਹੈ ਉਨੀਓ ਚੜ੍ਹਦੀ ਕਲਾ ਖੁਸ਼ੀ ਹੋ ਰਹੀ ਹੈ। ਭਾਈ ਸੁਬੇਗ ਸਿੰਘ ਜੀ ਨੂੰ ਹੋਰ ਵੀ ਉੱਚੀ ਉੱਚੀ ਵਾਹਿਗੁਰੂ 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 ਦਾ ਸ਼ਬਦ ਕਰੀ ਜਾਂਦਾ ਹੈ। ਸਤਿਗੁਰ ਨਾਮ ਨਾ ਮਨੋ ਵਿਸਾਰੈ। ਦੇਖੋ ਭਾਈ ਸੁਬੇਗ ਸਿੰਘ ਜੀ ਨੇ ਆਪਣੇ ਮਨ ਤੋਂ ਜਿਹੜਾ ਹਨ ਵਾਹਿਗੁਰੂ ਦਾ ਨਾਮ ਨਹੀਂ ਵਿਸਾਰਿਆ, ਉਸੇ ਤਰ੍ਹਾਂ ਹੀ ਵਾਹਿਗੁਰੂ ਦਾ ਨਾਮ ਜਪੀ ਜਾਂਦੇ ਹਨ। ਦੋਹਰਾ ਤਬ ਨਵਾਬ ਐਸੇ ਕਹਿਓ ਯਾ ਕੋ ਲੇਹੋ ਉਤਾਰ। ਕਹਿਣਗੇ ਉਸ ਵੇਲੇ ਨਵਾਬ ਨੇ ਹਾਰ ਕੇ ਵੀ ਜਿਉਂ ਜ਼ਿਆਦੇ ਹੁੰਦਾ ਹੈ ਤਾਂ ਇਹ ਜ਼ਿਆਦੇ ਉੱਚੀ ਆਵਾਜ਼ ਵੀ ਜ਼ਿਆਦੇ ਹੁੰਦੀ ਹੈ, ਇਹਦੀ ਵਾਹਿਗੁਰੂ ਵਾਹਿਗੁਰੂ ਦਾ ਰਟਨ ਉਨਾ ਛੱਤੀ ਹੁੰਦਾ ਹੈ। ਕਹਿੰਦੇ ਇਹ ਤਾਂ ਮੈਂ ਚਰਖੜੀ ਨੂੰ ਨਹੀਂ ਘੁਮਾ ਰਿਹਾ, ਮੈਂ ਤਾਂ ਇਹਨੂੰ ਹੋਰ ਚੜ੍ਹਦੀ ਕਲਾ ਦੇ ਰਿਹਾ। ਜਿਵੇਂ ਕਿਸੇ ਚੀਜ਼ ਨੂੰ ਚਾਰਜ ਕਰੀਦਾ ਨਾ, ਡਾਇਨਮੋ ਹੁੰਦੇ ਨੇ, ਉਹ ਜਿੰਨੀ ਛੱਤੀ ਚੱਲਦੇ ਨੇ ਉਨੀ ਉਹਦੇ ਵਿੱਚੋਂ ਇਲੈਕਟ੍ਰਿਕ ਪੈਦਾ ਹੁੰਦੀ ਹੈ। ਕਹਿੰਦੇ ਭਾਈ ਸੁਬੇਗ ਸਿੰਘ ਦੇ ਅੰਦਰ ਜਿੰਨੀ ਉਹ ਚਰਖੜੀ ਜ਼ਿਆਦਾ ਚੱਲਦੀ ਹੈ ਉਨੀ ਉਹਨੇ ਚਾਰਜ ਹੋ ਰਹੇ ਨੇ, ਉਹਨੇ ਚੜ੍ਹਦੀ ਕਲਾ ਵੱਲ ਜਾ ਰਹੇ ਨੇ, ਉਹਨਾਂ ਨੂੰ ਅੰਦਰੋਂ ਖੁਸ਼ੀ ਹੋ ਰਹੀ ਹੈ, ਉਹਨੇ ਉਹ ਗਦਗਦ ਹੋ ਰਹੇ ਨੇ ਗੁਰੂ ਮਹਾਰਾਜ ਦੇ ਪਿਆਰ ਨਾਲ, ਉਹਨਾਂ ਦਾ ਧਿਆਨ ਜੁੜਦਾ ਜਾ ਰਿਹਾ ਹੈ। ਕਹਿੰਦੇ ਇਸ ਕਰਕੇ ਉਸ ਵੇਲੇ ਨਵਾਬ ਨੇ ਹਾਰ ਕੇ ਉਸ ਵੇਲੇ ਇਹ ਕਿਹਾ, ਕਹਿੰਦੇ ਯਾਕੋ ਲੇਹੋ ਉਤਾਰ। ਕਹਿੰਦੇ ਇਹਨੂੰ ਉਤਾਰ ਲਓ ਜੀ, ਹੁਣ ਇਹ ਨਹੀਂ ਕੰਮ ਬਣਨਾ ਹੈਗਾ, ਇਹਨੂੰ ਤਾਂ ਜਿੰਨਾ ਕਮਾਈ ਜਾਂਦੇ ਆ ਤਾਂ ਉਨੀ ਚੜ੍ਹਦੀ ਕਲਾ ਵਿੱਚ ਜਾ ਰਿਹਾ, ਇਹਨੂੰ ਤਾਰੋ ਜੀ ਥੱਲੇ। ਹੁਣ ਯਾ ਕੇ ਬੇਟੇ ਕੋ ਟੰਗਿਓ ਯਾਹੂ ਜੋ ਕੋ ਦਿਖਾਰ। ਹੁਣ ਦੇਖੋ ਨਵਾਬ ਨੇ ਦੂਜਾ ਤਰੀਕਾ ਵਰਤਿਆ, ਕਹਿੰਦੇ ਆਪਣੀ ਤਾਂ ਪੀਰ ਸਹਾਰ ਲਈ ਇਹਨੇ, ਚਲੋ ਦੇਖਦੇ ਆ ਇਹਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਦੀ ਪੀਰ ਸਹਾਰਦਾ ਕਿ ਨਹੀਂ। ਕਹਿੰਦੇ ਇਹਦੇ ਅੱਖਾਂ ਦੇ ਸਾਹਮਣੇ ਇਹਨੂੰ ਬਿਠਾ ਕੇ ਦੇਖੋ, ਭਾਈ ਸੁਬੇਗ ਸਿੰਘ ਸ਼ਹੀਦ ਨਹੀਂ ਹੋਇਆ ਉਸ ਚਰਖੜੀ ਤੇ, ਉਹਨਾਂ ਨੂੰ ਜ਼ਖਮ ਲੱਗ ਕੇ ਸਾਰੇ ਸਰੀਰ ਤੋਂ ਲਹੂ ਵਗਣ ਲੱਗ ਪਿਆ। ਕੋਈ ਵੀ ਸਰੀਰ ਦਾ ਐਸਾ ਅੰਗ ਨਹੀਂ ਸੀ ਭਾਈ ਸੁਬੇਗ ਸਿੰਘ ਜੀ ਦਾ ਜਿਹੜਾ ਜ਼ਖਮੀ ਨਾ ਹੋਇਆ ਹੋਵੇ। ਉਹ ਜ਼ਖਮੀ ਹੋਏ, ਲਹੂ ਲਹਾਨ ਹੋਏ ਬੈਠੇ ਨੇ, ਕੱਪੜੇ ਵੀ ਪਾਟ ਗਏ ਉਹਨਾਂ ਦੇ, ਤੇ ਉਹਨਾਂ ਨੂੰ ਲਹੂ ਲਹਾਨ ਕਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਹੁਣ ਉਹਨਾਂ ਨੂੰ ਬਿਠਾ ਲਿਆ। ਕਹਿੰਦੇ ਭਾਈ ਤੂੰ ਦੇਖ, ਹੁਣ ਤੇਰੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਅਸੀਂ ਚਰਖੜੀ ਤੇ ਚੜਾਉਂਦੇ ਹਾਂ, ਹੁਣ ਇਹਦਾ ਦੇਖੀਏ ਇਹ ਕਿੰਨੀ ਕੁ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਚੌਪੇ ਤਬ ਚੰਡਾਲਨ ਵੈਸੇ ਕੀਨਾ। ਉਹ ਚੰਡਾਲ ਜਿਹੜੇ ਖੜੇ ਸਨ ਐਕਸੀਕਿਊਸ਼ਨ, ਉਹਨਾਂ ਨੇ ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ ਪਕੜ ਕਰਕੇ ਆ ਕੇ ਚਰਖੜੀ ਤੇ ਚੜਾ ਦਿੱਤਾ ਜੀ। ਬਾਂਦ ਟਾਂਗ ਉਲਟੋ ਕਰ ਦੀਨਾ। ਦੇਖੋ ਉਹਨਾਂ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਹਜੇ 18 ਸਾਲ ਦੀ ਉਮਰ ਹੈ, ਉਹਨਾਂ ਨੂੰ ਪੁੱਠਾ ਕਰਕੇ ਮਤਲਬ ਕਿ ਸਿਰ ਥੱਲੇ ਨੂੰ ਕੀਤਾ, ਉਹਨਾਂ ਦਾ ਸਰੀਰ ਜਿਹੜਾ ਸਾਰਾ ਜਿਹੜਾ ਸੀ ਚਰਖੜੀ ਤੇ ਜਿਹੜਾ ਬੰਨ੍ਹ ਦਿੱਤਾ ਚੰਗੀ ਤਰ੍ਹਾਂ, ਜਿਹੜੀ ਇੱਕ ਫਲੈਟ ਹੁੰਦੀ ਹੈ ਦੂਜੇ ਪਾਸੇ ਵਾਲੀ ਦੇ ਉਹਦੇ ਕੰਡੇ ਲੱਗੇ ਹੁੰਦੇ ਹਨ। ਸੋ ਉਹ ਛਾਪ ਜਿਹੜੀਆਂ ਇੱਜ਼ਤ ਹਨ ਦੂਜੇ ਪਾਸੇ ਹੁੰਦੀਆਂ ਨੇ, ਉਹਨਾਂ ਨੇ ਉੱਥੇ ਪੁੱਠਾ ਕਰਕੇ ਭਾਈ ਸ਼ਾਹਬਾਜ਼ ਸਿੰਘ ਨੂੰ ਬੰਨ੍ਹ ਦਿੱਤਾ ਚੰਗੀ ਤਰ੍ਹਾਂ। ਚਾੜ ਚਰਖੜੀ ਬਹੁਤ ਘੁਮਾਇਆ। ਤੇ ਦੇਖੋ ਲੱਤਾਂ ਬਾਹਾਂ ਭਾਈ ਸ਼ਾਹਬਾਜ਼ ਸਿੰਘ ਦੀਆਂ ਬੰਨੀਆਂ ਹੋਈਆਂ ਨੇ, ਚਰਖੜੀ ਤੇ ਚਾੜ ਦਿੱਤਾ ਤੇ ਘੁਮਾਉਣਾ ਸ਼ੁਰੂ ਕਰ ਦਿੱਤਾ। ਹੁਣ ਸੁਬੇਗ ਸਿੰਘ ਕੋ ਨੈਣ ਦਿਖਾਇਆ। ਦੇਖੋ ਭਾਈ ਸੁਬੇਗ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦਾ ਪੁੱਤਰ ਜਿਹੜਾ ਹੈ ਚਰਖੜੀ ਤੇ ਚੜਾਇਆ ਹੋਇਆ ਤੇ ਘੁੰਮ ਰਿਹਾ ਹੈ। ਇੱਕ ਗੇੜੇ ਤੋਂ ਬਾਅਦ ਸਰੀਰ ਲਹੂ ਲਹਾਨ ਹੁੰਦਾ ਹੈ, ਦੂਜੇ ਘੁਮਾਉਂਦੇ ਹਨ ਫਿਰ ਲਹੂ ਲਹਾਨ ਹੁੰਦਾ ਹੈ। ਲਹੂ ਜਿਹੜਾ ਹੈ ਧਰਤੀ ਤੇ ਤੁਪਕਾ ਤੁਪਕਾ ਕਰਕੇ ਡਿੱਗਦਾ ਹੈ, ਚਰਖੜੀ ਦੇ ਉੱਤੇ ਸਾਰੇ ਦਾ ਸਾਰਾ ਲਹੂ ਲੱਗ ਗਿਆ। ਤੇ ਭਾਈ ਸ਼ਾਹਬਾਜ਼ ਸਿੰਘ ਵੀ ਆਪਣੇ ਪਿਤਾ ਦੀ ਤਰ੍ਹਾਂ
ਉਹ ਵੀ ਜਿਹੜਾ ਚੜ੍ਹਦੀ ਕਲਾ ਵਿੱਚ ਵਾਹਿਗੁਰੂ 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 ਕਰਦਾ ਹੈ। ਸੁਬੇਗ ਸਿੰਘ ਤਬ ਐਸੇ ਕਹੇ। ਕਹਿੰਦੇ ਭਾਈ ਸੁਬੇਗ ਸਿੰਘ ਜੀ ਨੇ ਉਸ ਵੇਲੇ ਆਪਣੇ ਪੁੱਤਰ ਨੂੰ ਚੜ੍ਹਤ ਤੇ ਚੜ੍ਹਿਆ ਹੋਇਆਂ ਉਸ ਤਿੱਖੇ ਤਿੱਖੇ ਦੰਦਾਂ ਦੇ ਵਿੱਚ ਦੀ ਸਰੀਰ ਨੂੰ ਲੰਘਾਉਂਦਿਆਂ ਦੇਖਦਿਆਂ ਹੋਇਆਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਿਆਂ ਹੋਇਆਂ ਦੇਖ ਕਰਕੇ ਧੰਨ ਧੰਨ ਪੁੱਤਰ ਧੰਨ ਦਿਨ ਯਹ। ਦੇਖੋ ਕਹਿੰਦੇ ਧੰਨ ਸਰੀਰ ਕਰਕੇ ਤੂੰ ਧੰਨ ਹੈ ਪੁੱਤਰ, ਮਨ ਕਰਕੇ ਤੂੰ ਧੰਨ ਹੈ ਪੁੱਤਰ, ਧੰਨ ਹੈ ਤੇਰੀ ਸਿੱਖੀ, ਧੰਨ ਹੈ ਤੇਰਾ ਸਿੱਧ ਕਹੇ ਪੁੱਤਰ, ਧੰਨ ਦਿਨ ਇਹ ਜਿਹਾ ਕਹਿਣਗੇ ਇਹ ਦਿਨ ਅੱਜ ਦਾ ਦਿਨ ਵੀ ਬੜਾ ਧੰਨ ਹੈ ਜਿਹਦੇ ਕਰਕੇ ਪੁੱਤਰ ਅੱਜ ਆਪਣੇ ਸਿੱਖੀ ਨੂੰ ਕਮਾਉਣ ਦਾ ਸਮਾਂ ਮਿਲ ਗਿਆ। ਅੱਜ ਆਪਣੇ ਗੁਰੂਆਂ ਦੀ ਤਰ੍ਹਾਂ ਆਪਣੇ ਜਿਹੜੇ ਮਹਾਨ ਸ਼ਹੀਦਾਂ ਦੀ ਤਰ੍ਹਾਂ ਅੱਜ ਆਪਣਾ ਵੀ ਜਿਹੜਾ ਲਹੂ ਹੈ ਇਹ ਸਿੱਖੀ ਦੇ ਬੂਟੇ ਵਾਸਤੇ, ਇਹ ਜਿਹੜਾ ਹਨ ਸਿੱਖੀ ਦਾ ਦਰਖਤ ਜਿਹੜਾ ਗੁਰੂ ਨਾਨਕ ਦਾ ਹੈ ਇਹਨੂੰ ਹੋਰ ਹਰਿਆਂ ਭਰਿਆਂ ਕਰਨ ਵਾਸਤੇ ਅੱਜ ਆਪਣਾ ਵੀ ਖੂਨ ਇਹ ਸਿੱਖੀ ਦੇ ਜਿਹੜਾ ਹਨ ਸਿੱਖੀ ਦੀ ਉન્નਤੀ ਵਾਸਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਲੱਗ ਰਿਹਾ ਹੈ। ਸੋ ਧੰਨ ਪੁਰਖ ਜੋ ਧਰਮ ਨਿਭਾਹ ਹੈ। ਕਹਿਣ ਲੱਗੇ ਹੈ ਪੁੱਤਰ ਉਹ ਪੁਰਖ ਧੰਨ ਹੈ ਇਸ ਸੰਸਾਰ ਵਿੱਚ ਜਿਹਦੇ ਪ੍ਰਾਣਾਵਤੀ ਜਿਹੜਾ ਪੁਰਖ ਹੁੰਦਾ ਹੈ ਇਨਸਾਨ। ਕਹਿੰਦੇ ਹੈ ਪੁੱਤਰ ਤੇਰਾ ਜਨਮ ਵੀ ਅੱਜ ਧੰਨ ਹੈ ਜਿਨੇ ਅੱਜ ਤੂੰ ਧਰਮ ਕਮਾ ਲਿਆ। ਧੰਨ ਪੁਰਖ ਜੋ ਗੁਰਪਗ ਚਾਹੈ। ਦੇਖੋ ਧੰਨ ਹੈ ਉਹ ਪੁਰਖ, ਧੰਨ ਹੈ ਉਹ ਗੁਰਸਿੱਖ ਜਿਹੜਾ ਆਪਣੇ ਸਾਰੇ ਹੀ ਸੰਸਾਰੀ ਸੁੱਖ ਨੂੰ ਤਿਆਗ ਕਰਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਨਾਲ ਹੀ ਜਾ ਕੇ ਜੁੜਦਾ ਹੈ, ਜਿਹਨੂੰ ਆਪਣੇ ਸਿਰਫ ਗੁਰੂ ਦੇ ਚਰਨਾਂ ਨਾਲ ਹੀ ਪਿਆਰ ਹੈ, ਜੋ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਵਿੱਚ ਹੀ ਸਮਾਉਣਾ ਚਾਹੁੰਦਾ ਹੈ। ਤਿਸੈ ਉਤਾਰ ਨਵਾਬ ਬੁਲਾਇਆ। ਦੇਖੋ ਜਦੋਂ ਦੇਖਿਆ ਭਾਈ ਸ਼ਾਹਬਾਜ਼ ਨੇ ਵੀ ਜਿਹੜਾ ਕੋਈ ਦੁੱਖ ਦਾ ਸ਼ਬਦ ਨਹੀਂ ਕੱਢਿਆ, ਉਹ ਆ ਜਿਹੜਾ ਸ਼ਬਦ ਹੁੰਦੇ ਨੇ ਪੀੜਾਂ ਹੁੰਦੀਆਂ ਨੇ ਚੀਕਾਂ ਮਾਰਦੇ ਨੇ ਲੋਕ ਦੁੱਖ ਵਿੱਚ, ਜਦੋਂ ਦੇਖਿਆ ਭਾਈ ਸ਼ਾਹਬਾਜ਼ ਦੇ ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਹੀ ਹੁੰਦਾ ਆਇਆ, ਹਾਰ ਕੇ ਉਸ ਖਾਨ ਬਹਾਦਰ ਜ਼ਕਰੀਆ ਖਾਨ ਨੇ ਕਿਹਾ ਕਿ ਇਹਨੂੰ ਤਾਰ ਲਓ ਜੀ ਥੱਲੇ ਹੁਣ। ਦੇਖ ਕੇ ਦੁੱਖ ਫਿਰ ਬਾਤਨ ਲਾਇਆ। ਦੇਖੋ ਸਾਰੇ ਦੁੱਖ ਦੇਖ ਕੇ ਭਾਈ ਸੁਬੇਗ ਸਿੰਘ ਜੀ ਨੂੰ ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਜਿਹੜਾ ਹਨ ਇਸ ਤਰ੍ਹਾਂ ਕਰਕੇ ਹੁਣ ਇਹ ਨਵਾਬ ਨੇ ਗੱਲਾਂ ਕਰਨ ਲੱਗਿਆ, ਉਹਨੂੰ ਮਨਾਉਣ ਲੱਗਿਆ। ਤੂੰ ਹੈ ਬਾਲਕ ਬੁੱਧ ਤੈ ਨਾਹੀ। ਤੈਂ ਦੇਖੋ ਭਾਈ ਸ਼ਾਹਬਾਜ਼ ਸਿੰਘ ਨੂੰ ਕਹਿਣ ਲੱਗਾ ਨਵਾਬ, ਕਹਿੰਦਾ ਭਾਈ ਤੇਰਾ ਪਿਤਾ ਸੁਬੇਗ ਸਿੰਘ ਨੇ ਤਾਂ ਉਮਰ ਦੇਖ ਲਈ ਹੈ, ਕਹਿੰਦੇ ਤੂੰ ਤਾਂ ਅਜੇ ਬਾਲਕ ਹੈ, ਤੂੰ ਤਾਂ ਅਜੇ 18 ਸਾਲ ਦੀ ਤੇਰੀ ਉਮਰ ਹੈ, ਕਹਿੰਦੇ ਬੁੱਧ ਤੈ ਨਾਹੀ, ਤੈਨੂੰ ਤਾਂ ਚੰਗੀ ਤਰ੍ਹਾਂ ਤੇਰੀ ਬੁੱਧੀ ਵੀ ਹਜੇ ਤੈਨੂੰ ਹੋਈ, ਤੇਰੀ ਜਿਹੜੀ ਹਨ ਪ੍ਰੋਗਰੈਸ ਨਹੀਂ ਹੋਈ, ਹਜੇ ਤੇਰੀ ਬੁੱਧੀ ਨੇ ਹਜੇ ਦੁਨੀਆ ਦੇਖੀ ਕੋਈ ਨਹੀਂ, ਤੇਰੀ ਬੁੱਧੀ ਨੇ ਦੁਨੀਆ ਦੇ ਸੁੱਖਾਂ ਨੂੰ ਹਜੇ ਪਰਖਿਆ ਹੀ ਕੋਈ ਨਹੀਂ, ਤੈਨੂੰ ਕੀ ਪਤਾ ਦੁਨੀਆ ਦੇ ਸੁੱਖ ਕੀ ਹੁੰਦੇ ਨੇ, ਤੇਰਾ ਤਾਂ ਉਮਰੇ ਬੜੀ ਛੋਟੀ ਹੈ ਹਜੇ। ਕਰਕੇ ਹੱਠ ਕਿਉਂ ਉਮਰ ਗਵਾਹੀ। ਕਹਿਣ ਲੱਗੇ ਇਹ ਸਿੱਖੀ ਨੂੰ ਕਮਾਉਣ ਦਾ ਹੱਠ ਜਿਹੜਾ ਸਟਬਨੈਸ ਹੈ, ਕਹਿੰਦੇ ਤੂੰ ਕਿਉਂ ਆਪਣੇ ਵਿੱਚ ਲਈ ਬੈਠਾ ਹੈ, ਕਿਉਂ ਤੂੰ ਆਪਣਾ ਇੰਨਾ ਦੁੱਖ ਆਪਣੀ ਗਲ ਵਿੱਚ ਪਾ ਰਿਹਾ ਹੈ, ਕਿਉਂ ਆਪਣੀ ਉਮਰ ਨੂੰ ਗਵਾ ਰਿਹਾ ਹਾਂ। ਪਿਤਾ ਤੇਰੇ ਨੇ ਸਭ ਲਖ ਲਿਆ। ਦੇਖੋ ਤੇਰੇ ਪਿਤਾ ਨੇ ਤਾਂ ਸਾਰੀ ਦੁਨੀਆ ਦੇ ਸੁੱਖ ਦੇਖ ਲਏ ਨੇ, ਸਾਰੀ ਆਪਣੀ ਉਮਰ ਵੀ ਭੋਗ ਲਈ ਹੈ, ਉਹਨੇ ਤਾਂ ਸਾਰੇ ਦੁਨੀਆ ਦੇ ਰੰਗ ਜਿਹੜੇ ਹਨ ਦੇਖ ਲਏ ਮਾਣ ਲਏ, ਕਹਿੰਦੇ ਉਹਨਾਂ ਨੂੰ ਤਾਂ ਜਿਹੜਾ ਹਨ ਸਭ ਕੁਝ ਦੇਖ ਲਿਆ ਉਹਨਾਂ ਨੇ ਦੁਨੀਆ ਵਿੱਚ। ਤੁਮਰੋ ਦਿਨ ਅਬ ਦੇਖਣ ਭਇਆ। ਦੇਖੋ ਕਹਿੰਦੇ ਤੇਰੀ ਉਮਰ ਜਵਾਨੀ ਦੀ ਹੈ, 18 ਸਾਲ ਦੀ ਤੇਰੀ ਉਮਰ ਹੈ, ਤੇਰੇ ਤਾਂ ਹਜੇ ਦੁਨੀਆ ਨੂੰ ਦੇਖਣ ਦਾ ਬਹੁਤ ਸਮਾਂ ਪਿਆ ਹੈ। ਅਧ ਖਾਇਓ ਅਧ ਪੀਤੋ ਜੈ ਹੈ। ਦੇਖੋ ਕਹਿੰਦੇ ਹਜੇ ਤਾਂ ਦੁਨੀਆ ਦਾ ਤੂੰ ਅੱਧਾ ਹੀ ਖਾਦਾ ਅੱਧਾ ਹੀ ਤੂੰ ਪੀਤਾ ਹੈ, ਤੂੰ ਤਾਂ ਪੂਰੇ ਭੋਜਨ ਵੀ ਤੂੰ ਨਹੀਂ ਖਾਦੇ, ਨਾ ਦੁਨੀਆ ਦੇ ਵਿੱਚ ਜਿਹੜੇ ਬੜੇ ਸਵਾਦਲੇ ਪਾਣੀ ਨੇ ਕਹਿੰਦੇ ਜਲ ਨੇ ਉਹ ਵੀ ਤੂੰ ਨਹੀਂ ਪੀਤੇ ਹਜੇ ਪੂਰੇ, ਕਹਿੰਦੇ ਤੂੰ ਤਾਂ ਅੱਧੀ ਕੁ ਉਮਰ ਕਢਾਈ ਆ ਹਜੇ ਤਾਂ ਬਹੁਤ ਕੁਝ ਦੇਖਣ ਨੂੰ ਪਿਆ ਹੈ। ਧਰਮ ਰੱਖਿਓ ਤੁਧ ਕਦ ਕੰਮ ਐ ਹੈ। ਕਹਿਣ ਲੱਗੇ ਤੂੰ ਆਪਣਾ ਧਰਮ ਰੱਖ ਰਿਹਾ ਪਰ ਇਹ ਤੇਰੇ ਕੀ ਕੰਮ ਹੈ, ਤੇਰੇ ਧਰਮ ਨੇ ਤੈਨੂੰ ਜਵਾਨੀ ਨਹੀਂ ਮਾਣ ਦੇਣੀ, ਤੂੰ ਜਵਾਨੀ 'ਚ ਮਾਰਿਆ ਜਾਵੇਂਗਾ, ਤੂੰ ਤਾਂ ਜਿਹੜਾ ਇੰਜੋਇਮੈਂਟਸ ਦੁਨੀਆ ਵਿੱਚ ਬਣੇ ਹੋਏ ਨੇ ਉਹ ਤਾਂ ਤੂੰ ਕਿਤੇ ਦੇਖਣੇ ਹੀ ਨਹੀਂ ਗਏ, ਉਹ ਜਿਹੜੇ ਹਨ ਇੰਨੇ ਸੁੰਦਰ ਨੇ, ਕਹਿੰਦੇ ਬੜਾ ਕੁਛ ਆ ਦੁਨੀਆ ਦੇ ਵਿੱਚ ਸੁੱਖ ਦੇਣ ਵਾਲਾ, ਤੂੰ ਤਾਂ ਅੱਧੀ ਉਮਰ ਦੇ ਵਿੱਚ ਤੂੰ ਮਰ ਜਾਣਾ ਹੈ। ਦੋਹਰਾ ਮੁਸਲਮਾਨ ਹੋਇਆ ਲੇਹੋ ਤੂੰ ਬਹੁਤੀ ਅਬੈ ਜਗੀਰ। ਕਹਿ ਲਗੇ ਤੂੰ ਅੱਜ ਮੁਸਲਮਾਨ ਹੋ ਜਾ ਸ਼ਾਹਬਾਜ਼ ਸਿੰਘ, ਤੈਨੂੰ ਵੱਡੀ ਵੱਡੀ ਜ਼ਮੀਨ ਦਵਾਂਗੇ, ਬੜਾ ਲਾਲਚ ਦਿੱਤਾ ਜੀ। ਜਬ ਲਗ ਰਹਿ ਹੈ ਤਖਤ ਜਗ ਕਰੈ ਨਾ ਕੋਏ ਤਗੀਰ। ਦੇਖੋ ਕਹਿੰਦੇ ਇਹ ਵੀ ਮੈਂ ਤੇਨਾਂ ਵਾਅਦਾ ਕਰਦਾ, ਨਵਾਬ ਕਹਿੰਦਾ ਸ਼ਾਹਬਾਜ਼ ਸਿੰਘ ਨੂੰ, ਜਦੋਂ ਤੱਕ ਸਾਡਾ ਰਾਜ ਰਹੇਗਾ ਤੈਨੂੰ ਕੋਈ ਹਿਲਾ ਨਹੀਂ ਸਕਦਾ, ਜਗੀਰ ਜਿਹੜੀ ਤੈਨੂੰ ਜ਼ਮੀਨ ਦਵਾਂਗੇ ਤੇ ਤੋਂ ਕੋਈ ਖੋ ਨਹੀਂ ਸਕੇਗਾ, ਟਾਈਟਲ ਜਿਹੜਾ ਤੈਨੂੰ ਦਵਾਂਗੇ ਉਹ ਵੀ ਤੇ ਤੋਂ ਕੋਈ ਖੋ ਨਹੀਂ ਸਕੇਗਾ ਜਦੋਂ ਤੱਕ ਮੁਗਲ ਰਾਜ ਹਿੰਦੁਸਤਾਨ ਵਿੱਚ ਹੈ। ਚੌਪੇ ਨਵਾਬ ਕਹੇ ਸੁਨ ਸਿੱਖ ਸੁਬੇਗ। ਕਹਿ ਲਵੇ ਨਵਾਬ ਕਹਿਣ ਲੱਗਾ, ਹੇ ਸੁਬੇਗ ਸਿੰਘ ਤੂੰ ਵੀ ਮੇਰੀ ਗੱਲ ਸੁਣ ਲਾ,
ਤੇਰਾ ਹਨ ਮੈਂ ਤੈਨੂੰ ਵੀ ਇਹ ਗੱਲ ਕਹਿ ਰਿਹਾ ਹਾਂ। ਬਾਚੋ ਪੁੱਤਰ ਕੋ ਚਲਤੀ ਤੇਗ। ਦੇਖੋ ਕਹਿੰਦੇ ਇਹ ਚਲਦੀ ਹੋਈ ਤੇਗ, ਇਹ ਜਿਹੜੀ ਮੌਤ ਆ ਰਹੀ ਹੈ ਤੇਰੇ ਪੁੱਤਰ ਵਾਸਤੇ, ਕਿ ਤੇਰੇ ਪੁੱਤਰ ਦੀ ਜਿਹੜੀ ਕੁਰਬਾਨੀ ਤੇਰੇ ਅੱਗੇ ਤੇਰੇ ਅੱਖਾਂ ਦੇ ਸਾਹਮਣੇ ਹੋਣੀ ਹੈ। ਕਹਿੰਦੇ ਆਪਣੇ ਪੁੱਤਰ ਨੂੰ ਬਚਾ ਲਾ ਤੂੰ। ਰੱਖ ਪੁੱਤਰ ਕੋ ਜੜ ਤੁਝ ਰਹਿ। ਦੇਖੋ ਕਹਿੰਦੇ ਤੂੰ ਭਾਵੇਂ ਸ਼ਹੀਦ ਹੋਣਾ ਆਪਣੇ ਧਰਮ ਵਾਸਤੇ ਹੋ ਜਾ, ਬੇਸ਼ੱਕ ਹੋ ਜਾ, ਪਰ ਤੇਰੀ ਜੜ, ਤੇਰੀ ਲੀਨੇਜ, ਤੇਰੀ ਜਨਰੇਸ਼ਨ ਰੱਖਣ ਵਾਸਤੇ ਕਹਿੰਦੇ ਆਪਣੇ ਪੁੱਤਰ ਨੂੰ ਬਚਾ ਲਾ ਤੂੰ, ਗਾਂ ਤੇਰੀ ਕੁੱਲ ਹੋਵੇਗੀ। ਕਿਉਂਕਿ ਸ਼ਾਹਬਾਜ਼ ਸਿੰਘ ਦਾ ਕੇਵਲ ਇੱਕ ਹੀ ਪੁੱਤਰ ਸੀਗਾ। ਕਹਿੰਦਾ ਤੇਰੀ ਲੀਨੇਜ ਜਿਹੜੀ ਜਨਰੇਸ਼ਨ ਇਹ ਮੁੱਕ ਜਾਣੀ ਆ ਅੱਜ। ਕਹਿੰਦੇ ਜੇ ਅਸੀਂ ਤੁਹਾਨੂੰ ਦੋਵਾਂ ਨੂੰ ਮਾਰ ਦਿੱਤਾ, ਇਸ ਕਰਕੇ ਤੂੰ ਆਪਣੇ ਪੁੱਤਰ ਨੂੰ ਰੱਖ ਲਾ, ਤੇਰੀ ਕੁੱਲ ਰਹਿ ਜਾਏਗੀ ਸੰਸਾਰ ਵਿੱਚ। ਤੂੰ ਕਹੋ ਮੁਖ ਤੇ ਕਲਮਾ ਕਹੈ। ਕਹਿਣਗੇ ਹੇ ਸੁਬੇਗ ਸਿੰਘ ਆਪਣੇ ਪੁੱਤਰ ਨੂੰ ਸਮਝਾ ਦੇ, 2 ਕਲਮਾ ਪੜ੍ਹ ਲਵੇ, ਕਿੰਨਾ ਔਖੀ ਗੱਲ ਆ, ਅਰਬਿਕ ਤਾਂ ਜਾਣਦਾ ਹੀ ਹੈ ਇਹ, 2 ਕਲਮਾ ਪੜ੍ਹਨੀਆਂ ਨੇ, ਇਹਨੂੰ ਮੁਸਲਮਾਨ ਅਸੀਂ ਬਣਾ ਲੈਣਾ ਹੈ। ਕਰੋ ਕਤਲ ਤੁਝ ਮਾਰੋ ਗ੍ਰਾਮ। ਕਹਿਣ ਲੱਗੇ ਕਰੋ ਕਤਲ। ਕਹਿੰਦੇ ਜੇ ਤੂੰ ਨਾ ਮੰਨਿਆ ਨਾ, ਕਹਿੰਦਾ ਤੁਹਾਡਾ ਤਾਂ ਅਸੀਂ ਕਤਲ ਕਰਨਾ ਹੀ ਕਰਨਾ ਹੈ, ਤੁਹਾਨੂੰ ਦੋਨਾਂ ਨੂੰ ਅਸੀਂ ਮਾਰਨਾ ਹੈ, ਪਰ ਫਿਰ ਬਾਅਦ ਵਿੱਚ ਤੁਹਾਡਾ ਘਰ-ਬਾਰ ਵੀ ਅਸੀਂ ਛੱਡਣਾ ਨਹੀਂ। ਇੱਥੋਂ ਤੱਕ ਤੇਰੇ ਜਿਹੜੇ ਤੇਰੇ ਪਿੰਡ ਵਿੱਚ ਰਹਿਣ ਵਾਲੇ ਨੇ, ਜਿਹੜੇ ਸਿੱਖ ਉੱਥੇ ਰਹਿੰਦੇ ਨੇ, ਉਹਨਾਂ ਨੂੰ ਵੀ ਸਾਰੀ ਅਸੀਂ ਮਾਰਾਂਗੇ। ਭਾਈ ਦੇਖ ਲਾ, ਤੂੰ ਸਿਰਫ ਆਪਣੇ ਆਪ ਦੀ ਕੁਰਬਾਨੀ ਨਹੀਂ ਦੇ ਰਿਹਾ, ਤੂੰ ਆਪਣੇ ਪਿੰਡ ਵਾਲਿਆਂ ਦੀ, ਆਪਣੇ ਪਰਿਵਾਰ ਦੀ ਵੀ ਨਾਲ ਦੇਂਗਾ। ਸਿਖਾਏ ਪੁੱਤਰ ਕਰ ਦੀਨ ਕਰਾਮ। ਇਸ ਕਰਕੇ ਆਪਣੀ ਤੂੰ ਕੁੱਲ ਰੱਖਣ ਵਾਸਤੇ ਆਪਣੇ ਪੁੱਤਰ ਨੂੰ ਸਮਝਾ ਲਾ ਕਿ ਇਹ ਮੁਸਲਮਾਨ ਬਣ ਜਾਵੇ। ਜਾਂ ਪਿੱਛੇ ਮੈਂ ਰਾਖੋ ਤੋਹੇ। ਹਾਂ ਕਹਿੰਦੇ ਜਾਂ ਜੇ ਕਹਿੰਦਾ ਇਹ ਮੁਸਲਮਾਨ ਬਣ ਜਾਵੇ ਨਾ ਤੇਰਾ ਪੁੱਤਰ ਸ਼ਾਹਬਾਜ਼ ਸਿੰਘ, ਤਾਂ ਤੈਨੂੰ ਮੈਂ ਫਿਰ ਵੀ ਰੱਖ ਲਵਾਂਗਾ, ਤੂੰ ਆਪਣੀ ਸਿੱਖੀ ਕਮਾਈ ਜਾਈਂ, ਕੋਈ ਨਹੀਂ ਤੂੰ ਸਿੱਖ ਰਹੀ, ਪਰ ਇੰਨੀ ਗੱਲ ਹੈ ਤੂੰ ਆਪਣੇ ਪੁੱਤਰ ਨੂੰ ਕਹਦੇ ਉਹ ਮੁਸਲਮਾਨ ਬਣ ਜਾਵੇ, ਤੇ ਤੇਰਾ ਹਾਂ ਤੂੰ ਜਿਹੜਾ ਹਾਂ ਤੂੰ ਸਿੱਖ ਹੋ ਕੇ ਆਪਣਾ ਜੀਵਨ ਬਤੀਤ ਕਰ ਲਈ, ਕੋਈ ਗੱਲ ਨਹੀਂ, ਮੈਂ ਤੈਨੂੰ ਕੁਝ ਨਹੀਂ ਕਹਿੰਦਾ। ਨਵਾਬ ਕਹਿੰਦਾ ਪਰ ਮੇਰੀ ਇੰਨੀਓ ਸ਼ਰਤ ਆਪਣੇ ਪੁੱਤਰ ਨੂੰ ਜ਼ਰੂਰ ਮੁਸਲਮਾਨ ਜਿਹੜਾ ਹਨ ਬਣਾਉਣ ਨੂੰ ਕਹਿ ਦੇ, ਤੂੰ ਤੇਰਾ ਪੁੱਤਰ ਬਣ ਜਾਵੇ। ਫਿਰ ਤੂੰ ਭੀ ਪੁੱਤਰ ਸੋ ਕਰ ਕਛ ਮੋਹੇ। ਹਾਂ ਕਹਿਣਗੇ ਇਸ ਕਰਕੇ ਕਹਿੰਦੇ ਤੂੰ ਵੀ ਪੁੱਤਰ ਸੋ ਕਰ ਕਛ ਮੋਹੇ। ਕਹਿੰਦੇ ਕਿ ਤੂੰ ਵੀ ਕੁਝ ਜਿਹੜਾ ਮੋਹ ਕਰ ਆਪਣੇ ਪੁੱਤਰ ਦਾ, ਪੁੱਤਰ ਦੇ ਨਾਲ ਹੀ ਸਭ ਕੁਝ ਹੈ ਸੰਸਾਰ ਦੇ ਵਿੱਚ, ਪੁੱਤਰਾਂ ਬਿਗਾੜ ਕੀ ਹੋਣਾ ਹੈ ਤੇਰਾ। ਹਾਂਜੀ ਪੁੱਤਰਾਂ ਦੇ ਨਾਲ ਹੀ ਸਭ ਕੁਝ ਚੱਲਦਾ ਹੈ। ਕਹਿੰਦੇ ਆਪਣੇ ਪੁੱਤਰ ਨੂੰ ਤੂੰ ਰੱਖ ਲਾ, ਪੁੱਤਰ ਤੇ ਹੀ ਰਹਿ ਹੈ ਬੰਸ। ਦੇਖੋ ਤੇਰੇ ਪੁੱਤਰ ਨਾਲ ਤੇਰੀ ਬੰਸ ਰਹੇਗੀ ਦੁਨੀਆ ਦੇ ਵਿੱਚ, ਲੋਕਾਂ ਨੂੰ ਜਿਹੜਾ ਹਨ ਗਾਂ ਤੇਰੇ ਪੋਤੇ ਪੜਪੋਤੇ ਸਾਰੇ ਹੋਣਗੇ। ਕਹਿੰਦੇ ਜੇ ਇਹ ਮਰ ਗਿਆ ਤਾਂ ਕੁਝ ਨਹੀਂ ਰਹਿਣਾ ਫਿਰ। ਬਿਨਾ ਪੁੱਤਰ ਹੋਇਆ ਹੈ ਨਿਰਬੰਸ। ਦੇਖੋ ਕਹਿੰਦੇ ਬਿਨਾ ਪੁੱਤਰ ਤੋਂ ਤੇਰੀ ਬੰਸ ਵੀ ਇੱਥੇ ਹੀ ਖਤਮ ਹੋ ਜਾਣੀ ਹੈ। ਸੁਬੇਗ ਸਿੰਘ ਸੁਣ ਐਸੀ ਕਹੀ। ਦੇਖੋ ਕਹਿੰਦੇ ਭਾਈ ਸੁਬੇਗ ਸਿੰਘ ਨੇ ਜਦੋਂ ਨਵਾਬ ਦੀ ਇਹ ਗੱਲ ਸੁਣੀ, ਦੇਖੋ ਕਿੰਨੀ ਚਤਰਾਈ ਦੇ ਨਾਲ ਨਵਾਬ ਇਹ ਗੱਲ ਕਰ ਰਿਹਾ ਹੈ। ਜਦੋਂ ਇਹ ਸੁਣੀ ਭਾਈ ਸੁਬੇਗ ਸਿੰਘ ਜੀ ਨੇ, ਸੱਚ ਨਵਾਬ ਤੈਂ ਜੇਤੀ ਕਹੀ। ਕਹਿਣਗੇ ਨਵਾਬ ਸਾਹਿਬ ਜਿਹੜੀ ਤੂੰ ਗੱਲ ਕਹੀ ਹੈ ਨਾ ਬਿਲਕੁਲ ਠੀਕ ਹੈ। ਹਮਨੇ ਤੁਮਰਾ ਨੂਨ ਸੋ ਖਾਇਆ। ਕਹਿੰਦੇ ਦੇਖ ਜਿਹੜਾ ਨਵਾਬ ਜੀ ਮੈਂ ਤੇਰਾ ਲੂਣ ਖਾਦਾ ਹੈ, ਮੈਂ ਤੇਰਾ ਜਿਹੜਾ ਹਮ ਕੰਮ ਕੀਤਾ ਤੁਹਾਡੇ ਨਾਲ, ਮੈਂ ਤੁਹਾਡਾ ਨਮਕ ਖਾਦਾ ਹੋਇਆ ਹੈ, ਇਸ ਕਰਕੇ ਮੈਂ ਥੋੜਾ ਨਮਕ ਹਰਾਮ ਨਹੀਂ ਕਰਦਾ। ਜਿਹੜਾ ਹਨ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਹੈ ਕਿ ਮੈਂ ਥੋੜਾ ਨਮਕ ਲੂਣ ਖਾਦਾ ਹੋਇਆ ਹੈ। ਬਣੇ ਨਾ ਖੋਟਾ ਤੁਮੇ ਅਲਾਇਆ। ਕਹਿਣ ਲੱਗੇ ਬਣੇ ਨਾ ਖੋਟਾ। ਕਹਿੰਦਾ ਭਾਵੇਂ ਜਿਹੜਾ ਹਨ ਤੁਮੇ ਅਲਾਇਆ, ਤੇਰੇ ਕਹਿਣ ਤੋਂ ਮੈਂ ਆਪਣਾ ਸਿੱਖੀ ਧਰਮ ਨਹੀਂ ਛੱਡ ਸਕਦਾ। ਬੇਸ਼ੱਕ ਮੈਂ ਤੇਰਾ ਲੂਣ ਖਾਦਾ ਹੈ, ਪਰ ਜਿਹੜਾ ਹਨ ਮੈਂ ਆਪਣੀ ਸਿੱਖੀ ਤੋਂ ਖੋਟਾ ਨਹੀਂ ਹੋ ਸਕਦਾ, ਮੈਂ ਆਪਣੀ ਸਿੱਖੀ ਨੂੰ ਪਿੱਠ ਨਹੀਂ ਦੇ ਸਕਦਾ। ਹਮ ਸੁਤ ਆਪਣੇ ਦਇਓ ਉਪਦੇਸ਼। ਕਹਿਣ ਲੱਗੇ ਦੇਖੋ ਮੈਂ ਆਪਣੇ ਪੁੱਤਰ ਨੂੰ ਤਾਂ ਇਹੀ ਉਪਦੇਸ਼ ਦਿੱਤਾ ਹੈ ਜਿਹੜੇ ਮੇਰੇ ਪਿਤਾ ਨੇ ਮੈਨੂੰ ਦਿੱਤਾ ਤੇ ਮੇਰੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ। ਉਪਦੇਸ਼ ਦਾ ਸਿੱਖੀ ਦਾ ਉਹੀ ਹੈ, ਉਹੀ ਰਹੇਗਾ। ਰਾਖਨ ਸਾਚੇ ਗੁਰ ਨਿਜ ਭੇਸ। ਦੇਖੋ ਕਹਿੰਦੇ ਰਾਖਨ ਸਾਚੇ ਗੁਰ, ਕਹਿੰਦੇ ਕਿ ਰੱਖਣਾ ਹੈ ਕਿ ਉਹ ਜਿਹੜਾ ਹਨ ਸੱਚੇ ਗੁਰੂ ਦਾ ਬਖਸ਼ਿਆ ਹੋਇਆ ਗੁਰਸਿੱਖੀ ਦਾ ਲਿਬਾਸ ਹੈ, ਗੁਰਸਿੱਖੀ ਦਾ ਜਿਹੜਾ ਹਨ ਰਹਿਤ ਹੈ, ਕਹਿੰਦੇ ਇਹ ਅਸੀਂ ਰੱਖਣੀ ਹੈ। ਕਹਿੰਦੇ ਇਹੀ ਮੇਰੇ ਪੁੱਤਰ ਨੂੰ ਮੈਂ ਉਪਦੇਸ਼ ਦਿਆਂਗਾ, ਕਿਸੇ ਵੀ ਹਾਲਾਤ ਦੇ ਵਿੱਚ ਸਿੱਖੀ ਦਾ ਭੇਸ, ਸਿੱਖੀ ਦੀ ਰਹਿਤ, ਸਿੱਖੀ ਦਾ ਧਰਮ ਨਹੀਂ ਕਿਤੇ ਛੱਡਣਾ। ਕਹਾ ਜ਼ਿੰਦਗੀ ਕੀ ਪ੍ਰਤੀਤ। ਕਹਿਣ ਲੱਗੇ ਇਹ ਜ਼ਿੰਦਗੀ ਦੀ ਕੀ ਭਰੋਸਾ ਹੈ, ਕੀ ਪ੍ਰਤੀਤ ਹੈ ਇਹ ਜ਼ਿੰਦਗੀ ਦੀ, ਜੀਵਨ ਦੀ। ਯਾ ਸਿਰ ਮਰਨੋ ਬਹੁਤੀ ਰੀਤ। ਦੇਖੋ ਕਹਿੰਦੇ ਹਰ ਇੱਕ ਦੇ ਸਿਰ ਉੱਤੇ ਜੋ ਵੀ ਜਿਉਂਦਾ ਹੈ ਉਹਦੇ ਸਿਰ ਦੇ ਉੱਤੇ ਮੌਤ ਤਾਂ ਖੜੀ ਰਹਿੰਦੀ ਹੋਈ ਹੈ। ਕਹਿੰਦੇ ਉਹ ਨਹੀਂ ਕਿਤੇ ਟਲਦੀ। ਰਹਿ ਧਰਮ ਤਨ ਅਬ ਹੀ ਜਾਏ। ਦੇਖੋ ਜੇ ਧਰਮ ਰਹਿ ਜਾਵੇ ਤਾਂ ਜ਼ਿੰਦਗੀ ਹੁਣੇ ਮੁੱਕ ਜਾਵੇ ਤਾਂ ਵੀ ਜਿਹੜਾ ਹੁਣ ਫਾਇਦੇ ਦਾ ਹੀ ਸੌਦਾ ਹੈ, ਇਹਦੇ ਵਿੱਚ ਸਾਨੂੰ ਫਾਇਦਾ ਹੀ ਫਾਇਦਾ, ਪ੍ਰੋਫਿਟੇਬਲ ਜਿਹੜੀ ਡੀਲ ਹੈ ਇਹ। ਜੇ ਸਾਡਾ ਸਿੱਖੀ ਧਰਮ ਰਹਿ ਜਾਵੇ, ਮੌਤ ਹੁਣੇ ਆ ਜਾਵੇ, ਸਾਨੂੰ ਹੋਰ ਕੀ ਚਾਹੀਦਾ ਹੈ।
ਕਹਿੰਦੇ ਜੀਵਨ ਦਾ ਕੀ ਪਤਾ ਹੁੰਦਾ ਹੈ, ਗਾਂ ਜਾ ਕੇ ਸਿੱਖੀ ਭਾਵੇਂ ਜਿਹੜਾ ਹਨ ਕਿਤੇ ਐਸਾ ਨਾ ਭੈੜਾ ਮੌਕਾ ਆ ਜਾਵੇ ਜਿੱਥੇ ਸਿੱਖੀ ਨੂੰ ਅਸੀਂ ਪਿੱਠ ਦਿਖਾ ਦਈਏ। ਜੇ ਅੱਜ ਸਿੱਖੀ ਨੂੰ ਰੱਖਦਿਆਂ ਹੋਇਆਂ ਸਾਡੀ ਮੌਤ ਹੋ ਜਾਵੇ, ਇਹ ਤੋਂ ਚੰਗਾ ਮੌਕਾ ਕਿਹੜਾ ਮਿਲਣਾ ਹੈ। ਜਬ ਲਗ ਜੀਵੈ ਧਰਮ ਗਵਾਏ। ਦੇਖੋ ਜਦੋਂ ਤੱਕ ਰਹੀਏ ਉਦੋਂ ਜਿਹੜਾ ਹਨ ਰਹੀਏ ਉਦੋਂ ਤੱਕ ਤਾਂ ਧਰਮ ਰੱਖੀਏ ਨਾ। ਕਹਿੰਦੇ ਜਬ ਲਗ ਜੀਵੈ, ਕਹਿੰਦੇ ਕਿ ਇਹ ਧਰਮ ਜਿਹੜਾ ਹੈ ਰੱਖਣਾ ਹੈ, ਗਾਉਣਾ ਨਹੀਂ ਆਪਣੇ ਜੀਵਨ ਦੇ ਵਿੱਚ। ਕਿਤ ਜੀਵਨ ਸੋ ਧਰਮ ਗਵਾਈਏ। ਉਹ ਜੀਵਨ ਦਾ ਕੀ ਮਤਲਬ ਹੈ, ਕੀ ਫਾਇਦਾ ਹੈ। ਦ ਲਾਈਫ ਇਜ਼ ਯੂਸਲੈਸ ਵਿਦਆਊਟ ਫੇਥ। ਕਹਿਣਗੇ ਜੇ ਧਰਮ ਤੋਂ ਬਗੈਰ ਤਾਂ ਇਹ ਜੀਵਨ ਵੀ ਕਿਸੇ ਕੰਮ ਦਾ ਨਹੀਂ ਹੈਗਾ। ਮਰਨੋ ਸਾਚ ਕਿਤੇ ਨਠ ਜਾਈਏ। ਕਹਿਣਗੇ ਮਰਨਾ ਤਾਂ ਸੱਚ ਹੈ, ਬੰਦਾ ਕਿਤੇ ਵੀ ਭੱਜ ਕੇ ਨਹੀਂ ਜਾ ਸਕਦਾ ਇਸ ਸੱਚਾਈ ਤੋਂ। ਸਿੱਖਣ ਕਾਜ ਸੋ ਗੁਰੂ ਹਮਾਰੇ। ਦੇਖੋ ਕਹਿੰਦੇ ਸਾਡੇ ਜਿਹੜੇ ਕਾਰਜ ਨੇ ਉਸ ਗੁਰੂ ਮਹਾਰਾਜ ਜੀ ਆਪ ਹੀ ਕਰਦੇ ਨੇ। ਕਹਿੰਦੇ ਇਸ ਕਰਕੇ ਗੁਰਸਿੱਖਾਂ ਦੇ ਕਾਰਜ ਵਾਸਤੇ ਸਾਡੇ ਗੁਰੂ ਤਾਂ ਆਪ ਖੜਦੇ ਹਨ ਸਾਡੇ ਅੰਗ ਸੰਗ ਹੋ ਕੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਕਹਿੰਦੇ ਗੁਰੂ ਤੱਕ ਸਾਨੂੰ ਕਿਤੇ ਵੀ ਦੂਰ ਨਹੀਂ ਕਰਦਾ, ਸਾਰੇ ਕਾਰਜ ਗੁਰੂ ਆਪ ਹੀ ਸਾਡੇ ਵਾਸਤੇ ਕਰਦਾ ਹੈ। ਉਹੀ ਕਰਤਾ ਧਰਤਾ ਹੈ ਸਾਡਾ। ਸੀਸ ਦਿਓ ਨਿਜ ਸਨ ਪਰਵਾਰੇ। ਦੇਖੋ ਕਹਿੰਦੇ ਅਸੀਂ ਆਪਣਾ ਵੀ ਸੀਸ ਦਿਆਂਗੇ, ਆਪਣੇ ਪਰਿਵਾਰ ਦਾ ਵੀ ਸੀਸ ਦਿਆਂਗੇ। ਤੂੰ ਕਹਿੰਦਾ ਪਰਿਵਾਰ ਨੂੰ ਮਾਰਨਾ, ਬੇਸ਼ੱਕ ਮਾਰ ਦੇ, ਪਰ ਸਾਨੂੰ ਸਿੱਖੀ ਦਾ ਨਾਲ ਪਿਆਰ ਹੈ, ਅਸੀਂ ਸਿੱਖੀ ਰੱਖਣੀ ਹੈ। ਚਾਰੇ ਪੁੱਤਰ ਜਾਨ ਕੁਹਾਏ। ਦੇਖੋ ਕਹਿੰਦੇ ਸਾਡੇ ਜਿਹੜੇ ਹਨ ਵੱਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ। ਅਸੀਂ ਕੌਣ ਹੁੰਦੇ ਹਾਂ, ਉਹ ਤਾਂ ਆਪ ਪਰਮੇਸ਼ਰ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀਆਂ ਕਲਾਂ ਸਮਰੱਥ ਸਨ। ਉਹਨਾਂ ਨੇ ਵੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਨਾ। ਗੁਰੂ ਗੋਬਿੰਦ ਸਿੰਘ ਨੇ ਵੀ ਆਪਣਾ ਵੰਸ਼ ਨਹੀਂ ਰੱਖਿਆ ਦੁਨੀਆ ਦੇ ਵਿੱਚ। ਤੇ ਕਹਿੰਦੇ ਜੋ ਤੂੰ ਕਹਿ ਰਿਹਾ ਹੈ ਨਾ, ਇਹ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਜਿਹੜਾ ਹਨ ਕਰਕੇ ਵੀ ਦਿਖਾ ਦਿੱਤਾ। ਕਹਿੰਦੇ ਉਹਨਾਂ ਦੀ ਵੰਸ਼ ਤਾਂ ਰਹਿ ਜਾਂਦੀ ਫਿਰ ਵੀ ਦੁਨੀਆ ਦਾ ਭਲਾ ਹੁੰਦਾ। ਸਾਡੀ ਵੰਸ਼ ਅਸੀਂ ਰੱਖ ਕੇ ਕੀ ਕਰਨੀ ਹੈ। ਕਹਿੰਦੇ ਜੇ ਉਹਨਾਂ ਨੇ ਨਹੀਂ ਆਪਣੀ ਵੰਸ਼ ਰੱਖੀ ਤਾਂ ਅਸੀਂ ਉਹਨਾਂ ਦੀ ਸਿੱਖੀ ਕਿਉਂ ਛੱਡੀਏ, ਆਪਣੀ ਵੰਸ਼ ਦੇ ਪਿੱਛੇ ਕਿਉਂ ਆਪਣੀ ਸਿੱਖੀ ਨੂੰ ਗਵਾਈਏ। ਸੋ ਚੰਡੀ ਕੀ ਭੇਟ ਕਰਾਏ। ਦੇਖੋ ਕਹਿੰਦੇ ਤਲਵਾਰ ਦੀ ਭੇਟਾ ਤਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰ ਕੀਤੇ ਹਨ। ਹਮ ਕਾਰਨ ਗੁਰ ਕੁਲ ਹੈ ਗਵਾਈ। ਤੇ ਕਹਿੰਦੇ ਅਸੀਂ ਜਿਹੜੇ ਹਨ ਹਮ ਕਾਰਨ, ਸਾਡੇ ਕਰਕੇ ਗੁਰੂ ਨੇ ਆਪਣੀ ਕੁੱਲ ਜਿਹੜੀ ਹਨ ਕੁਰਬਾਨ ਕੀਤੀ ਹੈ। ਹਮ ਕੁਲ ਰਾਖੈ ਕੌਣ ਵਡਾਈ। ਕਹਿਣਗੇ ਅਸੀਂ ਆਪਣੀ ਕੁੱਲ ਰੱਖ ਕੇ ਫਿਰ ਕੀ ਵਡਿਆਈ ਸਾਨੂੰ ਮਿਲਣੀ ਹੈ, ਜੇ ਸਾਡੇ ਗੁਰੂ ਨੇ ਆਪਣੀ ਕੁੱਲ ਵਾਰ ਦਿੱਤੀ ਹੈ। ਅਸੀਂ ਇੱਥੇ ਆਪਣੀ ਕੁੱਲ ਨੂੰ ਰੱਖ ਕੇ ਕੀ ਵਡਿਆਈ ਖੱਟਣੀ ਹੈ। ਐਸੇ ਔਰ ਬਾਤ ਬਹੁ ਭਈ। ਐਸੀਆਂ ਗੱਲਾਂ ਬਹੁਤ ਸਾਰੀਆਂ ਹੋਈਆਂ, ਨਵਾਬ ਨੇ ਬਹੁਤ ਸਾਰੀਆਂ ਕੀਤੀਆਂ। ਨਵਾਬ ਜਿਤ ਤਬ ਐਸੇ ਆਈ। ਫਿਰ ਦੇਖੋ ਨਵਾਬ ਕਿੱਡਾ ਹੁਸ਼ਿਆਰ ਹੈ, ਇਹਦੇ ਮਨ ਵਿੱਚ ਇਹ ਗੱਲ ਆਈ। ਫਿਰ ਯਹ ਪੁੱਤਰ ਸਮਝਾਵੇ ਐਸੇ। ਕਹਿਣ ਲੱਗੇ ਚਲੋ ਇਹ ਪੁੱਤਰ ਨੂੰ ਅਸੀਂ ਐਸਾ ਸਮਝਾਉਂਦੇ ਹਾਂ ਹੁਣ, ਸੋ ਦ੍ਰਿੜ ਹੋਵੇ ਮੁੜੇ ਨਾ ਜੈਸੇ। ਵੀ ਜਿਸ ਤਰ੍ਹਾਂ ਵੀ ਹੋਏ ਇਹਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਮਨਾ ਹੀ ਲਈਏ, ਕਿਵੇਂ ਨਾ ਕਿਵੇਂ ਕਰਕੇ ਇਹਨੂੰ ਮਨਾਉਣਾ ਜਾਂ ਇਹਨੂੰ ਦ੍ਰਿੜ ਕਰਾ ਦੇਵੇ। ਇਹਨੂੰ ਕਹਿ ਦਈਏ ਵੀ ਤੂੰ ਮੁਸਲਮਾਨ ਧਰਮ ਬਣੇ ਲੈ ਹੀ ਲੈ ਬਸ। ਜਾਂ ਤੇ ਜੁਦੋ ਸੋ ਬੇਟਾ ਕਰੋ। ਉਹਨੇ ਇਹ ਫੈਸਲਾ ਕੀਤਾ ਨਵਾਬ ਨੇ ਕਿ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਅੱਡ-ਅੱਡ ਕੀਤਾ ਜਾਵੇ, ਇਹਨਾਂ ਨੂੰ ਸਪਰੇਟ ਕੀਤਾ ਜਾਵੇ ਤੇ ਸ਼ਾਹਬਾਜ਼ ਸਿੰਘ ਜੀ ਨੂੰ ਕੱਲਿਆਂ ਨੂੰ ਪਾਸੇ ਕਰਕੇ ਇਹਨਾਂ ਨੂੰ ਮਨਾਇਆ ਜਾਵੇ। ਡਰਾਏ ਮਾਰ ਵਿੱਚ ਦੀਨੇ ਭਰੋ। ਦੇਖੋ ਕਹਿੰਦੇ ਇਹਨਾਂ ਨੂੰ ਸਮ ਦਮ ਡੰਡ ਭੇਦ ਸਭ ਕੁਝ ਕਰਕੇ ਕਹਿੰਦੇ ਇਹਨਾਂ ਨੂੰ ਅਸੀਂ ਮਨਾ ਲੈਂਦੇ ਹਾਂ, ਕਿਸ ਤਰ੍ਹਾਂ ਵੀ ਕਰਕੇ ਭਾਈ ਸ਼ਾਹਬਾਜ਼ ਸਿੰਘ ਨੂੰ ਮਨਾਈ ਲਈਏ। ਹੁਣ ਕਹਿੰਦੇ ਡਰ ਮਾਰ, ਡਰਾਏ ਮਾਰ, ਕਹਿੰਦੇ ਇਹਨਾਂ ਨੂੰ ਪਹਿਲਾਂ ਮਾਰਨ ਦਾ ਡਰ, ਫਿਰ ਇਹਨਾਂ ਨੂੰ ਪਨਿਸ਼ਮੈਂਟ ਦਾ ਡਰ, ਫਿਰ ਇਹਨਾਂ ਨੂੰ ਕੁੱਟ ਕਟਾਈ ਦਾ ਜਾਂ ਹੋਰ ਕਿੰਨੇ ਤਰੀਕੇ ਹਨ ਇੰਟੈਰੋਗੇਸ਼ਨ ਦੇ, ਉਹ ਕਰਾਂਗੇ ਜੀ। ਦੁਖੀ ਹੋਤ ਜਬ ਬਹੁਤ ਸਰੀਰ। ਜਦੋਂ ਇਹਨਾਂ ਦੇ ਪੁੱਤਰ ਦੇ ਸਰੀਰ ਨੂੰ ਦੁੱਖ ਲੱਗਿਆ, ਬਹੁਤ ਸਾਰਾ ਦੁੱਖ ਲੱਗਿਆ, ਸੱਟਾਂ ਲੱਗੀਆਂ। ਭੁੱਲ ਜਾਤ ਹੈ ਗੁਰਵਾ ਪੀਰ। ਫਿਰ ਇਹ ਭੁੱਲ ਜਾਏਗਾ ਆਪਣੀ ਜਾਤ ਨੂੰ, ਜਿਹੜੀ ਜਾਤ ਇਹਨਾਂ ਦੀ ਸਿੱਖਾਂ ਦੀ ਹੈ। ਤੇ ਕਹਿੰਦੇ ਫਿਰ ਇਹ ਭੁੱਲ ਜਾਏਗਾ ਇਹਦੇ ਗੁਰੂ ਨੂੰ ਜਾਂ ਇਹਨਾਂ ਦਾ ਜਿਹੜਾ ਪੀਰ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹਨੇ ਭੁੱਲ ਜਾਣਾ ਹੈ। ਇੱਥੇ ਜਿਹੜਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਪੀਰ, ਕਿਉਂਕਿ ਗੁਰੂ ਨਾਨਕ ਨੂੰ ਪੀਰ ਕਹਿੰਦੇ ਸਨ ਨਾ, ਕਹਿੰਦੇ ਫਿਰ ਉਹ ਜਿਹੜਾ ਗੁਰੂ ਨਾਨਕ ਦੀ ਵੀ ਜਿਹੜਾ ਪੀਰ ਜਿਹੜਾ ਇਹਨਾਂ ਦਾ ਉਹਨੂੰ ਵੀ ਭੁੱਲ ਜਾਏਗਾ। ਦੇਵੋ ਦੁੱਖ ਵਹਿ ਬਹੁਤ ਸਰੀਰ। ਕਹਿਣਗੇ ਇਹਨਾਂ ਦੇ ਸਰੀਰ ਨੂੰ ਅਸੀਂ ਬਹੁਤ ਹੀ ਦੁੱਖ ਦਵਾਂਗੇ ਆ ਕੇ ਹੁਣ। ਜੋ ਮੰਗੈ ਸੋ ਦੇਹੋ ਜਗੀਰ। ਦੇਖੋ ਕਹਿੰਦੇ ਜੇ ਇਹ ਜਿਹੜਾ ਹਨ ਜਿਹੜਾ ਦਮ ਤੇ ਆ ਜਾਵੇ, ਮਤਲਬ ਕਿ ਸੌਦਾ ਕਰਨ ਵਿੱਚ ਨੈਗੋਸ਼ੀਏਟ ਵਿੱਚ ਆ ਜਾਵੇ, ਤਾਂ ਇਹਨੂੰ ਵੱਡੀ ਜ਼ਮੀਨ ਦੇ ਦਿਆਂਗੇ। ਤਬ ਤਿਸ ਦੇਣ ਲੱਗੇ ਬਹੁਤ ਦੁੱਖ। ਫਿਰ ਕੀ ਹੋਇਆ, ਭਾਈ ਸ਼ਾਹਬਾਜ਼ ਸਿੰਘ ਨੂੰ ਅੱਡ ਕਰਕੇ ਬੜਾ ਦੁੱਖ ਦੇਣ ਲੱਗੇ ਜੀ, ਬੜੇ ਟੌਰਚਰਸ ਉਹਨਾਂ ਨੂੰ ਕੀਤੇ, ਬੜੇ ਤਰ੍ਹਾਂ ਨਾਲ ਉਹਨਾਂ ਨੂੰ ਮਾਰਿਆ ਕੁੱਟਿਆ। ਟਾਂਗੈ ਖੀਚੈ ਕੁੱਟੈ ਮੁਖ। ਦੇਖੋ ਕਿਵੇਂ ਕੀਤਾ ਜੀ, ਟਾਂਗੈ ਖਿੱਚ, ਉਹਨਾਂ ਨੂੰ ਫੜ ਕਰਕੇ ਬੰਨ ਕਰਕੇ ਉਹਨਾਂ ਦੀਆਂ ਬਾਹਾਂ ਲੱਤਾਂ ਨੂੰ ਜਿਹੜਾ 5-6 ਬੰਦਿਆਂ ਨੇ ਅੱਗੇ ਨੂੰ ਖਿੱਚਣਾ,
ਸੋ ਜਿਹੜਾ ਹਾਂ ਸਾਰੀ ਪੀੜ ਜਿਹੜੀ ਚੂਲੇ ਵਿੱਚ ਜਾਣੀ, ਲੱਤਾਂ ਦੀਆਂ ਜਿਹੜੇ ਜਿੰਨੇ ਵੀ ਜੋੜ ਹਨ ਗੋਡਿਆਂ ਦੇ ਗਿੱਟਿਆਂ ਦੇ ਉਹ ਸਾਰੇ ਢਿੱਲੇ ਕਰ ਦਿੱਤੇ ਜੀ। ਏਕ ਟੰਗ ਫੜ ਤਿਸੈ ਘੁਮਾਵੈ, ਤੇ ਕਹਿੰਦੇ ਕੁੱਟੇ ਮੁਖ, ਫਿਰ ਉਹਨਾਂ ਦਾ ਮੂੰਹ ਦੇ ਉੱਤੇ ਚਪੇੜਾ ਮਾਰਨੀਆਂ, ਘਸੁੰਨ ਮਾਰਨੇ, ਉਹਨਾਂ ਦਾ ਮੂੰਹ ਵੀ ਭੰਨਣਾ ਕੀਤਾ, ਦੰਦ ਭੰਨੇ ਉਹਨਾਂ ਦੇ। ਏਕ ਟੰਗ ਫੜ ਤਿਸੈ ਘੁਮਾਵੈ, ਦੇਖੋ ਫਿਰ ਉਹਨਾਂ ਦੀ ਇੱਕ ਲੱਤ ਨੂੰ ਫੜ ਕੇ ਉਹਨਾਂ ਨੂੰ ਜ਼ੋਰ-ਜ਼ੋਰ ਦੀ 5-6 ਬੰਦਿਆਂ ਨੇ ਘੁਮਾਉਣਾ, ਖਿੱਚਣਾ ਵੀ ਐਸਾ ਜਿਵੇਂ ਹਵਾ 'ਚ ਉਡਾਉਂਦੇ ਹੁੰਦੇ, ਭਮੀਰੀ ਉੱਡਦੀ ਹੁੰਦੀ ਹੈ, ਉਵੇਂ ਉਡਾਇਆ ਜੀ। ਬਾਹ ਖੈਂਚ ਫਿਰ ਪਿੱਛੇ ਗਿਰਾਵੈ, ਫਿਰ ਕਹਿੰਦੇ ਉਹਨਾਂ ਦੀਆਂ ਬਾਹਾਂ ਨੂੰ ਖਿੱਚਿਆ, ਦੋਵੇਂ ਬਾਹਾਂ ਜਿਵੇਂ ਜਿਹੜੀਆਂ ਆਮ ਸਨ ਉਹਨਾਂ ਨੂੰ ਜ਼ੋਰ ਦੀ ਖਿੱਚਿਆ ਤੇ ਪਿੱਛੇ ਨੂੰ ਜਿਹੜਾ ਹਨ ਉਹਨਾਂ ਦੀਆਂ ਬਾਹਾਂ ਨੂੰ ਘੁਮਾ ਦਿੱਤਾ, ਮਤਲਬ ਆ ਜਿਹੜਾ ਹੈ ਜੋੜ ਇਹ ਵੀ ਕੱਢ ਦਿੱਤਾ ਵਿੱਚੋਂ। ਸੋ ਉਹਨਾਂ ਦੀਆਂ ਬਾਹਾਂ ਪਿੱਛੇ ਨੂੰ ਕਰਕੇ ਤੇ ਪਿੱਛੇ ਨੂੰ ਉਹਨਾਂ ਨੂੰ ਡੇਗ ਦਿੱਤਾ। ਕੋਈ ਦੰਤਨ ਨਖਨ ਚੁਬਾਵੈ, ਕਹਿਣ ਲੱਗੇ ਕੋਈ ਦੰਤਨ ਨਖਣ ਚੁਬਾਵੈ, ਕਹਿਣਗੇ ਉਹਨਾਂ ਦੇ ਫਿਰ ਸਰੀਰ ਨੂੰ ਜਿਹੜਾ ਬਾਈਟ ਕੀਤੀਆਂ ਜੀ, ਆਪਣੇ ਦੰਦਾਂ ਦੇ ਨਾਲ ਉਹਨਾਂ ਨੇ ਦੰਦੀਆਂ ਵੀ ਵੱਢੀਆਂ। ਦੰਦੀਆਂ ਵੱਢਣਿਆਂ ਦਾ ਜਿਹੜਾ ਹੁੰਦਾ ਹੈ ਤੀਤ ਬਾਈਟ ਜਿਹੜੇ ਹੁੰਦੇ ਉਹਨਾਂ ਦੇ ਸਰੀਰ ਤੇ ਕੀਤੇ, ਤੇ ਕਈ ਥਾਵਾਂ ਤੇ ਲੰਮੇ ਨੌ ਲੈ ਕੇ ਝਰੀਟਾਂ ਮਾਰੀਆਂ ਜੀ ਉਹਨਾਂ ਦੇ ਸਰੀਰ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੇ। ਉਲਟੋ ਸੁਲਟੋ ਕਰੈ ਸੰਤਾਵੈ, ਦੇਖੋ ਕਹਿੰਦੇ ਉਹਨਾਂ ਨੂੰ ਫੇਰ ਇੰਨੀਆਂ ਸਜ਼ਾਵਾਂ ਦੇ ਕੇ ਪਹਿਲਾਂ ਤਾਂ ਚੜਖੜੀ ਤੇ ਚੜਾਇਆ ਸੀ, ਉਸ ਤੋਂ ਬਾਅਦ ਇਹ ਸਭ ਕੁਝ ਕੀਤਾ, ਫਿਰ ਉਹਨਾਂ ਨੂੰ ਪੁੱਠੇ ਕਰਕੇ ਉਹਨਾਂ ਦੇ ਉੱਤੇ ਡੰਡੇ ਸੋਟੇ ਮਾਰੇ ਜੀ, ਕਰੇ ਸਤਾਵੇ, ਬੜਾ ਸਤਾਇਆ ਜੀ। ਖੇਚੈ ਨਾਕ ਕਾਨ ਦੁਖ ਦੇਹ, ਕਿਤੇ ਉਹਨਾਂ ਦਾ ਨੱਕ ਜ਼ੋਰ ਦੀ ਖਿੱਚ ਦਿੰਦੇ ਨੇ, ਕਿਤੇ ਜਿਹੜਾ ਕੰਨ ਜਿਹੜੇ ਨੇ ਇਹ ਜ਼ੋਰ ਦੀ ਖਿੱਚਦੇ ਹਨ। ਕਹੈ ਦੰਤ ਇਹ ਤੋੜ ਸੋ ਲੇਹ, ਦੇਖੋ ਕਹਿੰਦੇ ਫਿਰ ਉਹਨਾਂ ਦੇ ਦੰਦ ਵੀ ਤੋੜਨਾ ਕੀਤੇ, ਉਹਨਾਂ ਨੇ ਦੰਦਾਂ ਦੇ ਉੱਤੇ ਘਸੁੰਨ ਮਾਰ ਕੇ ਦੰਦ ਤੋੜੇ ਜੀ। ਕਉ ਕਹੈ ਯਹ ਹੈ ਮਾਚਲ, ਕਹਿ ਲਗੇ ਦੇਖੋ ਕਹਿੰਦੇ ਇਹ ਮਚਲਾ ਹੈ, ਮਚਲਾ, ਕਹਿੰਦੇ ਇਹ ਤਾਂ ਹੁਣ ਬੋਲਦਾ ਹੀ ਨਹੀਂ। ਹੁਣ ਭਾਈ ਸ਼ਾਹਬਾਜ਼ ਸਿੰਘ ਨੇ ਮੁਖ ਤੋਂ ਕੁਝ ਨਹੀਂ ਕਿਹਾ, ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ। ਕਹਿੰਦੇ ਸਾਰੀ ਕੁੱਟ ਉਹਨਾਂ ਦਾ ਦੱਬ ਜਿਹੜਾ ਸੀਗਾ ਉਹਨਾਂ ਨੇ ਦੱਬਿਆ ਕੁੱਟਿਆ, ਉਹਨਾਂ ਦਾ ਸਾਰਾ ਸਹਾਰੀ ਜਾਂਦਾ ਹੈ। ਉਤਾਰ ਲੇਹੋ ਅਬ ਜਾਂ ਕੀ ਖਲ, ਕਹਿੰਦੇ ਕਿ ਚਲੋ ਜੀ ਹੁਣ ਜੇ ਨਹੀਂ ਮੰਨਦਾ ਇਹਨਾਂ ਦੀ ਸਾਰੀ ਸਕਿਨ ਨੂੰ ਉਤਾਰ ਦਿਓ, ਇਹਨਾਂ ਦੀ ਖਲ ਨੂੰ ਉਤਾਰ ਦਿਓ, ਹੁਣ ਇਹਨਾਂ ਦੀ ਸਕਿਨ ਸਾਰੀ ਉਤਾਰ ਦਿਓ ਜੀ ਸਰੀਰ ਤੋਂ। ਐਸੇ ਦੁੱਖ ਕਹਾ ਲਓ ਗਨੀਏ, ਕਹਿ ਲਗੇ ਐਸੇ ਦੁੱਖ ਜਿਹੜੇ ਭਾਈ ਸ਼ਾਹਬਾਜ਼ ਨੂੰ ਦਿੱਤੇ ਕਿੱਥੋਂ ਤੱਕ ਗਿਣ ਕੇ ਦਸੀਏ, ਨਹੀਂ ਦੱਸੇ ਜਾਂਦੇ ਜੀ। ਬੜਾ ਦੁੱਖ ਦਿੱਤਾ ਇੰਟੈਰੀਗੇਸ਼ਨ ਦੇ ਵਿੱਚ ਉਹਨਾਂ ਦੇ ਉੱਤੇ, ਇੰਨੇ ਜ਼ਿਆਦੇ ਤਦਸ਼ਤਤ ਜਿਹੜੇ ਸਨ ਉਹਨਾਂ ਨੇ ਕਰਨਾ ਕੀਤੇ, ਉਹਨਾਂ ਨੂੰ ਜਿਹੜਾ ਇੰਨਾ ਮਾਰਿਆ ਕੁੱਟਿਆ ਤੇ ਇੰਨਾ ਟੌਰਚਰ ਕੀਤਾ ਜੀ। ਜਿਤਨੇ ਤਿਨਕੇ ਦਿੱਤੇ ਭਨੀਏ, ਕਹਿਣ ਲੱਗੇ ਜਿੰਨੇ ਵੀ ਉਹਨਾਂ ਦੇ ਦਿੱਤੇ ਹਨ ਜਿਹੜੇ ਹਨ ਇਹ ਸਜ਼ਾਵਾਂ, ਇਹ ਟੌਰਚਰਿੰਗ ਜਿਹੜੀ ਟੌਰਚਰ ਕੀਤਾ ਹੈ ਕਿੰਨੇ ਤਰੀਕੇ ਨਾਲ ਕੀਤੇ, ਜੇ ਗਿਣੇ ਜਾਣ ਤਾਂ ਕਹਿੰਦੇ ਕਿੱਥੋਂ ਤੱਕ ਗਿਣੀਏ। ਕਹਿ ਨਵਾਬ ਫਿਰ ਚਰਖੜੀ ਚੜਾਵੋ, ਫੇਰ ਕਹਿੰਦੇ ਨਵਾਬ ਕਹਿਣ ਲੱਗਾ ਜੇ ਨਹੀਂ ਮੰਨਦਾ ਫੇਰ ਚਰਖੜੀ ਤੇ ਚੜਾ ਦਿਓ ਇਹਨਾਂ ਨੂੰ। ਹੁਣ ਡਾਰ ਯਾਹੇ ਕੀ ਜਾਨ ਗਵਾਵੋ, ਕਹਿੰਦੇ ਡਾਰ ਯਾਹੇ, ਕਹਿੰਦੇ ਉਸ ਚਰਖੜੀ ਨੂੰ ਨੇੜੇ ਕਰਕੇ ਉਹ ਦੋਵੇਂ ਵੀਲਸ ਨੂੰ ਇੱਕ ਵਾਰੀ ਮਾਰੇ ਦਿਓ ਉਹਨਾਂ ਨੂੰ ਤੁੰਬਾ ਕਰਕੇ। ਦੋਹਰਾ ਦੇਤ ਦੁੱਖ ਸੋ ਥੱਕ ਗਇਓ ਰਹਿਓ ਨਾ ਔਰ ਉਪਾਏ, ਦੇਖੋ ਕਹਿੰਦੇ ਭਾਈ ਸ਼ਾਹਬਾਜ਼ ਸਿੰਘ ਨੂੰ ਇੰਨੇ ਦੁੱਖ ਦਿੱਤੇ ਕਿ ਉਹਨਾਂ ਦੇ ਇੰਟੈਰੀਗੇਸ਼ਨ ਜਿਹੜੇ ਟੌਰਚਰਸ ਹੁੰਦੇ ਹਨ ਸਾਰੇ ਮੁੱਕ ਗਏ। ਉਹਨਾਂ ਦੇ ਜਿਹੜੇ ਜਿੰਨੇ ਵੀ ਉਹਨਾਂ ਦੇ ਸੀਗੇ ਨਾ ਉਹ ਸਾਰਾ ਮੁੱਕ ਗਿਆ। ਉਹਨਾਂ ਨੂੰ ਪਤਾ ਨਾ ਲੱਗੇ ਵੀ ਹੁਣ ਇਹਦੇ ਨਾਲ ਕਿਹੜਾ ਟੌਰਚਰ ਕਰੀਏ। ਤੇ ਇੰਨਾ ਕਰਦਿਆਂ ਉਹ ਕਰਨ ਵਾਲੇ ਵੀ ਥੱਕ ਗਏ ਜਲਾਦ, ਉਹਨਾਂ ਨੇ ਵੀ ਹੱਥ ਚੱਕ ਤੇ ਭਾਈ ਸਾਡੇ ਤੋਂ ਨਹੀਂ ਹੁਣ ਹੁੰਦਾ, ਇਹ ਤਾਂ ਜਿਹੜਾ ਕੁਝ ਬੋਲਦਾ ਨਹੀਂਗਾ ਤੇ ਚੁੱਪ ਜਿਹੜਾ ਮਚਲਾ ਹੋਇਆ ਪਿਆ ਹੈ, ਇਹ ਨਹੀਂ ਕੁਝ ਕਰਦਾ। ਕਹਿੰਦੇ ਇਹਨੂੰ ਨਾ ਬੋਲਦਾ ਨਾ ਕਰਦਾ ਨਾ ਕੋਈ ਇਸ਼ਾਰਾ ਕਰਦਾ ਹੈ। ਕਹਿੰਦੇ ਹੁਣ ਇਹਨਾਂ ਨੂੰ ਕੁੱਟਣਾ ਵੀ ਕੀ ਕੁੱਟਣਾ ਹੈ, ਕਿ ਉਹ ਥੱਕ ਗਏ ਜੀ ਕੁੱਟ ਕੇ। ਕਹਿੰਦੇ ਕਿ ਜਿਹੜਾ ਹਨ ਰਹਿਓ ਨਾ ਔਰ ਉਪਾਏ, ਹੋਰ ਕੋਈ ਉਪਾਅ ਨਹੀਂ ਰਹਿ ਗਿਆ। ਤਬ ਬਾਲਕ ਵੀ ਚੁੱਪ ਭਇਓ ਗਸੀ ਪਰੀ ਤਿਸ ਆਏ, ਕਹਿਣ ਲੱਗੇ ਉਸ ਵੇਲੇ ਭਾਈ ਸ਼ਾਹਬਾਜ਼ ਸਿੰਘ ਵੀ ਚੁੱਪ ਹੋ ਗਿਆ। ਕਹਿੰਦੇ ਜਿਹੜਾ ਹਨ ਗੁਰੂ ਮਹਾਰਾਜ ਦਾ ਸ਼ਬਦ ਤਾਂ ਜਿਹੜਾ ਹਨ ਪਹਿਲਾਂ ਪੜ੍ਹਦਾ ਰਿਹਾ ਮੂੰਹ ਤੋਂ ਉੱਚੀ, ਫਿਰ ਹੌਲੀ ਕਰਦਾ ਉਹ ਵੀ ਚੁੱਪ ਕਰ ਗਿਆ। ਅੰਦਰੋਂ ਮਨ ਕਰਕੇ ਪੜਨ ਲੱਗਿਆ। ਹੋਰ ਸਜ਼ਾਵਾਂ ਮਿਲੀਆਂ, ਵਿਚਾਰਾ ਬੇਹੋਸ਼ ਦੀ ਹਾਲ ਵਿੱਚ ਹੋ ਗਿਆ। ਚੌਪੇ ਤਬ ਚੰਡਾਲ ਯੋ ਆਨ ਪੁਕਾਰਾ, ਫਿਰ ਚੰਡਾਲ ਨੇ ਆ ਕੇ ਉਸ ਨਵਾਬ ਨੂੰ ਇਹ ਕਿਹਾ ਜੀ, ਪੁਕਾਰ ਕੇ ਆ ਕੇ ਕਿਹਾ, ਕੀ ਕਹਿੰਦਾ ਹੈ? ਆਪ ਭਇਓ ਬਾਲਕ ਮਰਨੇ ਵਾਰਾ, ਕਹਿੰਦੇ ਹੁਣ ਤਾਂ ਇਹ ਬਾਲਕ ਮਰਿਆ ਹੀ ਪਿਆ, ਅੱਧ ਮਰਿਆ ਤਾਂ ਹੋ ਗਿਆ, ਇਹ ਤਾਂ ਮਰਨ ਵਾਲਾ ਹੀ ਆ, ਹੁਣ ਨਹੀਂ ਇਹ ਬਚਦਾ ਹੈਗਾ। ਸੁਬੇਗ ਸਿੰਘ ਸੁਨ ਹੋਇਓ ਰਾਜੀ, ਕਹਿਣਗੇ ਇਹ ਗੱਲ ਜੋ ਭਾਈ ਸੁਬੇਗ ਸਿੰਘ ਨੂੰ ਪਤਾ ਲੱਗੀ ਉਹ ਬੜੇ ਖੁਸ਼ ਹੋਏ ਕਿ ਸਾਡੇ ਪੁੱਤਰ ਨੇ ਹੁਣ ਸ਼ਹੀਦੀ ਪਾ ਲਈ ਹੈ। ਉਹ ਤਾਂ ਬੜੇ ਖੁਸ਼ ਹੋਏ, ਕਹਿੰਦੇ ਬੜਾ ਚੰਗਾ ਹੀ ਹੋਇਆ। ਸਤਿਗੁਰ ਰਾਖੀ ਹਮਰੀ ਲਾਜੀ, ਕਹਿਣਗੇ ਹੇ ਸਤਿਗੁਰੂ ਸੱਚੇ ਪਾਤਸ਼ਾਹ, ਅਰਦਾਸ ਕਰਦੇ ਹਨ ਭਾਈ ਸੁਬੇਗ ਸਿੰਘ ਜੀ ਕਿ ਪਾਤਸ਼ਾਹ ਜੀ ਲਾਜ ਰੱਖ ਲਈ ਸਾਡੇ ਪੁੱਤਰ ਨੇ ਜਿਹੜਾ ਹਨ ਸਿੱਖੀ ਕੇਸਾਂ ਸਵਾਬਜ਼ਾਂ ਦੇ ਨਾਲ ਨਿਭਾ ਦਿੱਤੇ। ਧੰਨ ਪੁੱਤਰ ਤਬ ਧੰਨ ਹੈ ਜਨਨੀ, ਕਹਿਣਗੇ ਹੇ ਪੁੱਤਰ ਸ਼ਾਹਬਾਜ਼ ਸਿੰਘ ਤੂੰ ਧੰਨ ਹੈ, ਤੇਰੀ ਮਾਂ ਤੈਨੂੰ ਜਨਮ ਦੇਣ ਵਾਲੀ ਵੀ ਧੰਨ ਹੈ।
ਰਹਿਓ ਧਰਮ ਅਬ ਹਮਰੋ ਬਨ। ਦੇਖੋ ਕਹਿੰਦੇ ਇਹ ਜਿਹੜਾ ਧਰਮ ਹੈ ਸਾਡਾ ਇਹ ਬਣਿਆ ਰਹਿ ਗਿਆ ਜੀ, ਸਾਡੀ ਕੁਲ ਦੇ ਵਿੱਚੋਂ ਸਾਡੇ ਪੁੱਤਰ ਨੇ ਕਮਾ ਲਿਆ ਜੀ ਜਿਹੜਾ ਹਨ ਧਰਮ। ਕਹਿੰਦੇ ਇਹਦੇ ਕਰਕੇ ਹੀ ਸਾਨੂੰ ਮਾਣ ਹੈ ਆਪਣੇ ਪੁੱਤਰ ਤੇ। ਸੁਬੇਗ ਸਿੰਘ ਕੋ ਸੋਚਿਤ ਆਇਓ। ਕਹਿਣ ਲਗੇ ਉਸ ਵੇਲੇ ਭਾਈ ਸੁਬੇਗ ਸਿੰਘ ਜੀ ਨੂੰ ਇਹ ਫੁਰਨਾ ਐਸਾ ਆਇਆ, ਕਿਸੇ ਬਾਪ ਨੇ ਪੁੱਤਰ ਚਿਰਾਇਓ। ਕਹਿਣ ਲਗੇ ਕਿਸੇ ਬਾਪ ਨੇ ਆਪਣੇ ਪੁੱਤਰ ਜਿਹੜੇ ਹਨ ਆਪਣੇ ਸਾਹਮਣੇ ਚੀਰ ਲਏ ਸਨ, ਟੁਕੜੇ ਟੁਕੜੇ ਵੀ ਕਰਾ ਲਏ ਸਨ। ਕਹਿੰਦੇ ਇਹ ਜਿਹੜੇ ਹਨ ਬਾਪ ਨੇ, ਉਹ ਕੌਣ ਹੈ ਬਾਪ ਜੀ? ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਚਮਕੌਰ ਦੀ ਗੜੀ ਤੇ ਖੜ ਕਰਕੇ ਆਪਣੇ ਪੁੱਤਰਾਂ ਨੂੰ ਜਿਹੜਾ ਹਨ ਉਸ ਤੇਗ ਦੇ, ਉਸ ਗੋਲੀਆਂ ਦੇ, ਤੀਰਾਂ ਦੇ ਵਾਰ ਖਾਂਦਿਆਂ ਹੋਇਆਂ ਮਹਾਰਾਜ ਨੇ ਆਪ ਦੇਖੇ ਸਨ। ਤਬ ਨਵਾਬ ਨੇ ਨੀਰ ਮੰਗਾਇਓ। ਉਸ ਵੇਲੇ ਨਵਾਬ ਨੇ ਦੇਖਿਆ ਸ਼ਾਹਬਾਜ਼ ਸਿੰਘ ਵੱਲ ਵੀ ਇਹ ਬੇਹੋਸ਼ ਹੋ ਗਿਆ, ਉਹਨੇ ਪਾਣੀ ਮੰਗਵਾਇਆ। ਕੁਛ ਛਿੜਕਿਓ ਕਿਛ ਮੁਖ ਤਿਸ ਪਾਇਓ। ਦੇਖੋ ਉਹਦੇ ਮੁਖ ਦੇ ਉੱਤੇ ਭਾਈ ਸ਼ਾਹਬਾਜ਼ ਸਿੰਘ ਦੇ ਮੁਖ ਤੇ ਆ ਕੇ ਉਹਨਾਂ ਨੇ ਪਾਣੀ ਛਿੜਕ ਦਿੱਤਾ ਤੇ ਥੋੜਾ ਬਹੁਤਾ ਭਾਈ ਸ਼ਾਹਬਾਜ਼ ਸਿੰਘ ਦੇ ਮੂੰਹ ਚ ਪਾ ਦਿੱਤਾ। ਤਬ ਕੁਛ ਜੀਵ ਦੇਹ ਮੇ ਆਇਆ। ਤੇ ਫਿਰ ਕੁਝ ਹੋਸ਼ ਆਇਆ ਭਾਈ ਸ਼ਾਹਬਾਜ਼ ਸਿੰਘ ਜੀ ਨੂੰ। ਦੇ ਕੇ ਦਿਲਾਸਾ ਤਬੈ ਬੁਲਾਇਆ। ਬੜਾ ਦਿਲਾਸਾ ਦਿੱਤਾ, ਭਾਈ ਕੋਈ ਨਹੀਂ, ਜੋ ਹੋ ਗਿਆ ਸੋ ਹੋ ਗਿਆ। ਭਾਈ ਸ਼ਾਹਬਾਜ਼ ਸਿੰਘ ਜੀ ਹਜੇ ਜਿਉਂਦੇ ਸਨ ਤੇ ਉਹਨਾਂ ਨੂੰ ਚੁੱਕ ਕੇ ਲਿਆਂਦਾ ਨਵਾਬ ਕੋਲ। ਆਪ ਤੁਮ ਜਨਮ ਭਇਓ ਹੈ ਨਯੋ। ਕਹਿਣ ਲੱਗੇ ਹੁਣ ਦੇਖੋ ਕਿੱਡਾ ਹੁਸ਼ਿਆਰ ਹੈ ਨਵਾਬ। ਇਹ ਕਹਿੰਦਾ ਭਾਈ ਸ਼ਾਹਬਾਜ਼ ਸਿੰਘ ਮੇਰੀ ਗੱਲ ਸੁਣ, ਕਹਿੰਦੇ ਹੁਣ ਤੇਰਾ ਨਵਾਂ ਜਨਮ ਹੋਇਆ ਹੈ। ਤੂੰ ਸਿੱਖ ਦੇ ਧਰਮ 'ਚ ਜਦੋਂ ਸੀਗਾ ਨਾ, ਤੈਨੂੰ ਇੰਨੇ ਟੌਰਚਰ ਕੀਤੇ, ਤੈਨੂੰ ਇੰਨਾ ਕੁੱਟਿਆ ਮਾਰਿਆ, ਤੂੰ ਆਪਣਾ ਸਿੱਖ ਧਰਮ ਕਮਾ ਲਿਆ ਤੇ ਉਹ ਧਰਮ ਦੇ ਵਿੱਚ ਤੂੰ ਮਰ ਗਿਆ ਸੀਗਾ, ਤੂੰ ਸ਼ਹੀਦੀ ਪਾ ਲਈ ਸੀ ਆਪਣੀ। ਹੁਣ ਜਿਹੜਾ ਤੈਨੂੰ ਜਨਮ ਮਿਲਿਆ ਇਹ ਦੂਜਾ ਜਨਮ ਮਿਲਿਆ ਹੈ। ਨਹੀਂ ਦੋਸ ਤੁਧ ਦੀਨ ਬਚਾਇਓ। ਦੇਖੋ ਕਹਿੰਦੇ ਹੁਣ ਤੂੰ ਜੇ ਇਸਲਾਮ ਵਿੱਚ ਆ ਜਾਊਗਾ ਕੋਈ ਦੋਸ਼ ਨਹੀਂ ਲੱਗੇਗਾ, ਕਿਉਂਕਿ ਤੂੰ ਸਿੱਖ ਹੋਣ ਦੇ ਨਾਤੇ ਤੂੰ ਸਿੱਖੀ ਆਪਣੇ ਅਖੀਲੇ ਸਵਾਸ ਤੱਕ ਕਮਾ ਲਈ ਸੀਗੀ। ਹੁਣ ਤੈਨੂੰ ਅੱਲਾਹ ਖੁਦਾ ਨੇ ਇੱਕ ਨਵਾਂ ਜਨਮ ਦਿੱਤਾ ਹੈ, ਇਸ ਕਰਕੇ ਤੈਨੂੰ ਕੋਈ ਦੋਸ਼, ਤੈਨੂੰ ਕੋਈ ਪਾਪ ਨਹੀਂ ਲੱਗੇਗਾ। ਹੁਣ ਤੇਰਾ ਦੂਜਾ ਜਨਮ ਤੂੰ ਮੁਸਲਮਾਨ ਬਣ ਜਾ। ਮੁਸਲਮਾਨ ਹਿੰਦੂ ਜੋ ਭਏ। ਕਹਿਣਗੇ ਜਿਹੜੇ ਹਿੰਦੂ ਮੁਸਲਮਾਨ ਹੋ ਜਾਂਦੇ ਹਨ ਜਾਂ ਹੋ ਚੁੱਕੇ ਹਨ, ਉੱਥੇ ਕਈ ਐਸੇ ਸਨ ਜਿਨ੍ਹਾਂ ਨੇ ਪਹਿਲਾਂ ਮੁਸਲਮਾਨ ਬਣੇ ਹੋਏ ਸਨ, ਜ਼ਬਰਦਸਤੀ ਨਾਲ, ਖੁਸ਼ੀ ਨਾਲ। ਕਿੰਨਿਆਂ ਨੇ ਹਿੰਦੂਆਂ ਨੇ ਆਪਣਾ ਧਰਮ ਛੱਡ ਕੇ ਮੁਸਲਮਾਨ ਬਣੇ ਹੋਏ ਸਨ, ਲਾਹੌਰ ਦੇ ਦਰਬਾਰ ਵਿੱਚ ਰਹਿੰਦੇ ਸਨ। ਨਵਾਬ ਮੰਗਾਏ ਖੜੇ ਢਿੱਗ ਕਏ। ਦੇਖੋ ਉਹਨਾਂ ਨੇ ਉਹ ਬੰਦੇ ਮੰਗਵਾਏ ਜਿਹੜੇ ਹਿੰਦੂ ਮੁਸਲਮਾਨ ਬਣੇ ਹੋਏ ਸਨ, ਉਹਨਾਂ ਨੂੰ ਸੱਦਿਆ ਕਿ ਸ਼ਾਹਬਾਜ਼ ਸਿੰਘ ਨੂੰ ਆ ਕੇ ਸਮਝਾਓ ਕਿ ਦੇਖੋ ਹਿੰਦੂ ਤੋਂ ਮੁਸਲਮਾਨ ਬਣਨਾ ਕਿੰਨਾ ਚੰਗਾ ਹੁੰਦਾ ਹੈ। ਤਿੰਨ ਬਾਲਕ ਕੋ ਬਾਤਨ ਲਾਇਆ। ਹਾਂ ਕਹਿਣ ਲੱਗੇ ਉਹਨਾਂ ਨੇ ਆ ਕੇ ਭਾਈ ਸ਼ਾਹਬਾਜ਼ ਸਿੰਘ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਭਾਈ ਹਿੰਦੂ ਹੁੰਦੇ ਸੀ ਬੜੇ ਦੁਖੀ ਹੁੰਦੇ ਸਨ, ਇਹ ਸੀ ਉਹ ਸੀ, ਮੁਸਲਮਾਨ ਬਣ ਕੇ ਅਸੀਂ ਬੜੇ ਖੁਸ਼ ਹਾਂ, ਸਾਨੂੰ ਬੜਾ ਕੁਝ ਮਿਲਿਆ, ਬੜੀ ਇੱਜ਼ਤ ਮਿਲਦੀ ਹੈ। ਮੁਸਲਮਾਨ ਤਿੰਨ ਕੌਣ ਕਹਾਇਆ। ਕਹਿਣ ਲੱਗੇ ਇਉਂ ਕਰਕੇ ਜਿਹੜਾ ਹੈ ਬੇਹੋਸ਼ੀ ਦੀ ਹਾਲਤ ਚ ਵਿੱਚ ਸੀਗਾ ਭਾਈ ਸ਼ਾਹਬਾਜ਼ ਸਿੰਘ ਜੀ। ਤੇ ਕਹਿੰਦੇ ਹਜੇ ਸੁੱਧ ਵੀ ਪੂਰੀ ਨਹੀਂ ਆਈ। ਤੇ ਕਹਿੰਦੇ ਮੁਸਲਮਾਨ ਤੈਨੂੰ ਕੌਣ ਕਹਾਇਆ। ਕਹਿੰਦੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹੀ ਕਿਹਾ ਵੀ ਤੂੰ ਮੁਸਲਮਾਨ ਬਣ ਜਾ, ਚੰਗਾ ਹੋਵੇਗਾ, ਕਹਿ ਦੇ ਮਾੜਾ ਜਾ ਵੀ ਤੂੰ ਬਣ ਜਾਊਗਾ। ਕੁਛ ਸੁੱਧ ਕਛ ਬੇਸੁੱਧ ਕੇ ਹੋਤੇ। ਕਹਿਣਗੇ ਥੋੜੀ ਜੀ ਹੋਸ਼ ਹੈ, ਥੋੜੀ ਜੀ ਬੇਸੁੱਧ ਹੈ। ਸੁੱਧ ਤੇ ਬੇਸੁੱਧ, ਬੇਹੋਸ਼ੀ ਹੈ ਤੇ ਹੋਸ਼ ਹੈ। ਕਹਿੰਦੇ ਇਹ ਹਾਲਾਤ ਦੇ ਵਿੱਚ ਹੀ ਭਾਈ ਸ਼ਾਹਬਾਜ਼ ਸਿੰਘ ਉਸ ਵੇਲੇ ਸੀਗਾ। ਕਹਿਓ ਮੁਖ ਤੇ ਜਾਵਤ ਗੋਤੇ। ਕਹਿਣ ਲੱਗੇ ਉਸ ਵੇਲੇ ਜਿਹੜਾ ਹੈ ਕਹਿੰਦਾ ਕਹਿਓ ਮੁਖ ਤੇ ਜਾਵਤ ਗੋਤੇ। ਕਹਿੰਦੇ ਗੋਤੇ ਖਾਂਦਾ ਹੋਇਆ ਭਾਈ ਸ਼ਾਹਬਾਜ਼ ਆਪਣਾ ਸਰੀਰ ਵੀ ਨਹੀਂ ਸੰਭਾਲ ਸਕਦਾ ਸੀ, ਸਰੀਰ ਹਿਲ ਰਿਹਾ ਹੈ, ਇੱਧਰ ਉੱਧਰ ਹੋ ਰਿਹਾ ਹੈ। ਉਹਨੇ ਆਪਣੇ ਮੂਰਖ ਤੋਂ ਨਿਕਲ ਗਈ ਗੱਲ ਵੀ ਚੰਗਾ ਜੀ ਠੀਕ ਹੈ। ਉਹਨਾਂ ਨੇ ਐਸਾ ਜਿਹੜਾ ਕੁਹਾ ਦਿੱਤਾ ਭਾਈ ਸ਼ਾਹਬਾਜ਼ ਸਿੰਘ ਤੋਂ। ਤਬ ਨਵਾਬ ਨੇ ਭਲੀ ਮਨਾਈ। ਉਹ ਭਾਈ ਜਿਹੜਾ ਹਨ ਇਹ ਗੱਲ ਸੁਣ ਕੇ ਨਵਾਬ ਬੜਾ ਖੁਸ਼ ਹੋਇਆ ਵੀ ਸ਼ਾਹਬਾਜ਼ ਸਿੰਘ ਮੁਸਲਮਾਨ ਬਣਨੇ ਨੂੰ ਤਿਆਰ ਹੋ ਗਿਆ। ਉਹਨੇ ਬੜੀ ਖੁਸ਼ੀ ਮਨਾਈ, ਕਹਿੰਦਾ ਚੰਗਾ ਹੋ ਗਿਆ ਜੀ, ਬਣ ਗਿਆ ਹੁਣ ਮੁਸਲਮਾਨ, ਇਹਨੇ ਹਾਂ ਕਰਤੀ ਹੈ। ਆਵਾ ਦੀਨ ਯੋ ਲਿਓ ਕਹਾਈ। ਕਹਿਣ ਲੱਗੇ ਉਹਨੇ ਕਿਹਾ ਜਾ ਕੇ ਕਿ ਮੈਂ ਦੀਨ ਵਿੱਚ ਲੈ ਕੇ ਆਈ ਗਿਆ ਇਹਨੂੰ। ਸ਼ਾਹਬਾਜ਼ ਸਿੰਘ ਮੰਨ ਗਿਆ ਹੈ। ਕਹਿੰਦੇ ਉਸ ਵੇਲੇ ਕਹਾ ਲਿਆ ਜੀ ਭਾਈ ਸ਼ਾਹਬਾਜ਼ ਸਿੰਘ ਤੋਂ। ਪਰਮਾਏ ਲਿਓ ਬਹੁਤ ਦੁੱਖ ਦਿਖਾਈ। ਕਹਿਣ ਲੱਗੇ ਭਰਮ ਵਿੱਚ ਪਾ ਦਿੱਤਾ, ਉਹਨੂੰ ਬੇਸੁੱਧ ਕਰ ਦਿੱਤਾ ਤੇ ਉਹ ਹਾਲਾਤ ਦੇ ਵਿੱਚ ਉਹਨਾਂ ਦੇ ਸਿਰ ਤੇ ਵੀ ਇੰਨੀਆਂ ਸੱਟਾਂ ਵੱਜੀਆਂ ਤੇ ਭਾਈ ਸ਼ਾਹਬਾਜ਼ ਸਿੰਘ ਦਾ ਜਿਹੜਾ ਦਿਮਾਗ ਵੀ ਬਰਾਬਰ ਨਹੀਂ ਸੀਗਾ ਉਸ ਵੇਲੇ। ਤਾਂ ਉਸ ਵੇਲੇ ਕਹਿੰਦੇ ਨਵਾਬ ਨੇ ਕਹਾ ਲਿਆ, ਆਪਣੀ ਗੱਲ ਮਨਾ ਲਈ ਜੀ। ਸੁਬੇਗ ਸਿੰਘ ਨੇ ਯੋ ਸੁਨ ਪਾਈ ਕਿ ਇਹ ਗੱਲ ਜਾ ਕੇ ਭਾਈ ਨਵਾਬ ਨੇ ਜਾ ਕੇ ਭਾਈ ਸੁਬੇਗ ਸਿੰਘ ਨੂੰ ਦੱਸ ਦਿੱਤੀ ਕਿ ਤੇਰਾ ਪੁੱਤਰ ਜਿਹੜਾ ਸੀਗਾ ਮੁਸਲਮਾਨ ਬਣਨੇ ਨੂੰ ਤਿਆਰ ਹੋ ਗਿਆ, ਹੁਣ ਅਸੀਂ ਉਹ ਤੋਂ ਕਲਮਾ ਪੜ੍ਹਾ ਲੈਣੀਆਂ ਹਨ। ਦੋਹਰਾ ਸੁਬੇਗ ਸਿੰਘ ਅਚਰਜ ਭਇਓ ਬਹੁਤ ਦੁੱਖ ਪਾਇਓ ਚਿਤ। ਦੇਖੋ ਭਾਈ ਸੁਬੇਗ ਸਿੰਘ ਨੇ ਇਹ ਗੱਲ ਸੁਣ ਕਰਕੇ ਬੜੇ ਹੈਰਾਨ ਹੋਏ, ਉਹਨਾਂ ਨੂੰ ਮੰਨਣ ਵਿੱਚ ਨਹੀਂ ਆ ਰਿਹਾ।
ਤੇ ਬਹੁਤ ਦੁੱਖ ਪਾਇਓ ਚਿੱਤ। ਉਹਨਾਂ ਦੇ ਚਿੱਤ ਵਿੱਚ ਬੜਾ ਦੁੱਖ ਹੋਇਆ ਕਿ ਸਾਡੇ ਪੁੱਤਰ ਨੇ ਕਿਉਂ ਮੁਸਲਮਾਨ ਧਰਮ ਬਣਨ ਵਾਸਤੇ ਤਿਆਰ ਹੋ ਗਏ। ਕੈਸੀ ਉਹਨਾਂ ਨੇ ਇਹ ਗੱਲ ਕੀਤੀ ਹੈ। ਨਵਾਬ ਬੁਲਾਏ ਦਿਖਾਲਿਓ ਦੀਨ ਆਵੇ ਤੁਝ ਪੁੱਤ। ਦੇਖੋ ਹੁਣ ਨਵਾਬ ਕਹਿੰਦਾ ਤੂੰ ਨਹੀਂ ਮੰਨਦਾ ਮੇਰੀ ਗੱਲ। ਉਹਨੇ ਕੀ ਕੀਤਾ, ਆਪਣੇ ਬੰਦੇ ਭੇਜੇ, ਕਹਿੰਦੇ ਸ਼ਾਹਬਾਜ਼ ਸਿੰਘ ਨੂੰ ਚੱਕ ਕੇ ਲਿਆਓ, ਇਹਦੇ ਸਾਹਮਣੇ ਕੁਹਾਓ। ਸੁਬੇਗ ਸਿੰਘ ਦੇ ਸਾਹਮਣੇ, ਆਪਣੇ ਪਿਤਾ ਦੇ ਸਾਹਮਣੇ ਸ਼ਾਹਬਾਜ਼ ਸਿੰਘ ਦਾ ਪੁੱਤਰ ਕਹੇਗਾ ਕਿ ਮੁਸਲਮਾਨ ਬਣਨੇ ਨੂੰ ਮੈਂ ਤਿਆਰ ਹਾਂ। ਚੌਪਈ ਸੁਬੇਗ ਸਿੰਘ ਕਹਿਓ ਸੁੱਤ ਕੀ ਭਇਓ। ਤੇ ਭਾਈ ਸੁਬੇਗ ਸਿੰਘ ਦੇ ਮੂਹਰੇ ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ ਲੈ ਕੇ ਆ ਗਏ ਨਾ, ਭਾਈ ਸੁਬੇਗ ਸਿੰਘ ਨੇ ਇੱਕੋ ਗੱਲ ਆਪਣੇ ਪੁੱਤਰ ਨੂੰ ਪੁੱਛੀ ਕਿ ਪੁੱਤਰ ਹੈ ਸੁੱਤ ਕੀ ਭਇਓ, ਕਿ ਕੀ ਹੋ ਗਿਆ ਤੈਨੂੰ, ਕੀ ਕਹਿਤਾ ਤੂੰ, ਕੀ ਕਰ ਲਿਆ ਇੱਥੇ ਹੁਣ। ਬਾਲਕ ਹੈ ਦੁੱਖ ਸਹਿਓ ਨਾ ਗਇਓ। ਤੇ ਭਾਈ ਸ਼ਾਹਬਾਜ਼ ਸਿੰਘ ਆਪਣੇ ਪਿਤਾ ਵੱਲ ਦੇਖ ਕੇ ਕਹਿੰਦਾ ਪਿਤਾ ਜੀ, ਕਹਿੰਦਾ ਮੇਰੇ ਤੋਂ ਦੁੱਖ ਨਹੀਂ ਸਹਾਰਿਆ ਗਿਆ, ਬੜਾ ਦੁੱਖ ਇਹਨਾਂ ਨੇ ਮੈਨੂੰ ਦਿੱਤਾ ਹੈ। ਸੁਬੇਗ ਸਿੰਘ ਸੁਨ ਹੋਇ ਗਇਓ ਚੁੱਪ। ਇਹ ਗੱਲ ਸੁਣ ਕਰਕੇ ਭਾਈ ਸੁਬੇਗ ਸਿੰਘ ਜੀ ਚੁੱਪ ਕਰ ਗਿਆ। ਤੇ ਚੁੱਪ ਕਰ ਗਿਆ, ਹੁਣ ਕੀ ਕਵੇ, ਬੜਾ ਦੁਖੀ ਹੈ ਭਾਈ ਸੁਬੇਗ ਸਿੰਘ ਜੀ। ਉਹਨੂੰ ਤਾਂ ਇਹ ਲੱਗਿਆ ਵੀ ਇੱਕ ਮੌਤ ਨਹੀਂ, ਉਹਨੂੰ ਤਾਂ 100 ਮੌਤਾਂ ਇਕੱਠੀਆਂ ਹੀ ਆ ਗਈਆਂ ਹਨ। ਇਹ ਕਹਾ ਭਇਓ ਰਹਿਓ ਸਿੰਘ ਰੂਪ। ਕਹਿਣ ਲੱਗੇ ਇਹ ਕਹਾ ਭਇਓ, ਕਹਿੰਦੇ ਸਿੰਘ, ਕਹਿੰਦਾ ਤੂੰ ਰੁਕ ਗਿਆ, ਇਹ ਕੀ ਹੋ ਗਿਆ ਤੈਨੂੰ। ਕਹਿੰਦੇ ਐਡਾ ਵੱਡੇ ਜ਼ੁਲਮ ਦੀ ਤੂੰ ਗੱਲ ਕਰਦਾ ਹਾਂ। ਕਹਿੰਦੇ ਸਿੱਖ ਦਾ ਪੁੱਤਰ ਹੋ ਕੇ ਤੂੰ ਜਿਹੜਾ ਹਨ ਇੰਨਾ ਤੂੰ ਮੈਨੂੰ ਦੁੱਖ ਦੀ ਗੱਲ ਦੱਸਦਾ ਹਾਂ ਵੀ ਦੁੱਖ ਕੀ ਹੁੰਦਾ। ਕਹਿੰਦੇ ਸਿੱਖ ਦੇ ਸਾਹਮਣੇ ਤਾਂ ਦੁੱਖ ਤਾਂ ਕੋਈ ਚੀਜ਼ ਹੀ ਨਹੀਂ, ਦੁੱਖ ਤਾਂ ਮੈਂ ਹੀ ਨਹੀਂ ਰੱਖਦਾ ਸਿੱਖ ਦੇ ਜੀਵਨ ਦੇ ਵਿੱਚ। ਸਿੱਖ ਨੂੰ ਕੋਈ ਸਭ ਤੋਂ ਵੱਡਾ ਦੁੱਖ ਆਪਣੀ ਸਿੱਖੀ ਗਵਾਉਣੀ, ਉਹ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ। ਫੇਰ ਸਿੰਘ ਕੇ ਇਹ ਜੀ ਆਈ। ਕਹਿੰਦੇ ਫੇਰ ਭਾਈ ਸੁਬੇਗ ਸਿੰਘ ਦੇ ਮਨ ਵਿੱਚ ਨਾ ਇੱਕ ਗੱਲ ਆਈ। ਦੇਖੋ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਭਾਈ ਸੁਬੇਗ ਸਿੰਘ ਜੀ ਨੇ, ਤੇ ਮਨੋ ਮਨ ਅਰਦਾਸ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ। ਉਹਨਾਂ ਦੇ ਮਨ ਵਿੱਚ ਇੱਕ ਫੁਰਨਾ ਆ ਗਿਆ, ਇੱਕ ਆਈਡੀਆ ਆ ਗਿਆ ਭਾਈ ਸੁਬੇਗ ਸਿੰਘ ਦੇ ਮਨ ਵਿੱਚ। ਦੇਖੋ ਅਬ ਮੈਂ ਪਾਸ ਬੁਲਾਈ। ਕਹਿਣ ਲੱਗੇ ਸ਼ਾਹਬਾਜ਼ ਸਿੰਘ ਉਹ ਬੰਦਿਆਂ ਨੂੰ ਕਹਿੰਦੇ ਵੀ ਮੇਰੇ ਪੁੱਤਰ ਨੂੰ ਮੇਰੇ ਨੇੜੇ ਲੈ ਕੇ ਆਓ, ਮੈਂ ਚੰਗੀ ਤਰ੍ਹਾਂ ਇਹਨੂੰ ਦੇਖਤਾ ਲਵਾਂ। ਤੇ ਦੇਖਣ ਤੇ ਮਾਰੇ ਭਾਈ ਸੁਬੇਗ ਸਿੰਘ ਨੇ ਨੇੜੇ ਸੱਦ ਲਿਆ ਭਾਈ ਸ਼ਾਹਬਾਜ਼ ਸਿੰਘ ਨੂੰ। ਦੇਖੋ ਕੈਸੇ ਕਲਮਾ ਕਹਾ। ਕਹਿਣ ਲੱਗੇ ਭਾਈ ਸੁਬੇਗ ਸਿੰਘ ਕਹਿੰਦਾ ਇਹ ਮੱਥੇ ਦੇ ਲੇਖ ਜਿਹੜੇ ਨੇ ਨਾ, ਜਿਹੜੇ ਮੱਥੇ ਦੇ ਉੱਤੇ ਲੇਖ ਹੁੰਦੇ ਨੇ, ਕਹਿੰਦੇ ਮੈਂ ਉਹ ਪੜ੍ਹ ਲਵਾਂ ਵੀ ਮੇਰੇ ਪੁੱਤਰ ਦੇ ਮੱਥੇ ਦੇ ਲੇਖ ਕੀ ਲਿਖੇ ਹੋਏ ਨੇ, ਕੀ ਲੇਖ ਲਿਖਾ ਕੇ ਆਇਆ ਧੁਰ ਤੋਂ। ਗੁਰੂ ਨਾਮ ਕਿਵੇਂ ਭੁੱਲਿਆ ਚਾਹੈ। ਵੀ ਇਹ ਗੁਰੂ ਦਾ ਨਾਮ ਇਹਨੂੰ ਕਿਵੇਂ ਭੁੱਲ ਗਿਆ, ਕਿਵੇਂ ਮੰਨ ਗਿਆ ਮੁਸਲਮਾਨ ਬਣਨਾ। ਐਸਾ ਲੇਖ ਹੈ ਕਿ ਨਹੀਂ ਇਹਦੇ ਮੱਥੇ ਦੇ ਉੱਤੇ, ਮੈਂ ਪੜ੍ਹ ਕੇ ਤਾਂ ਦੇਖ ਲਵਾਂ। ਨਵਾਬਹਿ ਤੇ ਲਿਓ ਪਾਸ ਬੁਲਾਈ। ਉਹਨੇ ਨਵਾਬ ਤੋਂ ਦੇ ਕੋਲ ਖੜਾ ਹੋਇਆ ਭਾਈ ਸ਼ਾਹਬਾਜ਼ ਸਿੰਘ ਨੂੰ ਆਪਣੇ ਕੋਲ ਸੱਦ ਲਿਆ ਭਾਈ ਸੁਬੇਗ ਸਿੰਘ ਜੀ ਨੇ। ਸੁਬੇਗ ਸਿੰਘ ਨੇ ਤਿਹ ਸਮਝਾਈ। ਕਹਿਣ ਲੱਗੇ ਉਸ ਵੇਲੇ ਭਾਈ ਸੁਬੇਗ ਸਿੰਘ ਨੇ ਆਪਣੇ ਪੁੱਤਰ ਨੂੰ ਨੇੜੇ ਕਰਕੇ ਸਮਝਾਇਆ। ਸਤਿਗੁਰ ਨਾਮ ਕਿਉਂ ਦਿਓ ਭੁਲਾਈ। ਕਹਿਣ ਲੱਗੇ ਭਾਈ ਪੁੱਤਰ ਸਤਿਗੁਰ ਦਾ ਨਾਂ ਨਾ ਭੁਲਾ, ਦਿੱਤਾ ਹੋਇਆ ਸਤਨਾਮ ਵਾਹਿਗੁਰੂ ਨਾਮ ਨੂੰ ਨਾ ਭੁਲਾ ਤੂੰ। ਤੈ ਪਰ ਕਿਨ ਤਲਵਾਰ ਚਲਾਈ। ਕਹਿਣ ਲੱਗੇ ਤੈ ਪਰ, ਕਹਿੰਦੇ ਹਜੇ ਤੱਕ ਤਾਂ ਤੇਰੇ ਤੇ ਤਲਵਾਰ ਵੀ ਕਿਸੇ ਨੇ ਨਹੀਂ ਚਲਾਈ, ਹਜੇ ਤਾਂ ਤੇਰਾ ਜੀਵਨ ਬਾਕੀ ਹੈ। ਕਹਿੰਦੇ ਹੁਣ ਤੱਕ ਤਾਂ ਤੂੰ ਸਿੱਖੀ ਕਮਾ ਲਾ ਨਾ। ਦੋਹਰਾ ਦੇਖਿਓ ਮਸਤਕ ਧਿਆਨ ਧਰ ਹੋਣ ਲਿਖਿਓ ਮੁਸਲਮਾਨ। ਦੇਖੋ ਪਰ ਜਦੋਂ ਭਾਈ ਸੁਬੇਗ ਸਿੰਘ ਨੇ ਨਾ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਦੇ ਮੱਥੇ ਨੂੰ ਚੰਗੀ ਤਰ੍ਹਾਂ ਦੇਖਿਆ ਨਾ, ਭਾਈ ਸੁਬੇਗ ਸਿੰਘ ਦੇ ਵਿੱਚ ਇਹ ਕਲਾ ਸੀ ਕਿ ਉਹ ਪੜ੍ਹ ਲੈਂਦੇ ਸਨ ਮੱਥੇ ਦੇ ਲੇਖ। ਉਹਨੇ ਜੋ ਪੜਿਆ ਸੱਚਮੁੱਚ ਭਾਈ ਸ਼ਾਹਬਾਜ਼ ਸਿੰਘ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਸੀ ਵੀ ਇਹਨੇ ਆਪਣੇ ਜੀਵਨ ਵਿੱਚ ਇੱਕ ਵਾਰੀ ਮੁਸਲਮਾਨ ਬਣਨਾ ਹੀ ਬਣਨਾ ਹੈ। ਕਹਿੰਦੇ ਇਹ ਗੱਲ ਲਿਖੀ ਹੋਈ ਸੀ ਉਹਦੇ ਮੱਥੇ ਦੇ ਉੱਤੇ, ਜਿਹੜੀ ਭਾਈ ਸੁਬੇਗ ਸਿੰਘ ਨੇ ਪੜ੍ਹ ਲਈ ਵੀ ਇਹਦੇ ਤਾਂ ਮਸਤਕ ਤੇ ਐਸਾ ਲੇਖ ਲਿਖਿਆ, ਇਹਦਾ ਇਹ ਪ੍ਰੀ ਡੈਸਟੀਨ ਐਸਾ ਹੈ। ਸੁਬੇਗ ਸਿੰਘ ਸਿਰ ਫੇਰਿਓ ਲੱਗਿਓ ਸੋ ਪਛੋਤਾਨ। ਦੇਖੇ ਇਹ ਪੜ੍ਹ ਕਰਕੇ ਨਾ ਭਾਈ ਸੁਬੇਗ ਸਿੰਘ ਆਪਣਾ ਜਿਹੜਾ ਸਿਰ ਹਿਲਾਉਣ ਲੱਗ ਪਿਆ ਤੇ ਬੜਾ ਪਛਤਾਉਣ ਲੱਗਿਆ। ਕੀ ਕਹਿੰਦਾ ਹੈ। ਚੌਪਈ ਸੁਬੇਗ ਸਿੰਘ ਲਿਓ ਮਸਤਕ ਦੇਖ। ਇਹ ਭਾਈ ਸੁਬੇਗ ਸਿੰਘ ਨੇ ਮੱਥਾ ਦੇਖ ਕਰਕੇ ਬੜੇ ਦੁਖੀ ਹੋਏ। ਮੁਸਲਮਾਨ ਹੋਣ ਲਿਖਿਓ ਲੇਖ। ਕਿਉਂਕਿ ਲੇਖ ਤਾਂ ਮੁਸਲਮਾਨ ਬਣਨ ਦਾ ਲਿਖਿਆ ਪਿਆ ਸੀ ਭਾਈ ਸ਼ਾਹਬਾਜ਼ ਸਿੰਘ ਦੇ ਮੱਥੇ ਤੇ। ਤਬ ਤਿੰਨ ਪਨਹੀ ਪਗੋਂ ਉਤਾਰੀ। ਦੇਖੋ ਕਹਿੰਦੇ ਉਸ ਵੇਲੇ ਭਾਈ ਸੁਬੇਗ ਸਿੰਘ ਨੇ ਪਤਾ ਕੀ ਕੀਤਾ, ਉਹਦੇ ਲੱਤਾਂ ਦੇ ਉੱਤੇ ਨਾ ਉਹ ਜਿਹੜਾ ਹਨ ਲੋਹੇ ਪਾਏ ਹੋਏ ਸਨ, ਹੱਥਾਂ ਦੇ ਵਿੱਚ ਲੋਹੇ ਪਾਏ ਹੋਏ ਸਨ ਤੇ ਉਹ ਜਿਹੜਾ ਹਨ ਬਹੁਤੇ ਨਹੀਂ ਹਿਲਦੇ ਸਨ। ਉਹਨਾਂ ਨੇ ਕੀ ਕੀਤਾ ਭਾਈ ਸੁਬੇਗ ਸਿੰਘ ਜੀ ਨੇ, ਕਹਿੰਦੇ ਆਪਣੇ ਜਿਹੜਾ ਹਨ ਉਹਨੇ ਆਪਣੀਆਂ ਜੁੱਤੀਆਂ ਲਾ ਦਿੱਤੀਆਂ। ਭਾਈ ਸੁਬੇਗ ਸਿੰਘ ਨੇ ਜੁੱਤੀ ਲਾ ਕੇ ਭਾਈ ਸੁਬੇਗ ਸਿੰਘ ਨੇ ਉਸ ਵੇਲੇ ਤੇ ਕੀ ਕੀਤਾ ਫਿਰ ਚਰਨ ਛੁਹਾਏ ਦਇਓ ਇੱਕ ਬਾਰੀ। ਉਹਨਾਂ ਨੇ ਕੀ ਕੀਤਾ, ਆਪਣੀ ਲੱਤ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ ਤੇ ਮਹਾਰਾਜ ਵੀ ਮੇਰੀ ਲਾਜ ਬਚਾ ਲਓ, ਕਹਿੰਦੇ ਮੇਰੀ ਕੁੱਲ ਬਚਾ ਲਓ, ਸਿੱਖੀ ਸਿੱਧਕ ਸਾਡੇ ਵਿੱਚ ਰਹਿ ਜਾਵੇ। ਤਾਂ ਭਾਈ ਸੁਬੇਗ ਸਿੰਘ ਨੇ ਅਰਦਾਸ ਕਰਕੇ ਆਪਣਾ ਜਿਹੜਾ ਪੈਰ ਸੀ ਨਾ, ਸੱਜਾ ਪੈਰ ਚੁੱਕਿਆ ਉੱਤੇ ਨੂੰ, ਭਾਵੇਂ ਉਹ ਲੋਹੇ ਪਾਏ ਹੋਏ ਨੇ, ਬੜੀ ਜ਼ੋਰ ਦੀ ਨਾਲ ਉਹਨੇ ਚੁੱਕ ਕੇ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਦੇ ਮੱਥੇ ਦੇ ਉੱਤੇ ਉਹਨੇ ਕੀ ਕੀਤਾ, ਆਪਣਾ ਜਿਹੜਾ ਪੈਰ ਸੀਗਾ ਨਾ ਉਹ ਪੈਰ ਉੱਤੇ ਲਾ ਦਿੱਤਾ, ਉਸਦੇ ਮੱਥੇ ਤੇ ਲਾ ਦਿੱਤਾ।
ਤੇ ਉਹ ਜਿਹੜਾ ਹਨ ਸੁਹਾ ਦਿੱਤਾ, ਟੱਚ ਕਰ ਦਿੱਤਾ ਆਪਣਾ ਜਿਹੜਾ ਅੰਗੂਠਾ ਸੀਗਾ ਭਾਈ ਭਾਈ ਸ਼ਾਹਬਾਜ਼ ਸਿੰਘ ਦੇ ਮੱਥੇ ਤੇ। ਅਕਾਲ ਅਕਾਲ ਕਹਿ ਬਚਨ ਉਚਾਰਾ, ਤੇ ਅਕਾਲ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਭਾਈ ਸੁਬੇਗ ਸਿੰਘ ਜੀ ਨੇ ਜਦੋਂ ਇਹ ਜਿਹੜਾ ਆਪਣਾ ਗੁੱਠਾ ਜਿਹੜਾ ਉਸਦੇ ਮੱਥੇ ਤੇ ਘਮਾਇਆ। ਮੇਟਿਓ ਖਾਲਸੇ ਲੇਖ ਵਿਕਾਰਾ, ਦੇਖੋ ਖਾਲਸੇ ਦੇ ਵਿੱਚ ਮਹਾਰਾਜ ਨੇ ਕਿੰਨੀ ਬਰਕਤ ਪਾਈ ਹੈ। ਭਾਈ ਸੁਬੇਗ ਸਿੰਘ ਜੀ ਨੇ ਜਿਹੜਾ ਭਾਈ ਸ਼ਾਹਬਾਜ਼ ਸਿੰਘ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਸੀ ਨਾ ਮੁਸਲਮਾਨ ਬਣਨ ਦਾ, ਉਹ ਢਾ ਦਿੱਤਾ। ਦੇਖੋ ਕਿੱਡੀ ਸ਼ਕਤੀ ਹੈ ਮਹਾਰਾਜ ਨੇ ਸਿੱਖਾਂ ਨੂੰ ਬਖਸ਼ੀ। ਉਹ ਲਿਖਿਆ ਲੇਖ ਮੇਟ ਦਿੱਤਾ ਭਾਈ ਸੁਬੇਗ ਸਿੰਘ ਨੇ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਦੇ ਮੱਥੇ ਤੋਂ। ਸਤਨਾਮ ਕਹਿ ਕਰਤਾ ਪੁਰਖ, ਦੇਖੋ ਉਸ ਵੇਲੇ ਭਾਈ ਸੁਬੇਗ ਸਿੰਘ ਜੀ ਨੇ ਉਸ ਵੇਲੇ ਸਾਰਾ ਮੂਲ ਮੰਤਰ ਪੜਿਆ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਸਾਰਾ ਹੀ ਮੂਲ ਮੰਤਰ ਪੜਿਆ, ਵਾਹਿਗੁਰੂ ਵਾਹਿਗੁਰੂ ਕੀਤਾ। ਤਾਂ ਉਸ ਵੇਲੇ ਕੀ ਹੋਇਆ ਜੀ? ਮਿਟ ਗਏ ਹਰਫ ਜੋ ਹੋਣੋ ਤੁਰਕ। ਦੇਖੋ ਉਹ ਹਰਫ, ਉਹ ਅੱਖਰ ਜਿਹੜੇ ਮੱਥੇ ਤੇ ਲਿਖੇ ਹੋਏ ਸਨ ਭਾਈ ਸ਼ਾਹਬਾਜ਼ ਸਿੰਘ ਦੇ ਮੱਥੇ ਤੇ ਵੀ ਮੁਸਲਮਾਨ ਬਣਨਾ, ਉਹ ਮਿਟ ਗਏ ਜੀ। ਉਹ ਜਿਹੜੇ ਹਨ ਇਰੇਸ ਹੋ ਗਏ ਸਾਰੇ। ਭਇਓ ਖਾਲਸੋ ਤਿਸਕੇ ਮਾਥ, ਦੇਖੋ ਉਹਦੇ ਮੱਥੇ ਤੇ ਸਿਰਫ ਖਾਲਸੇ ਹੋਣ ਦਾ ਹੀ ਲੇਖ ਰਹਿ ਗਿਆ ਹੈ। ਜਗ ਮੈਂ ਇਹ ਬਾਤ ਬਖਿਆਤ, ਦੇਖੋ ਕਹਿੰਦੇ ਇਹ ਜਗਤ ਦੇ ਵਿੱਚ ਕੋਈ ਐਸੀ ਵੈਸੀ ਗੱਲ ਨਹੀਂ, ਇਹ ਕੋਈ ਜਿਹੜੀ ਹਨ ਬਹੁਤੀ ਕੋਈ ਮਿਰੇਕਲ ਨਹੀਂ ਹੈਗੀ ਸਿੱਖਾਂ ਦੇ ਵਿੱਚ। ਕਹਿੰਦੇ ਵੀ ਲੇਖ ਮੇਟਣ ਵਾਲੀ ਗੱਲ ਜਿਹੜੀ ਹੈ ਨਾ, ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈਗੀ। ਸਿੱਖ ਤਾਂ ਜਿਹੜੇ ਹਨ ਕਿਦੋਂ ਆਪਣੇ ਲੇਖ ਵੀ ਮੇਟ ਦਿੰਦੇ ਨੇ। ਗੁਰੂ ਮਹਾਰਾਜ ਨੂੰ ਜਦੋਂ ਆਪਾਂ ਮੱਥਾ ਟੇਕਦੇ ਹਾਂ, ਮਹਾਰਾਜ ਵੀ ਆਪਣੇ ਮੱਥੇ ਜੇ ਲੇਖ ਜਿਹੜੇ ਨੇ ਪੁੱਠੇ ਜਾਂ ਮਾੜੇ ਉਹ ਵੀ ਇਰੇਸ ਕਰ ਦਿੰਦੇ ਨੇ। ਸਿੱਖਾਂ ਦੇ ਵਿੱਚ ਤਾਂ ਇਹ ਪ੍ਰਗਟ ਗੱਲ ਹੈ। ਸੰਤ ਚਹੈ ਤੋ ਮੇਟੈ ਲੇਖ, ਦੇਖੋ ਜਿਹੜੇ ਪਰਮਾਤਮਾ ਦੇ ਪਿਆਰੇ ਸੰਤ ਮਹਾਪੁਰਸ਼ ਹੁੰਦੇ ਨੇ ਜਾਂ ਸਿੱਖੀ ਨੂੰ ਕਮਾਉਣ ਵਾਲੇ ਸਿੱਖ ਹੁੰਦੇ ਨੇ, ਉਹ ਤਾਂ ਲੇਖ ਮੇਟ ਹੀ ਦਿੰਦੇ ਹਨ। ਸੰਤ ਰੇਖ ਮੈਂ ਮਾਰੈ ਮੇਖ, ਦੇਖੋ ਸੰਤ ਰੇਖ ਮੈਂ, ਜਿਹੜਾ ਸੰਤ ਹੁੰਦਾ ਹੈ ਉਹ ਜਿਹੜਾ ਹੈ ਮਾਰੇ ਮੇਖ, ਉਹ ਲਾਈਨ ਪਾ ਦਿੰਦਾ ਹੈ, ਉਹ ਡਿਲੀਟ ਕਰ ਦਿੰਦਾ ਹੈ ਰੇਖਾ ਨੂੰ। ਉਹ ਪ੍ਰੀ ਡੈਸਟੀਨ ਜਿਹੜੇ ਲੇਖ ਹੁੰਦੇ ਉਹਨਾਂ ਨੂੰ ਮੇਟ ਦਿੰਦਾ ਹੈ। ਦੋਹਰਾ ਤਬ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ। ਦੇਖੋ ਇਹ ਨਵਾਬ ਨੇ ਜਦੋਂ ਦੇਖਿਆ ਤੇ ਨਵਾਬ ਦੇਖ ਕੇ ਹੈਰਾਨ ਹੋ ਗਿਆ ਕਿ ਪੁੱਤਰ ਵੀ ਵਾਹਿਗੁਰੂ 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 ਕਰਨ ਲੱਗ ਗਿਆ, ਮੂਲ ਮੰਤਰ ਪੜਨ ਲੱਗ ਗਿਆ। ਯਹ ਕਿਆ ਕੀਓ ਸੁਬੇਗ ਸਿੰਘ ਪਗ ਲਾਏ ਮਸਤਕ ਨਾਲ। ਦੇਖੋ ਕਹਿੰਦੇ ਇਹ ਸੁਬੇਗ ਸਿੰਘ ਤੂੰ ਕੀ ਕੀਤਾ? ਤੇ ਤੂੰ ਆਪਣਾ ਪੈਰ ਜਾ ਕੇ ਆਪਣੇ ਪੁੱਤਰ ਦੇ ਮੱਥੇ ਤੇ ਲਾ ਦਿੱਤਾ। ਚੌਪਈ ਸੁਬੇਗ ਸਿੰਘ ਤਬ ਐਸ ਉਚਾਰੇ, ਸੁਬੇਗ ਸਿੰਘ ਨੇ ਉਦੋਂ ਇਸ ਤਰ੍ਹਾਂ ਉਚਾਰਨ ਕੀਤਾ, ਇਸ ਤਰ੍ਹਾਂ ਕਿਹਾ, ਮੇਟਿਓ ਲੇਖ ਜੋ ਲਿਖਾ ਲਿਲਾਰੇ। ਦੇਖੋ ਕਹਿੰਦੇ ਹੁਣ ਤੂੰ ਮਨਾ ਲਾ, ਸਾਡੇ ਪੁੱਤਰ ਨੂੰ ਸ਼ਾਹਬਾਜ਼ ਸਿੰਘ ਨੂੰ ਮਨਾ ਕੇ ਦਿਖਾ ਦੇ। ਅਸੀਂ ਜਿਹੜਾ ਹਨ ਗੁਰੂ ਮਹਾਰਾਜ ਦੀ ਕਿਰਪਾ ਹੋਈ, ਉਹ ਲੇਖੇ ਮੁਸਲਮਾਨ ਬਣਨ ਦਾ ਅਸੀਂ ਮੇਟ ਦਿੱਤਾ ਹੈ। ਨਵਾਬ ਕਹੇ ਇਹ ਝੂਠੀ ਗੱਲ। ਨਵਾਬ ਕਹਿੰਦਾ ਕਿਵੇਂ ਹੋ ਸਕਦਾ, ਜਿਹੜਾ ਲੇਖ ਲਿਖਿਆ ਕਿਤੇ ਨਹੀਂ ਮਿਟਦਾ, ਇਹ ਤੇਰੀ ਝੂਠੀ ਗੱਲ ਹੈ। ਸਿੰਘ ਕਹੇ ਪੁੱਛ ਲੜਕੇ ਚੱਲ। ਕਹਿਣਗੇ ਚੱਲ ਫਿਰ ਤੂੰ ਪੁੱਤਰ ਨੂੰ ਜਾ ਕੇ ਸ਼ਾਹਬਾਜ਼ ਨੂੰ ਪੁੱਛਲਾ ਪਾਸੇ ਕਰਕੇ, ਜੇ ਹੁਣ ਮੁਸਲਮਾਨ ਬਣ ਜਾਵੇ। ਕਹਿੰਦਾ ਮਜਾਲ ਹੈ ਜੇ ਹੁਣ ਮੁਸਲਮਾਨ ਬਣ ਜਾਵੇ, ਕਹਿੰਦਾ ਕਿਤੇ ਨਹੀਂ ਬਣੇਗਾ ਹੁਣ। ਤਬ ਨਵਾਬ ਉੱਠ ਲੜਕਾ ਟੋਹਾ, ਤੇ ਉਹਨੇ ਕੀ ਕੀਤਾ, ਨਵਾਬ ਨੇ ਉੱਠ ਕਰਕੇ ਭਾਈ ਸ਼ਾਹਬਾਜ਼ ਨੂੰ ਪਾਸੇ ਕਰਕੇ ਪੁੱਛਣ ਲੱਗਿਆ, ਲੜਕੇ ਕੋ ਕੱਛ ਲਗੇ ਨਾ ਮੋਹਾ। ਦੇਖੋ ਹੁਣ ਇਹ ਭਾਈ ਸ਼ਾਹਬਾਜ਼ ਸਿੰਘ ਦਾ ਐਸੀ ਹਾਲਾਤ ਹੋਈ ਕਿ ਇਹਨੂੰ ਕੋਈ ਵੀ ਮੋਹ ਨਹੀਂ ਰਿਹਾ, ਕੋਈ ਡਰ ਨਹੀਂ ਰਿਹਾ, ਪੀੜਾਂ ਦਾ ਕੋਈ ਪਰਵਾਹ ਨਹੀਂ ਰਹੀ ਹੁਣ। ਹੋਏ ਲੜਕੇ ਤੂੰ ਮੁਸਲਮਾਨ, ਤੇ ਇਹ ਕਹਿੰਦਾ ਹੈ ਨਵਾਬ ਕਹਿੰਦਾ ਤੂੰ ਮੁਸਲਮਾਨ ਬਣ ਜਾ, ਹੁਣ ਸ਼ਾਹਬਾਜ਼ ਸਿੰਘ ਸਮਾਂ ਆ ਗਿਆ। ਕਲਮਾ ਪੜੋ ਤੋਂ ਛੋੜੈ ਪ੍ਰਾਨ। ਕਹਿਣਗੇ ਤੂੰ ਕਲਮਾ ਪੜ ਲੈ, ਤੈਨੂੰ ਛੱਡ ਦਿਆਂਗੇ। ਤਬ ਲੜਕੇ ਨੇ ਬਚਨ ਉਚਾਰਾ। ਉਸ ਵੇਲੇ ਸ਼ਾਹਬਾਜ਼ ਸਿੰਘ ਨੇ ਬੜੀ ਉੱਚੀ ਆਵਾਜ਼ ਦੇ ਨਾਲ ਐਨ ਹੋਸ਼ ਹਵਾਸ ਦੇ ਵਿੱਚ, ਐਨ ਕੌਨਸ਼ੀਅਸਨੈਸ ਦੇ ਵਿੱਚ ਆ ਕੇ ਕਿਹਾ, ਆਪਣਾ ਕਲਮਾ ਹਮੈ ਪਿਆਰਾ। ਕਹਿਣਗੇ ਸਾਡਾ ਕਲਮ, ਸਾਡੀ ਗੁਰਬਾਣੀ, ਸਾਡੇ ਗੁਰੂ ਦੇ ਬਚਨ, ਹੁਕਮ, ਰਹਿਤ ਉਹ ਸਾਨੂੰ ਪਿਆਰੀ ਹੈ। ਸਤਨਾਮ ਜੋ ਗੁਰ ਤੇ ਲੀਆ, ਜੋ ਸਤਨਾਮ ਸ਼ਬਦ ਜਿਹੜਾ ਗੁਰਮੰਤਰ ਮੂਲ ਮੰਤਰ ਸਾਨੂੰ ਗੁਰੂ ਨੇ ਦਿੱਤਾ, ਉਹਦੇ ਨਾਲ ਸਾਨੂੰ ਪਿਆਰ ਹੈ। ਵਾਹਿਗੁਰੂ ਗੁਰ ਕਲਮਾ ਦੀਆ। ਦੇਖੋ ਵਾਹਿਗੁਰੂ ਨੇ ਸਾਨੂੰ ਗੁਰੂ ਦੇ ਮੁਖੋਂ ਤੋਂ ਸਾਨੂੰ ਕਲਮਾਂ ਦਿੱਤੀਆਂ ਹੈ, ਉਹੀ ਸਾਡੀ ਕਲਮ ਹੈ ਗੁਰਬਾਣੀ। ਤਬ ਨਵਾਬ ਮਨ ਆਇਓ ਰੋਸ। ਉਸ ਵੇਲੇ ਇਹ ਜਿਹੜਾ ਨਵਾਬ ਦੇ ਮਨ ਵਿੱਚ ਗੁੱਸਾ ਆ ਗਿਆ ਜੀ। ਮਾਰੋ ਲੜਕੇ ਕੋ ਕਰ ਜੋਸ਼। ਕਹਿਣ ਲੱਗੇ ਚਲੋ ਹੁਣ ਮਾਰੋ ਇਸ ਲੜਕੇ ਨੂੰ ਜੋਸ਼ ਕਰਕੇ, ਹੁਣ ਨਾ ਇਹਨੂੰ ਛੱਡੋ, ਸਖਤ ਤੋਂ ਸਖਤ ਸਜ਼ਾ ਇਹਨੂੰ ਦੇ ਦਿਓ ਹੁਣ। ਆਗੇ ਤੇ ਚੌਗਨ ਦੁੱਖ ਦੀਆ। ਉਸ ਤੋਂ ਅੱਗੇ ਜਿਹੜਾ ਹਨ ਹੁਣ ਸ਼ਾਹਬਾਜ਼ ਨੂੰ 4 ਵਾਰੀ ਜ਼ਿਆਦੇ ਦੁੱਖ ਦਿੱਤਾ ਜੀ, ਬਹੁਤ ਜ਼ਿਆਦਾ ਦੁੱਖ ਦਿੱਤਾ, ਟੌਰਚਰ ਕੀਤਾ। ਲੜਕੇ ਕੇ ਚਿੱਤ ਸੁਖ ਸੋ ਥੀਆ। ਪਰ ਅੱਜ ਹੁਣ ਇਸ ਵੇਲੇ ਭਾਈ ਸ਼ਾਹਬਾਜ਼ ਨੂੰ ਦੁੱਖ ਨਹੀਂ ਲੱਗ ਰਿਹਾ। ਕਹਿੰਦੇ ਉਹਦੇ ਚਿੱਤ ਦੇ ਵਿੱਚ ਸੁੱਖ ਹੈ, ਜਿੰਨਾ ਉਹ ਦੁੱਖ ਦਿੰਦੇ ਨੇ ਉਨਾ ਸੁੱਖ ਭਾਈ ਸ਼ਾਹਬਾਜ਼ ਨੂੰ ਮਿਲ ਰਿਹਾ ਹੈ। ਜਿਮ ਪ੍ਰਹਿਲਾਦ ਨਾ ਮਾਨਿਓ ਦੁੱਖ। ਦੇਖੋ ਕਹਿੰਦੇ ਜਿਵੇਂ ਸਤਜੁਗ ਵਿੱਚ ਪ੍ਰਹਿਲਾਦ ਨੂੰ
ਜਿਹੜਾ ਹਨ ਉਹਦੇ ਪਿਤਾ ਹਰਨਾਕਸ਼ ਨੇ ਦੁੱਖ ਦਿੱਤਾ ਸੀਗਾ। ਤੈਸੇ ਬਾਲਕ ਲਾਗੇ ਸੁਖ, ਜਿੰਨਾ ਉਹ ਦੁੱਖ ਦਿੰਦਾ ਸੀ ਹਰਨਾਕਸ਼, ਉਨਾ ਸੁਖ ਪ੍ਰਹਿਲਾਦ ਨੂੰ ਹੁੰਦਾ ਸੀ। ਜਿਉਂ ਜਿਉਂ ਬਾਲ ਕੇ ਚੋਟਾਂ ਲਾਵੈ, ਜਿਵੇਂ ਜਿਵੇਂ ਭਾਈ ਸ਼ਾਹਬਾਜ਼ ਨੂੰ ਚੋਟਾਂ ਮਾਰਦਾ ਤਿਮ ਹੈ, ਤਿਮ ਲੜਕੇ ਸੁਖ ਸੋ ਭਾਵੈ। ਉਵੇਂ ਉਵੇਂ ਇਹ ਲੜਕਾ ਜਿਹੜਾ ਸੀਗਾ ਭਾਈ ਸ਼ਾਹਬਾਜ਼ ਸਿੰਘ ਨੂੰ ਉਨਾ ਸੁੱਖ ਆਨੰਦ ਮਿਲ ਰਿਹਾ ਸੀ। ਮਾਰਤ ਮਾਰਤ ਵਹਿ ਥੱਕ ਗਏ, ਮਾਰਦੇ ਮਾਰਦੇ ਤਾਂ ਜਲਾਦ ਥੱਕ ਗਏ ਹਨ। ਜਤਨ ਤਿਨਾ ਕੇ ਸਭ ਮੁੱਕ ਗਏ। ਕਹਿਣ ਲੱਗੇ ਇਉਂ ਕਹੇ ਜਤਨ ਵੀ ਮੁੱਕ ਗਏ, ਤਰੀਕੇ ਵੀ ਸਾਰੇ ਮੁੱਕ ਗਏ, ਐਗਜ਼ੌਸਟ ਹੋ ਗਏ ਜੀ। ਤਬ ਨਵਾਬ ਕੇ ਯਹ ਚਿਤ ਆਈ, ਫਿਰ ਉਸ ਵੇਲੇ ਨਵਾਬ ਦੇ ਚਿੱਤ ਵਿੱਚ ਇਹ ਗੱਲ ਆਈ। ਹੁਣ ਜਾਦੂ ਕੀ ਇਨ ਜੁਗਤ ਲਗਾਈ। ਉਹਨੇ ਕੀ ਕੀਤਾ, ਜਾਦੂ ਟੂਣੇ ਕਰਨ ਵਾਸਤੇ, ਚਾਮ ਕਰਨ ਵਾਸਤੇ ਸੱਦ ਲਏ ਜੀ ਆਪਣੇ ਜਾਦੂ ਟੂਣੇ ਕਰਨ ਵਾਲੇ ਬੰਦੇ। ਕਾਜੀ ਮੁੱਲਾ ਲਏ ਮੰਗਾਈ, ਉਹਨੇ ਨੇ ਕਾਜੀ ਤੇ ਮੁੱਲਾ ਮੰਗਾ ਲਏ ਵੀ ਆਪਣੇ ਹੁਣ ਕੁਰਾਨਾ ਤੋਂ ਪੜੋ, ਹੁਣ ਕਲਮਾ ਪੜ ਕੇ ਉਹਨੂੰ ਜਾਦੂ ਟੂਣਾ ਕਰੋ ਜੀ। ਹੁਣ ਯਾ ਕੋ ਜਾਦੂ ਦੇਹੋ ਹਟਾਈ। ਦੇਖੋ ਕਹਿੰਦੇ ਜਾਦੂ ਕਰਕੇ ਕਹਿੰਦੇ ਇਹਦੀ ਜਿਹੜੀ ਸਿੱਖੀ ਦੀ ਭਾਵਨਾ ਹੈ ਇਹਨੂੰ ਦੂਰ ਕਰਾ ਦਿਓ ਇਹਦੀ। ਕਲਾਮ ਇਲਮ ਕੁਛ ਲਾਵੋ ਤਾਣ, ਕਹਿਣ ਲੱਗੇ ਜਿਹੜਾ ਹਨ ਕਲਮਾਂ ਜਿਹੜੀਆਂ ਕੁਰਾਨ ਦੀਆਂ ਹਨ, ਆਪਣਾ ਇਲਮ ਆਪਣਾ ਨੌਲੇਜ ਵਰਤ ਕੇ ਤੁਸੀਂ ਜ਼ੋਰ ਲਾਓ, ਹੁਣ ਆਪਣੀ ਜਿਨ ਜੁਨ ਲੈ ਕੇ ਆਓ ਹੁਣ, ਜਾਤੇ ਹੋ ਵਹਿ ਮੁਸਲਮਾਨ। ਜਿਹਦੇ ਕਰਕੇ ਭਾਈ ਸ਼ਾਹਬਾਜ਼ ਸਿੰਘ ਮੁਸਲਮਾਨ ਬਣ ਜਾਣ। ਦੋਹਰਾ ਜੇਤੇ ਇਲਮ ਕਲਾਮ ਕੇ ਕਰਤ ਗਏ ਸਭ ਹਾਰ। ਦੇਖੋ ਉਹਨਾਂ ਨੇ ਆਪਣੇ ਇਲਮ ਕੀਤੇ, ਆਪਣਾ ਕਲਮਾ ਪੜਾਈਆਂ, ਆਪਣਾ ਜਿਹੜਾ ਜਿਨ ਜੁਨ ਵਰਤੇ ਸਾਰੇ ਹਾਰ ਗਏ ਜੀ। ਕੁਛ ਨਹਿ ਲਾਗੇ ਖਾਲਸੇ ਹੋਏ ਕਰਤ ਖੁਵਾਰ। ਦੇਖੋ ਖਾਲਸੇ ਦੇ ਨੇੜੇ ਚੀਜ਼ਾਂ ਨਹੀਂ ਆਉਂਦੀਆਂ, ਜਾਦੂ ਟੂਣੇ ਜਿਨ ਜੁਨ ਜੇ ਕੁਛ ਨਹੀਂ ਕੋਲੇ ਆਉਂਦਾ, ਕਹਿੰਦੇ ਹੋਏ ਜਿਨ ਖੁਆਰ, ਉਹ ਖੁਆਰੇ ਹੁੰਦੇ ਨੇ ਜਿਹੜੇ ਕਰਦੇ ਨੇ, ਉਹ ਖੁਆਰ ਹੋ ਜਾਂਦੇ ਨੇ, ਪੁੱਠੇ ਉਹਨਾਂ ਤੇ ਪੈ ਜਾਂਦੇ ਹਨ। ਚੌਪੇ ਨਵਾਬ ਗਇਓ ਥੱਕ ਦੁੱਖ ਕੋ ਦੇਤ। ਦੇਖੋ ਨਵਾਬ ਤਾਂ ਥੱਕ ਗਿਆ, ਦੁੱਖ ਦੇਖ ਜਿਹੜਾ ਹਨ ਦੰਦਾ ਹੋਇਆ, ਦੇਖਦਿਆਂ ਹੋਇਆ ਥੱਕ ਗਿਆ ਜੀ। ਪਾਇਓ ਨਾਹੀ ਤਿੰਨ ਗੁਰ ਭੇਤ। ਦੇਖੋ ਉਹਨੂੰ ਜ਼ਕਰੀਆ ਖਾਨ ਨੂੰ ਕੀ, ਜਿਹੜਾ ਨਵਾਬ ਨੂੰ ਕੀ ਪਤਾ ਸੀ ਵੀ ਗੁਰੂ ਦਾ ਭੇਤ ਕੀ ਹੈ, ਗੁਰੂ ਤਾਂ ਪਰਮਾਤਮਾ ਹੈ, ਤੁਸੀਂ ਤਾਂ ਕੀ ਇਹ ਕਲਮਾਂ ਦੀ ਗੱਲ ਕਰਦੇ ਹੋ। ਤਬ ਨਵਾਬ ਨੇ ਦਊ ਮੰਗਾਏ, ਸੋ ਉਸ ਵੇਲੇ ਨਵਾਬ ਨੇ ਭਾਈ ਸ਼ੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਮੰਗਾ ਲਿਆ। ਦੁੱਖ ਦੇਣ ਤੇ ਲੋਕ ਹਟਾਏ। ਉਹਨੂੰ ਦੁੱਖ ਦੇਣ ਤੋਂ ਲੋਕਾਂ ਨੂੰ ਹਟਾਤਾ ਵੀ ਛੱਡੋ ਭਾਈ ਇਹਨਾਂ ਨੂੰ, ਹੁਣ ਕਿੰਨਾ ਕੁ ਕੁੱਟੀਏ ਮਾਰੀਏ, ਨਹੀਂ ਮੰਨਦੇ ਹੁਣ। ਬੰਦੀ ਖਾਨੇ ਦਏ ਪਹੁੰਚਾਏ। ਉਹਨਾਂ ਨੇ ਕੀ ਕੀਤਾ, ਕੁੱਟ ਮਾਰ ਕੇ ਲਹੂ ਲਹਾਨ ਕਰਕੇ ਉਹਨਾਂ ਨੇ ਜੇਲ੍ਹਾਂ ਵਿੱਚ ਬੰਦ ਕਰਤਾ ਦੀ ਜੇਲ੍ਹ। ਹੁਣ ਦੇਖੋ ਜਿੱਥੇ ਸੱਟਾਂ ਲੱਗੀਆਂ ਨੇ ਉੱਥੇ ਇਨਫੈਕਸ਼ਨ ਤਾਂ ਹੋਣਾ ਹੀ ਹੈ, ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਨੇ, ਇਲਾਜ ਕੋਈ ਨਹੀਂ ਹੈਗਾ। ਪੁੰਜੇ ਠੰਡੇ ਜਿਹੜੇ ਹਨ ਸਿਮਟ ਦੇ ਵਿੱਚ, ਉਹ ਜੇਲ੍ਹ ਵਿੱਚ ਸੱਟ ਦਿੱਤੇ ਜੀ। ਰਤਨ ਸਿੰਘ ਸੁਨ ਲਿਖਿਓ ਬਣਾਏ। ਦੇਖੋ ਕਹਿੰਦੇ ਰਤਨ ਸਿੰਘ ਪੰਗੂ ਜੀ ਨੇ ਇਹ ਲਿਖਿਆ ਹੈ, ਕਹਿੰਦਾ ਮੈਂ ਇਹ ਸਾਰਾ ਆਪਣੇ ਵੱਡਿਆਂ ਤੋਂ ਸੁਣਿਆ ਹੈ। ਕਹਿੰਦੇ ਕਿਤੋਂ ਸੁਣਿਆ, ਕਹਿੰਦੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ, ਤੇ ਇਹ ਜਿਹੜਾ ਸਾਰਾ ਇਤਿਹਾਸ ਕਹਿੰਦਾ ਮੈਂ ਦੱਸਿਆ ਹੈ, ਮੈਂ ਉਹਨਾਂ ਤੋਂ ਸੁਣ ਕੇ ਤੁਹਾਨੂੰ ਦੱਸਿਆ ਹੈ। ਸੁਬੇਗ ਸਿੰਘ ਗੁਰਪਤ ਰੱਖ ਲਈ। ਕਹਿਣ ਲੱਗੇ ਦੇਖੋ ਭਾਈ ਸੁਬੇਗ ਸਿੰਘ ਦੀ ਪੱਤ ਜਿਹੜੀ ਹੈ ਨਾ, ਇੱਜ਼ਤ ਗੁਰੂ ਮਹਾਰਾਜ ਨੇ ਆਪ ਰੱਖੀ ਹੈ, ਸਿੱਖੀ ਰੱਖ ਲਈ ਉਹਨਾਂ ਦੀ। ਸੁਬੇਗ ਸਿੰਘ ਯੋ ਸਾਖੀ ਭਈ। ਇਉਂ ਕਰਕੇ ਭਾਈ ਸੁਬੇਗ ਸਿੰਘ ਦੀ ਸਾਖੀ ਹੁਣ ਇੱਥੇ ਸੰਪੂਰਨ ਹੁੰਦੀ ਹੈ। ਦੋਹਰਾ 1872 ਸਾਲ ਸੋ ਵਿਕਰਮ ਰਾਏ। ਦੇਖੋ ਕਹਿੰਦੇ 1802 ਬਿਕਰਮੀ ਸਾਲ ਹੈ, ਜਿੱਥੇ ਕਿ ਆਪਣਾ ਈਸਵੀ ਸਾਲ ਜਿਹੜਾ ਹੈ 1745 CE ਦਾ ਸਾਲ ਹੈ, 1745 ਦਾ। ਕਹਿੰਦੇ ਇਹ ਜਿਹੜਾ ਸਮਾਂ ਸੀਗਾ ਜਿਸ ਵੇਲੇ ਜਿਹੜੇ ਹਨ ਇਹ ਬਹਾਦਰ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਸੁਬੇਗ ਸਿੰਘ ਸਾਖੀ ਭਈ ਸੁਨੋ ਸੰਤ ਮਨ ਲਾਏ। ਕਹਿੰਦੇ ਹੇ ਸੰਤ ਜਨੋ ਗੁਰਸਿੱਖੋ, ਐਸੀ ਜਿਹੜੀ ਭਾਈ ਸੁਬੇਗ ਸਿੰਘ ਦੀ ਤੇ ਭਾਈ ਸ਼ਾਹਬਾਜ਼ ਸਿੰਘ ਸਾਖੀ ਪੂਰੀ ਹੋਈ। ਚੌਪੇ ਸਾਖੀ ਸੁਣੀ ਮੈਂ ਆਪਣੇ ਤਾਤ। ਕਹਿਣਗੇ ਇਹ ਸਾਖੀ ਮੈਂ ਆਪਣੇ ਪਿਤਾ ਜੋ ਰਾਏ ਸਿੰਘ ਸੀਗਾ ਮੇਰਾ ਪਿਤਾ, ਮੈਂ ਉਹਨਾਂ ਤੋਂ ਸੁਣੀ, ਜੋ ਅੱਗੇ ਭਾਈ ਮਹਿਤਾਬ ਸਿੰਘ ਜੀ ਦਾ ਪੁੱਤਰ ਸੀਗਾ, ਜਿਹੜਾ ਅੱਗੇ ਚਰਖੜੀਆਂ ਤੇ ਚੜੇ ਸਨ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀਗਾ। ਕਹਿੰਦਾ ਇਹ ਸਾਖੀ ਮੈਂ ਆਪਣੇ ਪਿਤਾ ਰਾਏ ਸਿੰਘ ਤੋਂ ਸੁਣੀ ਹੈ। ਤੈਸੇ ਲਿਖੀ ਰਤਨ ਸਿੰਘ ਬਾਤ। ਕਹਿਣਗੇ ਮੈਂ ਰਤਨ ਸਿੰਘ ਨੇ ਇੱਕ ਸਾਖੀ ਜਿਵੇਂ ਮੈਂ ਆਪਣੇ ਪਿਤਾ ਤੋਂ ਸੁਣੀ ਮੈਂ ਉਵੇਂ ਹੀ ਲਿਖੀ ਹੈ। ਜੇਤੀ ਸੁਣੀ ਤੇਤੀ ਹਮ ਕਹੀ। ਜਿਵੇਂ ਮੈਂ ਸੁਣੀ ਮੈਂ ਉਤਨੀ ਹੀ ਕਹੀ ਹੈ। ਆਗੇ ਔਰ ਸੁਨੋ ਗਤ ਨਹੀਂ। ਹੁਣ ਅੱਗੇ ਦੀਆਂ ਸਾਖੀਆਂ ਵੀ ਆਪ ਜੀ ਸਰਵਣ ਕਰੋ, ਜਿਸ ਤਰ੍ਹਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ। ਇਸ ਪ੍ਰਕਾਰ ਕਰਕੇ ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸ਼ੁਬੇਗ ਸਿੰਘ ਉਹਨਾਂ ਦੇ ਪਿਤਾ, ਜਿਨ੍ਹਾਂ ਨੇ ਸ਼ਹੀਦੀਆਂ ਪਾ ਕੇ ਸਿੱਖੀ ਨੂੰ ਬਰਕਰਾਰ ਰੱਖਿਆ, ਏਡੇ ਵੱਡੇ ਦੁੱਖ ਸਹਾਰਦਿਆਂ ਹੋਇਆਂ, ਇੰਨਾ ਕੁਝ ਉਹਨਾਂ ਕੋਲ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਸਿੱਖੀ ਨੂੰ ਪਹਿਲ ਦਿੱਤੀ। ਅੱਜ ਕੱਲ੍ਹ ਪੜ੍ਹੇ ਲਿਖੇ ਬੰਦੇ ਕਹਿੰਦੇ ਵੀ ਸਿੱਖੀ ਵਿੱਚ ਕੀ ਰੱਖਿਆ। ਦੇਖੋ ਭਾਈ ਸ਼ੁਬੇਗ ਸਿੰਘ ਉਸ ਸਮੇਂ ਦਾ ਵਕੀਲ ਸੀਗਾ, ਇੰਨੀਆਂ ਭਾਸ਼ਾਵਾਂ ਜਾਣਦਾ, ਇੰਨਾ ਇੰਟੈਲੀਜੈਂਟ ਬੰਦਾ ਸੀਗਾ, ਪਰ ਉਹਨੇ ਵੀ ਇੱਕ ਗੱਲ ਜਿਹੜੀ ਸੀ ਉਹਨਾਂ ਦੇ ਮਨ ਦੇ ਵਿੱਚ ਦ੍ਰਿੜਤਾ ਸਿੱਖੀ ਦੀ ਸੀ। ਉਹਨਾਂ ਨੇ ਵੀ ਆਪਣੀ ਜਾਨ ਦੀ ਕੁਰਬਾਨੀ ਕੀਤੀ। ਸੋ ਇਹਨਾਂ ਦੀ ਸ਼ਹੀਦੀ ਦਾ ਇਹ ਗੱਲ ਹੈ ਕਿ ਭਾਈ ਸ਼ੁਬੇਗ ਸਿੰਘ ਉਸ ਸਮੇਂ ਦਾ ਸਭ ਤੋਂ ਪੜ੍ਹਿਆ ਲਿਖਿਆ ਗੁਰਸਿੱਖ ਸੀਗਾ, ਜਿਹਨੇ ਫਾਰਸੀ ਅਰਬੀ ਸਭ ਕੁਝ ਪੜ੍ਹ ਕੇ ਮੁਗਲਾਂ ਨਾਲ ਕੰਮ ਵੀ ਕੀਤਾ, ਕੰਟਰੈਕਟਰ ਵੀ ਉਹਨਾਂ ਦਾ ਬਣਿਆ, ਉਹਨਾਂ ਦਾ ਮੈਜਿਸਟ੍ਰੇਟ ਕੋਟਵਾਲ ਵੀ ਬਣਿਆ, ਤੇ
ਤੇ ਉਹਨੇ ਵੀ ਆਪਣੀ ਸਿੱਖੀ ਵਾਸਤੇ ਆਪਣੀ ਕੁਰਬਾਨੀ ਦਿੱਤੀ। ਸੋ ਇਹ ਜਿਹੜੀਆਂ ਹਨ ਇਹ ਗੱਲ ਤੋਂ ਜਿਹੜਾ ਕਿ ਬਿਲਕੁਲ ਨਾ ਕਿਤੇ ਕਿਸੇ ਨੇ ਕਹਿਣਾ ਵੀ ਅਸੀਂ ਪੜ੍ਹੇ ਲਿਖੇ ਸਾਨੂੰ ਕੀ ਸਿੱਖੀ ਦੀ ਲੋੜ ਹੈ। ਜਿਹੜਾ ਪੜ੍ਹਿਆ ਲਿਖਿਆ ਹੋਵੇਗਾ ਸੁਚੱਜਾ ਉਹੀ ਹੋਵੇਗਾ, ਜਿਹਨੂੰ ਆਪਣੀ ਸਿੱਖੀ ਨਾਲ ਪਿਆਰ ਹੋਵੇਗਾ ਉਹੀ ਵੈਲਿਊ ਕਰ ਸਕਦਾ ਹੈ ਸਿੱਖੀ ਦੀ ਕੀਮਤ ਨੂੰ। ਸੋ ਇਸ ਕਰਕੇ ਆਪਾਂ ਨੂੰ ਗੁਰਸਿੱਖੀ ਹੀ ਪਿਆਰੀ ਹੋਣੀ ਚਾਹੀਦੀ ਹੈ। ਕੋਈ ਆਪਣੀ ਕੁਲ ਰੱਖਦਾ ਹੈ, ਕੋਈ ਆਪਣੀ ਮਾਇਆ ਰੱਖਦਾ ਹੈ, ਕੋਈ ਆਪਣੀ ਸੁਸਾਇਟੀ ਵਿੱਚ ਆਪਣੀ ਪੋਜੀਸ਼ਨ ਰੱਖਦਾ ਹੈ, ਕੋਈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਿੱਖੀ ਗਵਾਉਂਦਾ ਹੈ। ਭਾਈ ਸਿੱਖੀ ਨੂੰ ਗਵਾ ਕੇ ਜੀਵਨ ਦਾ ਮਤਲਬ ਹੀ ਮੁੱਕ ਜਾਂਦਾ ਹੈ। ਇਸ ਕਰਕੇ ਗੁਰਸਿੱਖੀ ਹੀ ਸਭ ਤੋਂ ਵੱਡਮੁੱਲੀ ਹੈ। ਸਿੱਖੀ ਤੋਂ ਬਗੈਰ ਜੀਵਨ ਵੀ ਕੋਈ ਅਰਥ ਨਹੀਂ ਰੱਖਦਾ, ਕੋਈ ਮਤਲਬ ਕੋਈ ਮੀਨਿੰਗ ਨਹੀਂ ਰੱਖਦਾ। ਸੋ ਇੰਨੀਓ ਸਾਖੀ ਆਪ ਜੀ ਨੇ ਸਰਵਣ ਕੀਤੀ। ਪਾਤਸ਼ਾਹ ਜੀ ਕਿਰਪਾ ਕਰੇ ਆਪਣੀ ਵੀ ਸਿੱਖੀ ਸੌਸਾ ਜਿਹੜਾ ਹਾਂ ਕੇਸਾ ਸੌਸਾ ਨਾ ਨਿਭ ਜਾਵੇ। ਭੁੱਲਾਂ ਚੁੱਕਣ ਦੀ ਮਾਫੀ ਜੀ। ਸਾਖੀ ਸੁਣੀ ਮੈਂ ਆਪਣੇ ਤਾਤ, ਤੈਸੇ ਲਿਖੀ ਰਤਨ ਸਿੰਘ ਬਾਤ। जेती सुनी तेती हम कहे, आगे और सुनो गत नहीं। वाहिगुरु जी का खालसा, वाहिगुरु जी की फतेह।